ਜ਼ਿੰਦਗੀ ਦੇ ਵਿੱਚ ਜਿਹੜਾ ਸਦਾਚਾਰ ਹੈ ਉਹਦਾ ਕੀ ਮਹੱਤਵ ਹੈ। ਜਿਹੜੇ ਜ਼ਿੰਦਗੀ ਦੇ ਫਲਸਫੇ ਆ ਬੜੇ ਗਹਿਰ ਗੰਭੀਰ ਤੇ ਤੁਸੀਂ ਹਰ ਵਾਰੀ ਇੱਕ ਵਧੀਆ ਫਲਸਫਾ ਚੁਣਦੇ ਹੋ। ਪਿਛਲੀ ਵਾਰ ਆਪਾਂ ਸਦਭਾਵਨਾ ਤੇ ਗੱਲ ਕੀਤੀ ਸੀ ਤੇ ਸਦਾਚਾਰ ਵੀ ਮਨੁੱਖੀ ਉਹ ਗੁਣ ਹੈ ਜਿਹੜਾ ਸਾਨੂੰ ਕਿਸੇ ਜ਼ਿੰਦਗੀ ਦੇ ਆਦਰਸ਼ ਦੀ ਪ੍ਰਾਪਤੀ ਵਾਲੇ ਪਾਸੇ ਨੂੰ ਸੇਧ ਦਿੰਦਾ ਹੈ, ਅਗਵਾਈ ਕਰਦਾ ਹੈ। ਸ਼ਬਦਾਂ ਦੇ ਭਾਸ਼ਾ ਦੇ ਹਿਸਾਬ ਨਾਲ ਦੇਖੀਏ ਤੇ ਜਿਸ ਤਰ੍ਹਾਂ ਸਦ ਆਚਾਰ ਤੋਂ ਮੈਨੂੰ ਲੱਗਦਾ ਬਣਿਆ ਹੋਇਆ ਚੰਗੇ ਆਚਰਣ ਤੋਂ ਚੰਗੀ, ਮਤਲਬ ਸਤ ਜਿੱਦਾਂ ਆਪਾਂ ਸਦ ਭਾਵਨਾ ਦੇ ਉਸ ਦਿਨ ਅਰਥ ਕਰਦੇ ਸੀ, ਸਤ ਦਾ ਮੀਨਿੰਗ ਜਿਹੜਾ ਅਸੀਂ ਕਰਦੇ ਹਾਂ ਉਹ ਹੈ ਚੰਗਾ, ਉੱਤਮ, ਵਧੀਆ। ਤੇ ਸਦਾਚਾਰ ਜਿਹੜਾ ਆਚਾਰ ਦਾ ਛੋਟਾ ਮਤਲਬ ਚੰਗਾ ਤੁਹਾਡਾ ਚਾਲ ਚਲਨ ਆਚਰਣ। ਜਦੋਂ ਆਪਾਂ ਵੱਖ-ਵੱਖ ਜਿਹੜੇ ਸੱਭਿਆਚਾਰ ਆ ਜਾਂ ਵੱਖਰਾ ਦੁਨੀਆ ਦੇ ਜਿਹੜੀਆਂ ਸੱਭਿਅਤਾਵਾਂ ਹੋਈਆਂ ਉਹਨਾਂ ਤੇ ਨਿਗਾਹ ਮਾਰਦੇ ਆ ਤੇ ਦੇਖੋ ਸ਼ਬਦ ਸਭ ਜਗ੍ਹਾ ਹੀ ਮਿਲਦੇ ਆ। ਜਿੱਦਾਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਮੋਰੈਲਿਟੀ ਤੋਂ ਮੋਰਲ ਆਇਆ ਤੇ ਮੋਰਲ ਆਪਾਂ ਜਿੱਦਾਂ ਸਮਝਦੇ ਅੰਗਰੇਜ਼ੀ ਭਾਸ਼ਾ ਦੇ ਬਹੁਤ ਸਾਰੇ ਲਾਤੀਨੀ ਭਾਸ਼ਾ ਦੇ ਸ਼ਬਦ ਆ ਤੇ ਇਹ ਜਿਹੜਾ ਸ਼ਬਦ ਹੈ ਨਾ ਜੀ ਮੋਰੈਲਿਟੀ ਤੇ ਮੋਰਲ, ਇਹ ਵੀ ਲਾਤੀਨੀ ਭਾਸ਼ਾ ਦੇ ਮੋਰਿਸ ਤੋਂ, ਮੈਂ ਜਦੋਂ ਅੱਜ ਤਿਆਰੀ ਕਰ ਰਿਹਾ ਥੋੜੀ ਜਿਹੀ ਮੈਂ ਦੇਖ ਰਿਹਾ ਸੀਗਾ, ਮੋਰਿਸ ਸ਼ਬਦ ਤੋਂ ਕਨਵਰਟ ਹੋ ਕੇ ਆਇਆ। ਯਾਨੀ ਕਿ ਜਿਹੜੀ ਉਸ ਸਮੇਂ ਦੀ ਸੱਭਿਅਤਾ ਆ, ਪੁਰਾਤਨ ਸੱਭਿਅਤਾ, ਜਦੋਂ ਇਹ ਸ਼ਬਦ ਇਜਾਦ ਹੁੰਦੇ ਆ ਉਦੋਂ ਵੀ ਲੋਕਾਂ ਵਿੱਚ ਇਹਨਾਂ ਚੀਜ਼ਾਂ ਦੀ ਵਿਚਾਰ ਚਰਚਾ ਜਿਹੜੀ ਆ ਉਹ ਚੱਲਦੀ ਆਈ ਆ। ਜਿਹੜੇ ਜ਼ਿੰਦਗੀ ਦੇ ਮਾਰਗ ਨੇ ਉਹਨਾਂ ਸਾਰੇ ਵੱਖ-ਵੱਖ ਮਾਰਗਾਂ ਤੇ ਹੀ ਜਿਹੜਾ ਚੱਲਦੇ ਆ ਤੇ ਫਿਰ ਅਸੀਂ ਜਦੋਂ ਸਦਾਚਾਰ ਦੇ ਜੀਵਨ ਨੂੰ ਅਪਣਾ ਲੈਂਦੇ ਹਾਂ ਤੇ ਸਦਾਚਾਰ ਜਿਹੜਾ ਹੈ ਇਹ ਫਿਰ ਸਾਨੂੰ ਜੀਵਨ ਦੇ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਉਹ ਕਰਦਾ ਹੈ। ਗੁਰਬਾਣੀ ਦੇ ਹਵਾਲੇ ਨਾਲ ਤੁਸੀਂ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਐਕਸਪਲੇਨ ਕੀਤੀਆਂ ਨੇ। ਵੈਸੇ ਹੰਸਪਾਲ ਜੀ ਉੱਦਾਂ ਦੁਨਿਆਵੀ ਪੱਧਰ ਤੇ ਵੀ ਵੇਖੀਏ ਤੇ ਇੱਕ ਨਿਯਮਾਵਲੀ ਆ ਕਿਸਮ ਦੀ, ਨਿਯਮ ਨੇ ਕੁਝ ਬਣੇ ਹੋਏ ਸਮਾਜ ਦੇ ਵਿੱਚ ਰਹਿਣ ਦੇ ਜਾਂ ਸਮਾਜ ਨੂੰ ਅੱਗੇ ਚੱਲਦਾ ਰੱਖਣ ਲਈ, ਜਿਹਦੇ ਵਿੱਚ ਇਹ ਜਿਹੜਾ ਸਦਾਚਾਰ ਆ ਇਹ ਬਹੁਤ ਅਹਿਮ ਚੀਜ਼ ਜਿਹੜੀ ਆ ਉਹ ਮੰਨੀ ਜਾ ਸਕਦੀ ਆ। ਕਿਉਂਕਿ ਜਿਹੜੇ ਨਿਯਮ ਨੇ ਇਹਨਾਂ ਨਿਯਮਾਂ ਦੇ ਜਿਹੜੇ ਮੂਲ ਰੂਪ ਦੇ ਵਿੱਚ ਹੈ ਹੀ ਇਹਦਾ ਮਤਲਬ ਸੱਚ, ਜਿਹੜਾ ਸੱਚ ਹੈ ਉਹ ਹੀ ਉਹਦਾ ਜਿਹੜਾ ਸੱਚ ਦਾ ਆਚਰਣ ਹੈ ਉਹਨੂੰ ਸਦਾਚਾਰ ਜਿਹੜਾ ਮੰਨਿਆ ਗਿਆ। ਹਰ ਚੀਜ਼ ਨੂੰ ਆਪਾਂ ਧਰਮ ਦੇ ਚੌਕਟੇ 'ਚ ਹੀ ਪਰਖੀਏ, ਜਿਹੜਾ ਮਨੁੱਖੀ ਜੀਵਨ ਹੈ ਉਹ ਧਰਮ ਉਹਦਾ ਇੱਕ ਪਾਰਟ ਹੈ, ਮਤਲਬ ਸਮੁੱਚਾ ਜੀਵਨ ਨਹੀਂ ਹੈ। ਆਪਾਂ ਜੇ ਕਹੀਏ ਕਿ ਸਮੁੱਚਾ ਮਨੁੱਖ ਦਾ ਜੀਵਨ ਜਿਹੜਾ ਆ ਉਹ ਧਰਮ ਹੈ, ਧਰਮ ਜੀਵਨ ਦਾ ਇੱਕ ਪਾਰਟ ਹੈ ਜਿਹੜਾ ਸਾਨੂੰ ਚੰਗਾ ਰਸਤਾ ਦਿਖਾਉਂਦਾ ਹੈ। ਪਰ ਨਾਲ ਦੀ ਨਾਲ ਜਿਹੜੀਆਂ ਜ਼ਿੰਦਗੀ ਦੀਆਂ ਬਾਕੀ ਬਿਹਤਰ ਚੀਜ਼ਾਂ ਨੇ ਅਗਰ ਉਹਨਾਂ ਨੂੰ ਅਪਣਾ ਲੈਂਦੇ ਆ ਤੇ ਤੁਸੀਂ ਭਾਵੇਂ ਧਰਮ ਨੂੰ ਨਹੀਂ ਵੀ ਆਪਣੇ ਜੀਵਨ 'ਚ ਅਪਣਾਇਆ ਤਾਂ ਵੀ ਤੁਸੀਂ ਇੱਕ ਉੱਤਮ ਮਨੁੱਖ ਜਿਹੜੇ ਆ ਉਹ ਬਣ ਕੇ ਦੁਨੀਆ ਵਿੱਚ ਜਿਹੜਾ ਆ ਉਹ ਰਹਿ ਸਕਦੇ ਹੋ। ਉਹਨਾਂ ਨੂੰ ਇਹ ਲੱਗਦਾ ਕਿ ਮੈਂ ਠੀਕ ਰਾਹ ਤੇ ਚੱਲ ਰਿਹਾ, ਬਸ ਠੀਕ ਰਾਹ ਤੇ ਚੱਲ ਰਿਹਾ। ਉਹਨਾਂ ਦੀਆਂ ਨਾ ਹੀ ਬਹੁਤ ਸਾਰੀਆਂ ਲਾਲਸਾਵਾਂ ਹੁੰਦੀਆਂ ਨੇ ਔਰ ਉਹਨਾਂ ਦੇ ਜੀਵਨ ਦੀ ਜਾਂਚ ਵੀ ਬੜੀ ਜਿਹੜੀ ਆ ਉਹ ਸਾਦੀ ਦੀ ਤੇ ਮਨੁੱਖਤਾ ਨੂੰ ਪ੍ਰਣਾਈ ਹੁੰਦੀ ਆ। ਤੇ ਗੁਰੂ ਸਾਹਿਬ ਦੇ ਅੱਗੇ ਕਹਿੰਦੇ ਆ ਕਿ ਉਹ ਸੱਚ ਦੇ ਰਾਹ ਦੇ ਉੱਤੇ ਜਿਹੜੇ ਲੋਕ ਚੱਲਦੇ ਨੇ, ਜਿਹੜੇ ਸੱਚੀ ਜਿਹੜੀ ਆ ਘਾਲਣਾ ਕਰਦੇ ਨੇ, ਸੱਚੀ ਕਮਾਈ ਕਰਦੇ ਨੇ ਔਰ ਸੱਚਾ ਹੀ ਜਿਹੜਾ ਉਹ ਸੰਸਾਰ ਦੇ ਵਿੱਚ ਵਿਹਾਰ ਕਰਦੇ ਨੇ। ਸਾਰੇ ਧਰਮ ਸਰ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਜੀਵਨ ਦੇ ਵਿੱਚ ਭਾਵੇਂ ਬਾਬੇ ਨਾਨਕ ਨੂੰ ਲੈ ਲਈਏ ਜਾਂ ਬੁੱਧ ਧਰਮ ਦੀ ਬੇਸਿਕ ਗੱਲ ਨੂੰ ਮੰਨ ਲਈਏ, ਉਹ 'ਚ ਵੀ ਇਹ ਕਿਹਾ ਗਿਆ ਕਿ ਸੰਸਾਰ ਦੁੱਖਾਂ ਦਾ ਘਰ ਹੈ ਤੇ ਬਾਬੇ ਨਾਨਕ ਨੇ ਕਿਹਾ ਨਾਨਕ ਦੁਖੀਆ ਸਭ ਸੰਸਾਰ। ਇਹ ਜਿਹੜੇ ਦੁੱਖ ਨੇ ਇਹ ਸਾਡੇ ਜੀਵਨ ਦਾ ਇੱਕ ਹਿੱਸਾ ਹੈ, ਇਹਨਾਂ ਤੋਂ ਮਤਲਬ ਤੁਸੀਂ ਪਾਸਾ ਨਹੀਂ ਹਟ ਸਕਦੇ, ਪਰ ਸਦਾਚਾਰ ਦੇ ਗੁਣਾਂ ਨਾਲ ਇਹਨਾਂ ਤੇ ਕਾਬੂ ਪਾ ਸਕਦੇ ਹੋ। ਜਿੱਥੋਂ ਤੱਕ ਚੀਨੀ ਜਿਹੜੀ ਵਿਚਾਰਧਾਰਾ ਜਾਂ ਚੀਨੀ ਦਰਸ਼ਨ ਹੈ ਨਾ, ਕਨਫਿਊਸ਼ੀਅਸ ਦੀ ਗੱਲ ਤੇ ਉਸ ਤੋਂ ਬਾਅਦ ਦੀ ਵੀ, ਮੈਂ ਆਪਣੇ ਇੱਕ ਪੰਜਾਬੀ ਦੇ ਬੜੇ ਅੱਛੇ ਲੇਖਕ ਨੇ ਜਿਹੜੇ ਜਾਪਾਨ 'ਚ ਰਹਿੰਦੇ ਨੇ, ਉਹਨਾਂ ਦਾ ਮੈਂ ਨਾਂ ਪੂਰਾ ਮੇਰੇ ਵਿਸਰ ਰਿਹਾ ਇਸ ਵੇਲੇ, ਸੋਢੀ ਉਹਨਾਂ ਦੇ ਪਿੱਛੇ ਲੱਗਦਾ। ਜਿਹੜੀ ਪੰਜਾਬੀ ਨੇ ਅਪਣਾਈ ਹੈ ਇੱਕ ਹਾਈਕੂ ਦੀ, ਤੁਸੀਂ ਸ਼ਾਇਦ ਦੇ ਨਾਲ ਜ਼ਿਆਦਾ ਜੁੜੇ ਹੋ ਮੇਰੇ ਤੋਂ। ਹਾਈਕੂ ਦੇ ਵਿੱਚ ਇੱਕ ਲਾਈਨ ਦੇ ਵਿੱਚ ਆਪਣੀ ਗੱਲ ਕਹਿਣ ਦਾ ਅੰਦਾਜ਼ ਹੈ, ਉਹ ਚਾਈਨਾ ਤੋਂ ਆਈ ਹੋਈ ਚੀਜ਼ ਹੈ, ਜਾਪਾਨ ਵਾਲੇ ਅਪਣਾਈ ਤੇ ਅੱਗੇ ਉਹ ਪੰਜਾਬੀ ਵਿੱਚ ਵੀ ਆ ਰਹੀ ਹੈ, ਬਹੁਤ ਸਾਰੇ ਲੋਕ ਉੱਤੇ ਕੰਮ ਕਰ ਰਹੇ ਆ। ਜਦੋਂ ਦੁਨੀਆ ਦੇ ਵੱਖ-ਵੱਖ ਖਿੱਤਿਆਂ ਦੀ ਪਛਾਣ ਕਰਦੇ ਆ ਨਾ, ਗੱਲ ਕਰਦੇ ਆ, ਜਿੱਦਾਂ ਹੁਣ ਤੁਸੀਂ ਸੋਮਾਲੀਆ ਦਾ ਜ਼ਿਕਰ ਕੀਤਾ, ਕਿਉਂਕਿ ਸਾਡੇ ਕੋਲ ਬਹੁਤ ਸਾਰਾ ਉਹਨਾਂ ਦਾ ਪੁਰਾਣਾ ਲਿਟਰੇਚਰ ਅਵੇਲੇਬਲ ਨਹੀਂ ਜਾਂ ਸਾਡੀ ਨਜ਼ਰ 'ਚੋਂ ਨਹੀਂ ਲੰਘਿਆ ਹੁੰਦਾ। ਇਹਦਾ ਮਤਲਬ ਇਹ ਨਹੀਂ ਆ ਕਿ ਉੱਥੋਂ ਦੇ ਜਿਹੜੇ ਦਾਨਸ਼ਵਰ ਹੋਏ ਹੋਣਗੇ ਪੁਰਾਣੇ, ਉਹਨਾਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਇਹ ਸਦਾਚਾਰੀ ਗੁਣ ਆ ਇਹਨਾਂ ਦੀ ਪਰਿਭਾਸ਼ਾ ਨਹੀਂ ਸਮਝਾਈ ਹੋਏਗੀ।
ਤਾਓਵਾਦ ਤੇ ਉਹਨਾਂ ਦੀ ਬੜੀ ਪਿਆਰੀ ਕਿਤਾਬ ਹੈ ਕਿ ਉਹ ਫਲਸਫਾ ਕੀ ਹੈ ਤੇ ਮਨੁੱਖ ਨੂੰ ਬਿਹਤਰ ਕਿੱਦਾਂ ਬਣਾਉਂਦਾ ਹੈ। ਤੇ ਤਾਓਵਾਦ ਤੇ ਕਨਫਿਊਸ਼ਨਵਾਦ ਜਿਹੜਾ ਕਨਫਿਊਸ਼ਨ ਨੇ ਜੋ ਸਿਧਾਂਤ ਦਿੱਤੇ ਆ ਉਹਨਾਂ ਨੂੰ ਬੇਸ ਬਣਾ ਕੇ ਅਜੋਕੇ ਸਮੇਂ ਦੇ ਵਿੱਚ ਮਾਓਵਾਦ ਜਿਹਨੂੰ ਕਹਿਤਾ ਹੁਣ ਹੀ ਬੜਾ ਨੂੰ ਭੰਡ ਦਿੱਤਾ ਕਿ ਮਾਓਵਾਦੀ ਵਿਚਾਰਧਾਰਾ ਤੇ ਬਹੁਤ ਮਾਰ ਕੁੱਟ ਕਰਨ ਵਾਲੀ ਵਿਚਾਰਧਾਰਾ ਅਹਿੰਸਕ ਹੈ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਹਫਤਾਵਾਰੀ ਪ੍ਰੋਗਰਾਮ ਜ਼ਿੰਦਗੀ ਦੇ ਅੰਗ ਸੰਗ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੇਰੇ ਨਾਲ ਜੁੜ ਗਏ ਨੇ ਹਰ ਹਫਤੇ ਦੀ ਤਰ੍ਹਾਂ ਹੀਰਾ ਸਿੰਘ ਹੰਸਪਾਲ ਜੀ। ਉਹਨਾਂ ਦਾ ਕਰਦੇ ਹਾਂ ਸਵਾਗਤ, ਨਾਲ ਨਾਲ ਆਪਣੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਹੰਸਪਾਲ ਜੀ, ਜੀ ਆਇਆਂ ਨੂੰ ਜੀ। ਗਿਲ ਸਾਹਿਬ, ਮੇਰੇ ਵੱਲੋਂ ਤੁਹਾਨੂੰ ਟੀਵੀ ਪੰਜਾਬੀ ਦੁਨੀਆ ਦੇ ਬਹੁਤ ਹੀ ਸਤਿਕਾਰਯੋਗ ਦਰਸ਼ਕਾਂ ਨੂੰ, ਤੁਹਾਡੇ ਨਾਲ ਸਾਰੀ ਟੈਕਨੀਕਲ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਬਹੁਤ ਵੱਧ ਗਈ ਆ ਸਾਡੇ ਕੈਨੇਡਾ 'ਚ। ਹਾਂਜੀ, ਮੈਂ ਕਿਹਾ ਸਰਦੀ ਬਹੁਤ ਵੱਧ ਗਈ ਆ ਸਾਡੇ ਕੈਨੇਡਾ ਵਿੱਚ, ਔਰ ਮੇਰਾ ਖਿਆਲ ਸਾਰਾ ਕੈਨੇਡਾ ਜਿਹੜਾ ਇਸ ਵੇਲੇ ਸਰਦੀ ਦਾ ਜਿਹੜਾ ਸੀਜ਼ਨ ਆ ਉਹਦੇ ਵਿੱਚ ਹੋਇਆ ਹੋਇਆ। ਹੰਸਪਾਲ ਜੀ, ਇਹ ਕੁਦਰਤ ਦੇ ਰੰਗ ਆ, ਸੀਜ਼ਨ ਆ ਤੇ ਇਹਦਾ ਆਨੰਦ ਲੈਣਾ ਚਾਹੀਦਾ। ਤੇ ਫਿਰ ਇਸ ਕਰਕੇ ਇਹ ਸਾਰੇ ਸੀਜ਼ਨ ਦੇ ਵਿੱਚ ਰਹਿਣਾ ਵੀ ਆਪਾਂ ਨੂੰ ਸਿੱਖਣਾ ਪੈਂਦਾ ਜੀ, ਸਾਰਾ ਕੁਝ ਕਰਨਾ ਪੈਂਦਾ। ਜੋ ਹਾਲਾਤ ਜਿਹੋ ਜਿਹੇ ਮੁਲਕ ਦੇ ਰਹੀਏ ਉੱਥੇ ਉਸ ਤਰ੍ਹਾਂ ਦਾ ਹੀ ਸਾਨੂੰ ਵੇਖਣਾ ਪੈਂਦਾ ਜੀ। ਠੀਕ ਹੈ ਜੀ ਗਿਲ ਸਾਹਿਬ, ਔਰ ਅੱਜ ਦੀ ਅਸੀਂ ਵਿਚਾਰ ਚਰਚਾ ਦਾ ਵਿਸ਼ਾ ਇਹ ਚੁਣਿਆ ਸੀ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਸਦਾਚਾਰ ਆ ਉਹਦਾ ਕੀ ਮਹੱਤਵ ਹੈ। ਸੋ ਸਦਾਚਾਰ ਦੇ ਉੱਤੇ ਅੱਜ ਆਪਾਂ ਗੱਲ ਕਰਾਂਗੇ। ਆਸ ਕਰਦਾ ਕਿ ਤੁਹਾਡੇ ਸ਼ੁਰੂਆਤੀ ਜਿਹੜੀ ਆ ਗੱਲਬਾਤ ਤੋਂ ਬਾਅਦ ਫਿਰ ਅੱਗੇ ਇਸ ਤੇ ਹੋਰ ਵਿਚਾਰ ਚਰਚਾ ਕਰਦੇ ਹਾਂ ਜੀ। ਬਿਲਕੁਲ ਹੰਸਪਾਲ ਜੀ, ਜਿਹੜੇ ਜ਼ਿੰਦਗੀ ਦੇ ਫਲਸਫੇ ਆ ਬੜੇ ਗਹਿਰ ਗੰਭੀਰ, ਤੇ ਤੁਸੀਂ ਹਰ ਵਾਰੀ ਇੱਕ ਵਧੀਆ ਫਲਸਫਾ ਚੁਣਦੇ ਹੋ। ਪਿਛਲੀ ਵਾਰ ਆਪਾਂ ਸਦਭਾਵਨਾ ਤੇ ਗੱਲ ਕੀਤੀ ਸੀ, ਤੇ ਸਦਾਚਾਰ ਵੀ ਮਨੁੱਖੀ ਉਹ ਗੁਣ ਹੈ ਜਿਹੜਾ ਸਾਨੂੰ ਕਿਸੇ ਜ਼ਿੰਦਗੀ ਦੇ ਆਦਰਸ਼ ਦੀ ਪ੍ਰਾਪਤੀ ਵਾਲੇ ਪਾਸੇ ਨੂੰ ਸੇਧ ਦਿੰਦਾ, ਅਗਵਾਈ ਕਰਦਾ ਹੈ। ਤੇ ਸਦਾਚਾਰ ਵੈਸੇ ਤਾਂ ਜੇ ਸ਼ਬਦਾਂ ਦੇ ਭਾਸ਼ਾ ਦੇ ਹਿਸਾਬ ਨਾਲ ਦੇਖੀਏ ਤੇ ਜਿਸ ਤਰ੍ਹਾਂ ਸਦ ਆਚਾਰ ਤੋਂ ਮੈਨੂੰ ਲੱਗਦਾ ਬਣਿਆ ਹੋਇਆ, ਚੰਗੇ ਆਚਰਣ ਤੋਂ ਚੰਗੀ, ਮਤਲਬ ਜਿੱਦਾਂ ਆਪਾਂ ਸਦ ਭਾਵਨਾ ਦੇ ਉਸ ਦਿਨ ਅਰਥ ਕਰਦੇ ਸੀ, ਸਦ ਦਾ ਮੀਨਿੰਗ ਜਿਹੜਾ ਅਸੀਂ ਕਰਦੇ ਹਾਂ ਉਹ ਹੈ ਚੰਗਾ, ਉੱਤਮ, ਵਧੀਆ। ਤੇ ਸਦਾਚਾਰ ਜਿਹੜਾ ਆਚਾਰ ਦਾ ਛੋਟਾ ਮਤਲਬ ਚੰਗਾ ਤੁਹਾਡਾ ਚਾਲ ਚਲਨ, ਆਚਰਣ, ਜਿਹਨੂੰ ਆਪਾਂ ਦੂਜੀ ਭਾਸ਼ਾ 'ਚ ਨੈਤਿਕਤਾ ਵੀ ਕਹਿੰਦੇ ਹਾਂ। ਤੇ ਨੈਤਿਕਤਾ ਸ਼ਬਦ ਹੀ ਜ਼ਿਆਦਾ ਜਿਹੜਾ ਉਹ ਸਦਾਚਾਰ ਦੀ ਥਾਂ 'ਤੇ ਵਰਤਿਆ ਜਾਂਦਾ। ਹਾਲਾਂਕਿ ਗੁਰਬਾਣੀ 'ਚ ਸਦਾਚਾਰ ਬਾਰੇ ਕਾਫੀ ਸ਼ਬਦ ਜਿਹੜੇ ਉਹ ਆਏ ਆ ਜਾਂ ਕਿਤੇ ਹੋਰ ਜਗ੍ਹਾ ਵੀ ਆਏ ਆ, ਪਰ ਨੈਤਿਕਤਾ ਸ਼ਬਦ ਜਿਹੜਾ ਜੀ ਉਹ ਨੀਤੀ ਤੋਂ ਕਹਿੰਦੇ ਬਣਿਆ ਤੇ ਉਹ ਸੰਸਕ੍ਰਿਤ 'ਚੋਂ ਆਇਆ ਹੋਇਆ ਸ਼ਬਦ ਆ। ਬਾਕੀ ਵਿਆਖਿਆ ਹੁਣ ਤੁਸੀਂ ਕਰ ਦਿਓਗੇ ਥੋੜ੍ਹੀ ਜੀ। ਬਿਲਕੁਲ ਇਹੀ ਗੱਲ ਹੈ ਕਿ ਜਿਹੜੀ ਨੈਤਿਕਤਾ ਹੈ ਤੇ ਉਹ ਵੀ ਸਦਾਚਾਰ ਦਾ ਇੱਕ ਹਿੱਸਾ ਹੈ। ਔਰ ਤੁਸੀਂ ਐਕਸਪਲੇਨ ਹੀ ਕਰ ਦਿੱਤਾ ਕਿ ਜਿਹੜੀ ਨੈਤਿਕਤਾ ਹੈ ਇੱਕ ਸੰਸਕ੍ਰਿਤ ਦਾ ਸ਼ਬਦ ਨੀਤੀ ਸੀ, ਜਿਹੜਾ ਵਿਕਸਿਤ ਹੁੰਦਾ ਜਿਹੜਾ ਉਹ ਮੁੜ ਕੇ ਜਿਹੜਾ ਹੈ ਉਹਦਾ ਬਣ ਗਿਆ ਨੈਤਿਕਤਾ। ਸੋ ਨੈਤਿਕਤਾ, ਜਦੋਂ ਸਦਾਚਾਰ ਦੀ ਆਪਾਂ ਵਿਆਖਿਆ ਕਰਦੇ ਹਾਂ ਤਾਂ ਨੈਤਿਕਤਾ ਜਿਹੜਾ ਹੈ ਉਹਦਾ ਇੱਕ ਅੰਗ ਹੈ ਕਿ ਸਦਾਚਾਰ ਦੇ ਵਿੱਚ ਨੈਤਿਕਤਾ ਦਾ ਹੋਣਾ ਤਾਂ ਬਹੁਤ ਹੀ ਜ਼ਰੂਰੀ ਹੈ। ਜੇ ਨੈਤਿਕਤਾ ਹੀ ਨਹੀਂ ਹੋਏਗੀ ਤਾਂ ਸਦਾਚਾਰ ਉਤਪੰਨ ਨਹੀਂ ਹੋ ਸਕਦਾ। ਨੈਤਿਕਤਾ ਤੋਂ ਉੱਤੇ ਦੀ ਜਿਹੜੀ ਸਥਿਤੀ ਆ, ਜਿਵੇਂ ਗੁਰਬਾਣੀ ਦੇ ਵਿੱਚ ਭਗਤੀ ਦੇ ਉੱਤੇ ਫਿਰ ਬ੍ਰਹਮ ਗਿਆਨ ਦੀ ਅਵਸਥਾ ਆ ਜਾਂਦੀ ਹੈ, ਇਵੇਂ ਜੀਵਨ ਦੇ ਚੰਗੀ ਜਿਹੜੀ ਨੈਤਿਕਤਾ ਹੈ ਉਹ ਸਹਿਜ ਸਹਿਜ ਜਦੋਂ ਪ੍ਰਫੁੱਲਤ ਹੋ ਜਾਂਦੀ ਆ ਤਾਂ ਉਹ ਜ਼ਿੰਦਗੀ ਦੇ ਹੋਰ ਸਾਰੇ ਵੀ ਜਿਹੜੀਆਂ ਚੰਗੀਆਂ ਚੀਜ਼ਾਂ ਉਹਨਾਂ ਦਾ ਆਪਣੇ ਵਿੱਚ ਸੁਮੇਲ ਪੈਦਾ ਕਰ ਲੈਂਦੀ ਆ। ਉਹਨੂੰ ਜਿਹੜਾ ਮਤਲਬ ਫਿਰ ਅਸੀਂ ਜਿਹੜਾ ਹੈ ਉਹ ਸਦਾਚਾਰ ਕਹਿੰਦੇ ਹਾਂ। ਔਰ ਗੁਰਬਾਣੀ ਦੇ ਵਿੱਚ ਬਹੁਤ ਸਾਰੀ ਗੱਲ ਜਿਹੜੀ ਆ ਉਹ ਸਦਾਚਾਰ ਦੇ ਉੱਤੇ ਹੀ ਕੀਤੀ ਗਈ ਹੈ। ਸੋ ਗੁਰਬਾਣੀ ਦੇ ਜਿਹੜੇ 3 ਮੁੱਖ ਆਦੇਸ਼ ਨੇ, ਜੇ ਮੈਂ ਮੋਟੇ ਤੌਰ ਤੇ ਵੇਖਦਾ, ਕਿਉਂਕਿ ਮੈਂ ਗੁਰਬਾਣੀ ਦਾ ਬਹੁਤ ਵੱਡਾ ਗਿਆਤਾ ਨਹੀਂ, ਗੁਰਬਾਣੀ ਤਾਂ ਅਥਾਹ ਸਮੁੰਦਰ ਆ ਜਿਹਦੀ ਕੋਈ ਹੈ ਹੀ ਨਹੀਂ ਹੈਗੀ, ਉਹਦੀ ਸਤ੍ਹਾ ਪਾ ਹੀ ਨਹੀਂ ਸਕਦੇ। ਤੇ ਗੁਰੂ ਸਾਹਿਬ ਨੇ ਬਹੁਤ ਵੱਡਾ ਫਲਸਫਾ ਜਿਹੜਾ ਉਹਦੇ ਵਿੱਚ, ਸਾਡੇ ਵਰਗੇ ਜਿਹੜੇ ਤੁੱਛ ਬੁੱਧੀ ਵਾਲੇ ਮਨੁੱਖ ਨੇ ਜਿਨ੍ਹਾਂ ਨੂੰ ਬਹੁਤ ਸਤੀ ਗਿਆਨ ਹੁੰਦਾ ਹੈ, ਅਸੀਂ ਤੇ ਬਹੁਤ ਸਤਹੀ ਗਿਆਨ ਵਾਲੇ ਹੀ ਬੰਦੇ ਆ। ਸੋ ਉਸ ਬ੍ਰਹਮ ਗਿਆਨ ਦੀ ਅਵਸਥਾ ਵਰਗੀ ਹੀ ਨੈਤਿਕਤਾ ਜਦੋਂ ਬਣ ਜਾਂਦੀ ਆ ਉਹ ਸਦਾਚਾਰ ਬਣ ਜਾਂਦੀ ਆ। ਔਰ ਗੁਰਬਾਣੀ ਦੇ ਜਿਹੜੇ 3 ਮੁੱਖ ਸਿਧਾਂਤ ਨੇ ਕਿ ਸਭ ਤੋਂ ਵੱਡਾ ਹੈਗਾ ਕਿ ਹੱਥੀਂ ਕਿਰਤ ਕਰੋ, ਗ੍ਰਸਥ ਆਸ਼ਰਮ ਦੇ ਵਿੱਚ ਰਹੋ, ਫਿਰ ਪ੍ਰਭੂ ਦਾ ਜਿਹੜਾ ਸਿਮਰਨ ਕਰੋ, ਸਿਮਰਨ ਕਰਦੇ ਕਰਦੇ ਜਿਹੜਾ ਤੁਸੀਂ ਵੰਡ ਕੇ ਛਕੋ, ਜੋ ਤੁਹਾਡੇ ਸੋਮੇ ਜੋ
ਪਦਾਰਥਾਂ ਦੇ ਉੱਤੇ ਤੁਸੀਂ ਪੈਦਾ ਕਰਨ 'ਚ ਜਾਂ ਤੁਹਾਨੂੰ ਕੁਦਰਤ ਬਖਸ਼ਿਸ਼ ਕਰਦੀ ਆ ਉਹਨੂੰ ਵੰਡੋ। ਔਰ ਉਸ ਦੇ ਨਾਲ ਨਾਲ ਜਦੋਂ ਤੁਹਾਡੀ ਉਹ ਅਵਸਥਾ ਹੋ ਜਾਂਦੀ ਆ, ਤੁਸੀਂ ਜਿਹੜੀ ਆ ਗ੍ਰਸਥ ਆਸ਼ਰਮ ਦੇ ਵਿੱਚ ਰਹਿੰਦੇ ਹੋਏ ਹੱਥੀਂ ਕਿਰਤ ਕਰਦੇ ਜੇ, ਆਪ ਵੰਡ ਕੇ ਛਕਦੇ ਜੇ, ਜੋ ਕੋਈ ਪ੍ਰਭੂ ਭਾਵਨਾ ਵਾਲੀ ਗੱਲ ਹੈਗੀ ਆ ਉਹ ਕਰਦੇ ਜੇ। ਪਰ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਨਾਲ ਜੇ ਤੁਸੀਂ ਸਦਾਚਾਰੀ ਨਹੀਂ ਹੈਗੇ, ਤੁਹਾਡੇ ਵਿੱਚ ਸਦਾਚਾਰ ਨਹੀਂ ਹੈਗਾ, ਜੇ ਉਹ ਸਦਾਚਾਰ ਹੈਗਾ ਹੈ ਤੇ ਫਿਰ ਹੀ ਤੁਸੀਂ ਜਿਹੜਾ ਉਹ ਮਨੁੱਖ ਦਾ ਜਿਹੜਾ ਅਸਲੀ ਜੀਵਨ ਆ ਉਹਨੂੰ ਜਿਹੜਾ ਜਿਉਣਾ ਸ਼ੁਰੂ ਕਰਦੇ ਹੋ। ਸੋ ਇਹ ਜੀਵਨ ਦੀ ਇੱਕ ਵਿਧੀ ਕਹਿੰਦੇ ਆ ਗੁਰਬਾਣੀ ਅਨੁਸਾਰ। ਤਾਂ ਇਹਦੇ ਵਿੱਚ ਜਿਹੜੀ ਆ ਸੋ ਜਿਹੜਾ ਜੀਵਨ ਆ ਉਹ ਬੜਾ ਸੱਚੇ ਸੁੱਚੇ ਮਾਰਗ ਵਾਲਾ ਚੱਲਣਾ ਚਾਹੀਦਾ ਹੈ। ਔਰ ਇਹਦੇ ਨੇੜੇ ਤੇੜੇ ਨਾ ਇੰਗਲਿਸ਼ ਦਾ ਵੀ ਇੱਕ ਸ਼ਬਦ ਆਉਂਦਾ ਹੈ, ਉਹ ਮੋਰਲ, ਜਿਹਦੇ ਤੋਂ ਜੀ ਮੋਰੈਲਿਟੀ ਸ਼ਬਦ ਮੁੜ ਕੇ ਉਤਪੰਨ ਹੁੰਦਾ ਹੈ। ਸੋ ਉਸ ਤਰ੍ਹਾਂ ਦੀ ਜਿਹੜੀ ਉਹ ਜੀਵਨ ਜਾਚ ਆ ਉਹਨੂੰ ਜਿਹੜਾ ਹੈ ਉਹ ਸਦਾਚਾਰ ਕਹਿੰਦੇ ਆ। ਸਦਾਚਾਰ ਤਾਂ ਬਹੁਤ ਹੀ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਦੋਂ ਜ਼ਿੰਦਗੀ ਦਾ ਹਿੱਸਾ ਬਣ ਜਾਣ, ਤੁਸੀਂ ਸੱਚ ਦੇ ਪੁਜਾਰੀ ਹੋ ਰਹੇ ਹੋ, ਸੱਚ ਬੋਲਣ ਲੱਗ ਪਓ, ਸੱਚ ਦਾ ਜੀਵਨ ਜੀਣ ਲੱਗ ਪਓ, ਤੁਸੀਂ ਅਹਿੰਸਾ ਦੇ ਜਿਹੜੇ ਆ ਖਿਲਾਫ ਹੋ ਜਾਓ, ਅਹਿੰਸਾ ਦੇ ਉੱਤੇ ਤੁਹਾਡੇ ਦੇ ਵਿੱਚ ਵੰਡ ਛਕਣ ਜਿਹਨੂੰ ਤਿਆਗ ਕਹਿੰਦੇ ਆ, ਕਿ ਸਾਰੀਆਂ ਚੀਜ਼ਾਂ ਦੇ ਤੁਸੀਂ ਨਾ ਮਾਲਕ ਬਣ ਕੇ ਬਹਿ ਜਾਓ। ਇਹ ਕਹੋ ਕਿ ਜੋ ਮੇਰੇ ਕੋਲ ਆ ਗਿਆ ਇਹ ਸਾਰੇ ਦਾ ਮੈਂ ਹੀ ਮਾਲਕ ਹੈ। ਉਹਦਾ ਤਿਆਗ ਕਰਕੇ ਲੋਕਾਂ ਵਿੱਚ ਵੰਡ ਕੇ ਛਕੋ। ਫਿਰ ਜਿਹੜੀ ਮਨੁੱਖਤਾ ਹੈ, ਪਸ਼ੂ ਪੰਛੀ ਆ, ਉਹਨਾਂ ਦੇ ਉੱਤੇ ਦਇਆ ਕਰੋ। ਤੁਹਾਡੇ ਵਿੱਚ ਫਿਰ ਕਿਸੇ ਦਾ ਦੁੱਖ ਵੇਖ ਕੇ, ਜਿਹਨੂੰ ਕਰਨਾ ਸ਼ਬਦ ਹਿੰਦੀ ਦੇ ਵਿੱਚ ਕਹਿੰਦੇ ਆ ਜਾਂ ਪੰਜਾਬੀ ਦੇ ਵੀ ਇਹਨੂੰ ਇਸ ਸ਼ਬਦ ਨੂੰ ਪ੍ਰਵਾਨ ਕਰ ਲਿਆ ਹੈ, ਤੁਹਾਡਾ ਹਿਰਦਾ ਜਿਹੜਾ ਉਹ ਕਰੁਣਾਮਈ ਹੋ ਜਾਏ। ਕਿਸੇ ਦੇ ਦੁੱਖ ਨੂੰ ਤੁਸੀਂ ਆਪਣਾ ਦੁੱਖ ਸਮਝੋ, ਤੁਸੀਂ ਸਮਝੋ ਕਿ ਇਸ ਦੁੱਖ ਦੇ ਵਿੱਚ ਮੈਂ ਹੋਵਾਂ ਤੇ ਮੇਰੀ ਕੀ ਸਥਿਤੀ ਹੋਏਗੀ, ਉਹਨੂੰ ਅਪਣਾ ਲਓ। ਫਿਰ ਉਸ ਤੋਂ ਬਾਅਦ ਤੁਹਾਡੇ ਵਿੱਚ ਮਮਤਾ ਆ ਜਾਏ, ਤੁਸੀਂ ਲੋਕਾਂ ਨੂੰ ਪਿਆਰ ਕਰੋ, ਆਪਣੇ ਬੱਚਿਆਂ ਨੂੰ ਪਿਆਰ ਕਰੋ, ਆਪਣੇ ਵੱਡਿਆਂ ਨੂੰ ਮਾਂ-ਬਾਪ ਵਾਂਗੂ ਸਮਝੋ। ਫਿਰ ਤੁਸੀਂ ਥੋੜ੍ਹੇ ਜਿਹੇ ਪਰਉਪਕਾਰੀ ਵੀ ਹੋ ਜਾਓ ਕਿ ਜਦੋਂ ਤੁਹਾਡੇ ਕੋਲ ਸੋਮਿਆਂ ਦੀ ਬਹੁਤਾਤ ਹੋ ਜੇ ਤੇ ਤੁਸੀਂ ਆਪਣੀਆਂ ਲੋੜਾਂ ਦੇ ਵਿੱਚੋਂ ਵੀ ਕੁਛ ਲੋੜ ਜਿਹੜੀ ਕੱਢ ਕੇ, ਜਿਹਨੂੰ ਆਪਾਂ ਕਹਿੰਦੇ ਆ ਕੁਝ ਹਿੱਸਾ, ਜੋ ਸਾਡੀਆਂ ਅਰਨਿੰਗਸ ਵੀ ਹੈਗੀਆਂ ਨੇ, ਜੋ ਸਾਡੀਆਂ ਸੋਚਾਂ ਹੈਗੀਆਂ ਨੇ, ਜੋ ਸਾਡੇ ਤੋਂ ਪਹਿਨਣ ਖਾਣ ਵਰਤਣ ਲਈ ਪਦਾਰਥ ਨੇ, ਉਹਦੇ ਵਿੱਚੋਂ ਵੀ ਕੁਝ ਹਿੱਸਾ ਅਸੀਂ ਪਰਉਪਕਾਰੀ ਹੋ ਕੇ ਜਿਹੜਾ ਦੂਸਰੇ ਨੂੰ ਲਾਈਏ। ਇਹ ਜਦੋਂ ਸਾਰਾ ਕੁਝ ਹੀ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣ ਜੇ ਤੇ ਫਿਰ ਜਿਹੜਾ ਉਹ ਤੁਹਾਡਾ ਸੱਚਾ ਆਚਰਣ ਜਿਹੜਾ ਉਹ ਬਣ ਜਾਂਦਾ ਹੈ। ਤੇ ਜਦੋਂ ਮਨੁੱਖ ਦਾ ਫਿਰ ਆਚਰਣ ਸੱਚਾ ਹੋ ਜਾਏਗਾ, ਜਦੋਂ ਮਨੁੱਖ ਸਦਾਚਾਰੀ ਹੋ ਜਾਏਗਾ, ਸਾਰਾ ਕੁਝ ਜਦੋਂ ਇਹ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਹਿਜੇ ਸਹਿਜੇ ਅਪਣਾ ਲੈਂਦਾ ਹੈ। ਔਰ ਬਹੁਤ ਸਾਰੇ ਸਧਾਰਨ ਲੋਕ ਜਿਹੜੇ ਆ ਸਾਨੂੰ ਬਹੁਤ ਵੱਡੇ ਸਦਾਚਾਰੀ ਜਿਹੜੇ ਆ ਉਹ ਲੱਭ ਜਾਣਗੇ। ਸਦਾਚਾਰ ਇਸ ਤਰ੍ਹਾਂ ਦਾ ਨਹੀਂਗਾ ਕਿ ਤੁਸੀਂ ਕੋਈ ਬਹੁਤ ਵੱਡੇ ਜੰਗਲਾਂ 'ਚ ਚਲ ਜਾਓ, ਉੱਥੇ ਜਾ ਕੇ ਤੁਸੀਂ ਕੋਈ ਭਗਤੀ ਕਰੋ, ਮਨੁੱਖਤਾ ਦੇ ਵਿੱਚ ਨਾ ਵਿਚਰੋ, ਇਹੋ ਜਿਹੀ ਨਹੀਂ। ਇਹ ਮਨੁੱਖਤਾ ਦੇ ਵਿੱਚ ਰਹਿੰਦਿਆਂ ਹੋਇਆਂ ਹੀ, ਸਾਰੇ ਸੰਸਾਰਕ ਜੀਵਨ ਦੇ ਵਿੱਚ ਜਿਉਂਦਿਆਂ ਹੋਇਆਂ ਹੀ ਜਦੋਂ ਅਸੀਂ ਅੱਛੇ ਕੰਮ ਕਰਦੇ ਹਾਂ ਤੇ ਉਹ ਫਿਰ ਅਸੀਂ ਸਦਾਚਾਰੀ ਮਨੁੱਖ ਬਣ ਜਾਂਦੇ ਹਾਂ। ਸੋ ਸਦਾਚਾਰ ਤੋਂ ਬਿਨਾਂ ਜਿਹੜੀ ਜ਼ਿੰਦਗੀ ਆ ਉਹ ਬਿਲਕੁਲ ਅਧੂਰੀ ਹੈ। ਉਹ ਵਿਖਾਵੇ ਦੀ ਜ਼ਿੰਦਗੀ ਆ, ਉਹ ਕੋਈ ਅਸਲੀ ਜ਼ਿੰਦਗੀ ਨਹੀਂ ਹੈਗੀ। ਔਰ ਅਸੀਂ ਆਪਣੇ ਵਿੱਚ ਆਮ ਤੌਰ ਦੇ ਉੱਤੇ ਹੀ ਤੁਹਾਨੂੰ ਬਹੁਤ ਸਾਰੇ ਸਦਾਚਾਰੀ ਲੋਕ ਵੀ ਮਿਲ ਜਾਣਗੇ। ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਕਿ ਸਦਾਚਾਰ ਜਿਹੜਾ ਹੈ ਉਹ ਕੋਈ ਇਸ ਤਰ੍ਹਾਂ ਦੀ ਪਦਵੀ ਹੈ ਕਿ ਜਿਹੜੇ ਸਧਾਰਨ ਮਨੁੱਖ ਪ੍ਰਾਪਤ ਨਹੀਂ ਕਰਦੇ। ਬਹੁਤੀ ਵਾਰ ਜਿਹੜੇ ਸਧਾਰਨ ਮਨੁੱਖ ਹੁੰਦੇ ਨੇ ਉਹ ਜ਼ਿਆਦਾ ਸਦਾਚਾਰੀ ਹੁੰਦੇ ਨੇ, ਉਹ ਪਰਪੱਕ ਸਦਾਚਾਰੀ ਹੁੰਦੇ ਨੇ, ਔਰ ਉਹ ਜੀਵਨ ਦੇ ਵਿੱਚ ਜਿਹੜਾ ਇਹ ਮਨੁੱਖਤਾ ਨੂੰ ਪਰਨਾਏ ਹੁੰਦੇ ਨੇ। ਔਰ ਮਨੁੱਖਤਾ ਲਈ ਤੁਸੀਂ ਬਹੁਤ ਉੱਤਮ ਜਿਹੜੀਆਂ ਮਿਸਾਲਾਂ ਪੈਦਾ ਕਰ ਜਾਂਦੇ ਨੇ, ਉੱਤਮ ਕੰਮ ਕਰਦੇ ਨੇ। ਔਰ ਅਸੀਂ ਸਦਾਚਾਰੀ ਮਨੁੱਖ ਬਹੁਤ ਵਾਰ ਆਪਣੇ ਚਿਗਿਰਦੇ ਦੇ ਵਿੱਚ ਵੇਖਦੇ ਹਾਂ, ਕਿਉਂਕਿ ਉਹਨਾਂ ਦੇ ਵਿੱਚ ਬਨਾਵਟੀਪਣ ਕੁਛ ਨਹੀਂ ਹੁੰਦਾ, ਜੋ ਕੁਝ ਹੁੰਦਾ ਉਹ ਓਰੀਜਨੈਲਿਟੀ ਹੁੰਦੀ ਆ। ਇਸ ਕਰਕੇ ਬਹੁਤੀ ਵਾਰ ਕਈ ਵਾਰ ਅਸੀਂ ਸਦਾਚਾਰੀ ਮਨੁੱਖਾਂ ਦੀ ਪਛਾਣ ਵੀ ਨਹੀਂ ਕਰਦੇ ਆਪਣੇ ਚਿਗਿਰਦੇ 'ਚ। ਪਰ ਸਾਡੇ ਚਿਗਿਰਦੇ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ ਉਹ ਸਦਾਚਾਰੀ ਨੇ। ਤਦੇ ਹੀ ਸਮਾਜ ਜਿਹੜਾ ਇੱਕ ਨਿਯਮਬੱਧ ਹੋ ਕੇ ਚੱਲ ਰਿਹਾ ਹੈ, ਔਰ ਸਮਾਜ ਜਿਹੜਾ ਹੈ ਉਹ ਮਨੁੱਖਤਾ ਨੂੰ ਪਰਨਾਇਆ ਹੋਇਆ ਹੈ। ਔਰ ਲੋਕ ਜਿਹੜੇ ਆ ਉਹ ਜਦੋਂ ਵੀ ਕਿਤੇ ਕੋਈ ਮਨੁੱਖਤਾ ਦੇ ਲਈ ਘਾਤਕ ਗੱਲ ਹੁੰਦੀ ਆ ਉਹਦੇ ਉੱਤੇ ਹਾਂ ਦਾ ਨਾਅਰਾ ਮਾਰਦੇ ਨੇ। ਸੋ ਸਦਾਚਾਰ ਦੀ ਜਿਹੜੀ ਅਵਸਥਾ ਹੈ ਉਹ ਬਹੁਤ ਜੰਗਲਾਂ ਵਿੱਚ ਬੈਠ ਕੇ ਜਾਂ ਬਹੁਤ ਵੱਡੇ ਧਾਰਮਿਕ ਸਥਾਨਾਂ ਦੇ ਵਿੱਚ ਬੈਠ ਕੇ ਜਾਂ ਆਪਣੇ ਆਪ ਨੂੰ ਕੁਝ ਕੁਟੀਆਂ ਦੇ ਵਿੱਚ ਬੰਦ ਕਰਕੇ ਭਗਤੀ ਕਰਨ ਵਾਲਾ ਸਦਾਚਾਰ ਜਿਹੜਾ ਹੈ ਉਹ ਮਨੁੱਖ ਨਹੀਂ ਹੁੰਦਾ। ਮਨੁੱਖ ਉਹੀ ਆ ਜਿਹੜਾ ਮਨੁੱਖਤਾ ਦੇ ਵਿੱਚ ਆਮ ਲੋਕਾਂ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਮਨੁੱਖਤਾ ਪ੍ਰਤੀ ਹਾਂ ਦਾ ਨਾਅਰਾ ਮਾਰਦਾ ਹੈ, ਔਰ ਕੁਛ ਨਾ ਕੁਛ ਉਹ ਮਨੁੱਖਤਾ ਦੀ ਜਿਹੜਾ ਹੈ ਉਹ ਸੋਚਦਾ ਹੈ, ਉਹਦੇ ਲਈ ਕਰਦਾ ਹੈ। ਸੋ ਇਹ ਸਦਾਚਾਰ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਇਹਦੇ ਲਈ ਕੋਈ ਬਹੁਤ ਵੱਡੇ ਜਿਹੜੇ ਆ ਉਹ ਇਸ ਤਰ੍ਹਾਂ ਨਹੀਂ, ਮਨੁੱਖ ਥੋੜ੍ਹਾ ਜਿਹਾ ਸੰਜਮੀ ਹੋ ਜੇ, ਥੋੜ੍ਹਾ ਜਿਹਾ ਠੀਕ ਤਰ੍ਹਾਂ ਨਾਲ ਜ਼ਿੰਦਗੀ ਜੀਉਣ ਲੱਗ ਪਏ
ਤੇ ਸਾਨੂੰ ਬਹੁਤ ਸਾਰੇ ਸਦਾਚਾਰੀ ਮਨੁੱਖ ਜਿਹੜੇ ਆ ਉਹ ਜ਼ਿੰਦਗੀ ਦੇ ਵਿੱਚ ਫਿਰਦਿਆਂ ਤੁਰਦਿਆਂ ਹੀ ਮਿਲ ਜਾਣਗੇ। ਬਿਲਕੁਲ ਹੰਸਪਾਲ ਜੀ, ਜਦੋਂ ਆਪਾਂ ਵੱਖ-ਵੱਖ ਜਿਹੜੇ ਸੱਭਿਆਚਾਰ ਆ ਜਾਂ ਵੱਖਰੇ ਵੱਖਰਾ ਦੁਨੀਆ ਦੇ ਜਿਹੜੀਆਂ ਸੱਭਿਅਤਾਵਾਂ ਹੋਈਆਂ ਉਹਨਾਂ ਤੇ ਨਿਗਾਹ ਮਾਰਦੇ ਆ ਤੇ ਦੇਖੋ ਸ਼ਬਦ ਤੇ ਸਭ ਜਗ੍ਹਾ ਹੀ ਮਿਲਦੇ ਆ। ਜਿੱਦਾਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਮੋਰੈਲਿਟੀ ਤੋਂ ਮੋਰਲ ਆਇਆ, ਤੇ ਮੋਰਲ ਆਪਾਂ ਜਿੱਦਾਂ ਸਮਝਦੇ ਹਾਂ ਅੰਗਰੇਜ਼ੀ ਭਾਸ਼ਾ 'ਚ ਬਹੁਤ ਸਾਰੇ ਲਤੀਨੀ ਭਾਸ਼ਾ ਦੇ ਸ਼ਬਦ ਆ, ਤੇ ਇਹ ਜਿਹੜਾ ਸ਼ਬਦ ਹੈ ਨਾ ਜੀ ਮੋਰੈਲਿਟੀ ਤੇ ਮੋਰਲ, ਇਹ ਵੀ ਲਤੀਨੀ ਭਾਸ਼ਾ ਦੇ ਮੋਰਿਜ ਤੋਂ, ਮੈਂ ਜਦੋਂ ਅੱਜ ਤਿਆਰੀ ਕਰ ਰਿਹਾ ਸੀ ਥੋੜ੍ਹੀ ਜਿਹੀ ਮੈਂ ਦੇਖ ਰਿਹਾ ਸੀਗਾ, ਮੋਰਿਜ ਸ਼ਬਦ ਤੋਂ ਕਨਵਰਟ ਹੋ ਕੇ ਆਇਆ। ਯਾਨੀ ਕਿ ਜਿਹੜੀ ਉਸ ਸਮੇਂ ਦੀ ਸੱਭਿਅਤਾ ਆ, ਪੁਰਾਤਨ ਸੱਭਿਅਤਾ, ਜਦੋਂ ਇਹ ਸ਼ਬਦ ਇਜਾਦ ਹੁੰਦੇ ਆ ਉਦੋਂ ਵੀ ਲੋਕਾਂ ਵਿੱਚ ਇਹਨਾਂ ਚੀਜ਼ਾਂ ਦੀ ਵਿਚਾਰ ਚਰਚਾ ਜਿਹੜੀ ਆ ਉਹ ਚੱਲਦੀ ਆਈ ਆ। ਇਹ ਕੋਈ ਮਤਲਬ ਮਾਡਰਨ ਯੁੱਗ ਦਾ ਕਨਸੈਪਟ ਨਹੀਂ ਹੈ ਮੋਰੈਲਿਟੀ ਜਾਂ ਮੋਰਲ ਜਾਂ ਜੋ ਅਸੀਂ ਗੱਲ ਕਰ ਰਹੇ ਹਾਂ। ਇਹ ਲਗਾਤਾਰ ਜਦੋਂ ਦੀ ਮਨੁੱਖੀ ਸਮਾਜ ਦੀ ਹੋਂਦ ਆ, ਸ਼ਾਇਦ ਕਬੀਲਾ ਯੁੱਗ ਤੋਂ ਬਾਅਦ ਜਦੋਂ ਵਿਅਕਤੀ ਜਿਹੜੇ ਸਮਾਜਿਕ ਬੰਧਨਾਂ 'ਚ ਬੱਝੇ, ਉਦੋਂ ਤੋਂ ਹੀ ਇਹ ਚੀਜ਼ਾਂ ਜਿਹੜੀਆਂ ਨਾਲ ਦੀ ਨਾਲ ਜਿਹੜੇ ਉਹ ਚੱਲਣੀਆਂ ਸ਼ੁਰੂ ਹੋ ਗਈਆਂ। ਤੇ ਇਸੇ ਤਰ੍ਹਾਂ ਹੀ ਇਹ ਜਿਹੜਾ ਸ਼ਬਦ ਹੈ ਇਹਦੇ ਸਮਾਨ ਅਰਥ ਜਿਹੜੇ ਆ ਉਹ ਹੈਗੇ ਆ ਐਥਿਕਸ, ਜਦੋਂ ਆਪਾਂ ਕਹਿੰਦੇ ਆ। ਤੇ ਹਾਂ, ਤੇ ਐਥਿਕਸ ਵੀ ਜਨਾਨੀ ਸ਼ਬਦ ਜਿਹੜਾ ਇਥੋਸ ਤੋਂ ਨਿਕਲ ਕੇ ਆਇਆ, ਜਿਹਦਾ ਮਤਲਬ ਹੁੰਦਾ ਰਿਵਾਜ ਤੇ ਵਰਤੋਂ, ਸੁਭਾਅ ਜਾਂ ਤੁਹਾਡੇ ਸਮਾਜਿਕ ਢਾਂਚੇ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਉਸ ਸਮੇਂ ਦੀਆਂ ਰਵਾਇਤਾਂ ਨੇ, ਜਿਨ੍ਹਾਂ ਨੂੰ ਅਸੀਂ ਰਿਵਾਜ ਵੀ ਹੁਣ ਕਹਿ ਦਿੰਦੇ ਹਾਂ, ਉਹਨਾਂ 'ਚੋਂ ਇਹ ਨਿਕਲੇ ਹੋਏ ਸ਼ਬਦ ਹੈ। ਦੇਖੋ ਕਿੰਨੇ ਬਹੁ ਅਰਥੀ ਸ਼ਬਦ ਨੇ ਜਿਹੜੇ ਇੱਕ ਸ਼ਬਦ ਦੇ ਵਿੱਚ ਇੰਨਾ ਕੁਝ ਸੰਭਾਲ ਕੇ ਬੈਠੇ ਹੋਏ ਆ। ਤੁਹਾਡੀਆਂ ਸੱਭਿਅਤਾਵਾਂ ਦੇ ਪੂਰੇ ਰੀਤੀ ਰਿਵਾਜ ਜਿਹੜੇ ਆ ਉਹ ਵੀ ਨਾਲ ਚੱਲਦੇ ਆ। ਇਕੱਲਾ ਸਦਾਚਾਰ ਮਨੁੱਖ ਦਾ ਇੱਕ ਆਚਰਣ ਦਾ ਗੁਣ ਨਹੀਂ, ਪੂਰੇ ਸਮਾਜ ਨੂੰ ਆਪਣੇ ਲਪੇਟੇ 'ਚ ਨਾਲ ਲੈ ਕੇ ਚੱਲਦੇ ਮੇਰੇ ਖਿਆਲ 'ਚ। ਔਰ ਇਹ ਗੁਰੂ ਸਾਹਿਬ ਦਾ ਨਾ ਗੁਰਬਾਣੀ ਦੇ ਜੇ ਅਸੀਂ ਚੱਲੀਏ, ਹਾਲਾਂਕਿ ਅਸੀਂ ਸਾਡੀ ਇਹ ਸ਼ਾਇਦ ਜ਼ਿੰਦਗੀ 'ਚ ਕੋਈ ਸਾਡੇ ਤੇ ਬਖਸ਼ਿਸ਼ ਨਹੀਂ ਹੈਗੀ ਕਿ ਅਸੀਂ ਗੁਰਬਾਣੀ ਦੇ ਉੱਤੇ ਬਹੁਤ ਸਾਰਾ ਅਧਿਐਨ ਨਹੀਂ ਕਰ ਸਕੇ ਦੋਨੋਂ ਜਣੇ, ਬਟ ਇਹ ਜਿਹੜਾ ਸ਼ਬਦ ਆ ਸਦਾਚਾਰ ਜਿਹੜਾ ਸ਼ਬਦ ਆ ਇਹ ਵਿਵਹਾਰ ਸ਼ਬਦ ਇੱਕ ਆਉਂਦਾ ਹੈ ਗੁਰਬਾਣੀ ਦੇ ਵਿੱਚ, ਔਰ ਬਹੁਤ ਜਗ੍ਹਾ ਆਉਂਦਾ ਹੈ ਵਿਵਹਾਰ। ਬੱਬੇ ਨੂੰ ਸਿਹਾਰੀ ਉੜੇ ਨੂੰ ਕੜਾਹੇ ਨੂੰ ਕੰਨਾ ਰਾਰਾ। ਵਿਹਾਰ ਦੇ ਵੀ ਜਦੋਂ ਮੈਂ ਵੱਖਰੇ ਸਰੋਤਾਂ ਤੋਂ ਅਰਥ ਪਤਾ ਕੀਤੇ ਤੇ ਉਹਨਾਂ ਦਾ ਜਿਹੜਾ ਅਸਲੀ ਸ਼ਬਦੀ ਅਰਥ ਨਿਕਲਦਾ ਸੀ ਉਹ ਸਦਾਚਾਰ ਹੀ ਨਿਕਲਦਾ ਸੀ। ਸੋ ਉੱਥੇ ਗੁਰੂ ਨਾਨਕ ਸਾਹਿਬ ਵੀ ਇੱਕ ਆਦੇਸ਼ ਦਿੰਦੇ ਆ ਸਾਡੇ, ਕਰ ਮਨ ਮੇਰੇ ਸਤ ਵਿਵਹਾਰ। ਮਤਲਬ ਗੁਰੂ ਸਾਹਿਬ ਦਾ ਇਹ ਆਦੇਸ਼ ਹੀ ਹੈ ਕਿ ਉਹ ਤੂੰ ਇਹ ਮਨੁੱਖ, ਇਹ ਮੇਰੇ ਮਨ ਉਹ ਮਨੁੱਖ ਨੂੰ ਕਹਿੰਦੇ ਆ ਕਿ ਇਹ ਮਨੁੱਖ ਤੂੰ ਸੱਤ ਦਾ ਵਿਹਾਰ ਕਰ। ਇਹ ਗੁਰੂ ਸਾਹਿਬ ਦੀ ਜਿਹੜੀ ਮੁੱਢਲੀ ਗੁਰਬਾਣੀ ਆ ਉਹਦੇ ਵਿੱਚ ਹੀ ਗੁਰੂ ਸਾਹਿਬ ਦਾ ਇਹ ਪਹਿਲੇ ਪਾਤਸ਼ਾਹ ਦਾ ਜਿਹੜਾ ਇਹ ਹੈਗਾ। ਸੋ ਜ਼ਿੰਦਗੀ ਦੇ ਜਿਹੜੇ ਚੱਲਣ, ਜਿਹੜੇ ਜ਼ਿੰਦਗੀ ਦੇ ਮਾਰਗ ਨੇ, ਉਹਨਾਂ ਸਾਰੇ ਵੱਖ ਮਾਰਗਾਂ ਤੇ ਹੀ ਉਹ ਜਿਹੜਾ ਚੱਲਦੇ ਆ। ਤੇ ਫਿਰ ਅਸੀਂ ਜਦੋਂ ਸਦਾਚਾਰ ਦੇ ਜੀਵਨ ਨੂੰ ਅਪਣਾ ਲੈਂਦੇ ਆ ਤੇ ਸਦਾਚਾਰ ਜਿਹੜਾ ਇਹ ਫਿਰ ਸਾਨੂੰ ਜੀਵਨ ਦੇ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਉਹ ਕਰਦਾ ਹੈ। ਔਰ ਮਨੁੱਖਾ ਜੀਵਨ ਜਿੱਥੇ ਜਿਹੜਾ ਲੋਕ ਸਦਾਚਾਰੀ ਹੁੰਦੇ ਨੇ, ਜਿੱਥੇ ਉਹ ਆਪ ਸੋਹਣਾ ਜੀਵਨ ਜੀਂਦੇ ਨੇ, ਆਪ ਉਹ ਮਨੁੱਖੀ ਜਾਮੇ ਦੇ ਵਿੱਚ ਇਹ ਜਿਹੜਾ ਸਾਨੂੰ ਜੀਵਨ ਮਿਲਿਆ ਹੈ ਇਹਨੂੰ ਉੱਤਮ ਬਣਾਉਂਦੇ ਨੇ। ਉਹ ਆਪਣੇ ਫਿਰ ਚਗਿਰਦੇ ਦੇ ਵਿੱਚ ਵੀ ਬਹੁਤ ਸਾਰੀਆਂ ਸੁਗੰਧੀਆਂ ਫੈਲਾਉਂਦੇ ਨੇ ਔਰ ਬਹੁਤ ਸਾਰੇ ਉੱਤਮ ਵਿਚਾਰ ਛੱਡਦੇ ਨੇ। ਔਰ ਉਹ ਜਿਹੜੇ ਵਿਚਾਰ ਨੇ ਉਹ ਫਿਰ ਮਨੁੱਖਤਾ ਨੂੰ ਪ੍ਰਣਾਏ ਹੁੰਦੇ ਨੇ। ਤੇ ਮਨੁੱਖਤਾ ਜਿਹੜੀ ਆ ਉਹ ਜਦੋਂ ਅੱਗੇ ਵੱਧਦੀ ਆ ਤੇ ਫਿਰ ਉਹ ਜਿਸ ਸੱਭਿਅਤਾ ਦੇ ਵਿੱਚ ਜਿਸ ਸਮੇਂ ਵਿੱਚ ਰਹਿ ਰਹੇ ਹੁੰਦੇ ਆ, ਉਹ ਸਮਾਂ ਵੀ ਜਿਹੜਾ ਉਹ ਉੱਤਮ ਬਣਦਾ ਜਾਂਦਾ ਹੈ। ਤੇ ਗੁਰੂ ਸਾਹਿਬ ਇਸ ਸੰਬੰਧੀ ਇੱਕ ਆਦੇਸ਼ ਹੀ ਕਰਦੇ ਨੇ ਇੱਕ ਥਾਂ ਤੇ ਕਿ ਅਵਗਣ ਛੋਡੋ ਗੁਣ ਕਰੋ ਐਸੇ ਤਤ ਪ੍ਰਵਾਹ। ਮਤਲਬ ਉਹ ਕਹਿੰਦੇ ਜੇ ਤੁਸੀਂ ਔਗਣ ਛੱਡੀ ਜਾਓਗੇ, ਗੁਣ ਕਰੀ ਜਾਓਗੇ, ਲੋਕਾਂ ਦਾ ਭਲਾ ਕਰੀ ਜਾਓਗੇ, ਤੇ ਇਹ ਜਿਹੜੇ ਤੱਤ ਨੇ ਇਹ ਫਿਰ ਜ਼ਿੰਦਗੀ ਦਾ ਪ੍ਰਵਾਹ ਬਣ ਜਾਂਦੇ ਨੇ, ਜ਼ਿੰਦਗੀ ਦਾ ਵੱਡਾ ਅਕੀਦਾ ਬਣ ਜਾਂਦੇ ਨੇ, ਜਿਸ ਅਕੀਦੇ ਤੇ ਚੱਲ ਕੇ ਜਿਹੜੀ ਮਨੁੱਖਤਾ ਜਿਹੜੀ ਆ ਉਹ ਬਹੁਤ ਵਧੀਆ ਬਣ ਜਾਂਦੀ ਆ। ਔਰ ਸਾਡਾ ਜਿਹੜਾ ਸਦਾਚਾਰ ਆ ਗੁਰੂ ਸਾਹਿਬ ਦੇ ਅਨੁਸਾਰ ਇਹਦੇ ਵਿੱਚ ਜਿਹੜਾ ਹੈ ਕਿ ਸਾਨੂੰ ਇੱਕ ਸ਼ਕਤੀ ਜਿਹੜੀ ਆ ਉਹਦੇ ਵਿੱਚ ਸ਼ਰਧਾ ਰੱਖਦੇ ਆ ਆਪਾਂ, ਅਸੀਂ ਹਿੰਸਕ ਹੁੰਦੇ ਆ, ਸਾਡੇ ਮਨ 'ਚ ਜੀਵਾਂ ਪ੍ਰਤੀ ਦਇਆ ਦੀ ਭਾਵਨਾ ਆਉਂਦੀ ਆ, ਅਸੀਂ ਇਮਾਨਦਾਰੀ 'ਚ ਬਣ ਜਾਂਦੇ ਆ। ਔਰ ਅਸੀਂ ਬ੍ਰਹਮਚਰਿਆ ਬ੍ਰਹਮਚਰਿਆ ਦਾ ਮਤਲਬ ਕਿ ਅਸੀਂ ਜਿਹੜਾ ਇਹ ਕੋਈ ਪੜ੍ਹਦੇ ਆ, ਅਧਿਐਨ ਕਰਦੇ ਆ। ਜਿਹੜਾ ਅਧਿਐਨ ਵੀ ਜਿਹੜਾ ਹੈ ਉਹ ਸਦਾਚਾਰ ਦਾ ਇੱਕ ਹਿੱਸਾ ਹੈ। ਅਧਿਐਨ ਤੋਂ ਬਿਨਾਂ ਵੀ ਸਦਾਚਾਰ ਦੀ ਜਿਹੜੀ ਆ ਉਹ ਪ੍ਰਾਪਤੀ ਨਹੀਂ ਹੁੰਦੀ। ਫਿਰ ਇਹੀ ਕਹਿੰਦੇ ਆ ਕਿ ਜਿਹੜਾ ਮਨ ਆ ਇਹਦੀ ਥੋੜੀ ਸ਼ੁੱਧਤਾ, ਕਿ ਮਨੁੱਖ ਜਿਹੜਾ ਕਾਮੀ ਨਾ ਹੋਏ, ਵੇਗੀ ਨਾ ਹੋਏ। ਜੇ ਮਨੁੱਖ ਸਦਾਚਾਰੀ ਆ ਤੇ ਉਹ ਹਮੇਸ਼ਾ ਹੀ ਸਦਾਚਾਰ ਦੇ ਵਿੱਚ ਰਹਿੰਦਾ ਹੈ, ਉਹ ਕਾਮੀ ਨਹੀਂ ਹੁੰਦਾ।
ਤੇ ਗੁਰੂ ਸਾਹਿਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਾਨੂੰ ਉਦਾਹਰਨਾਂ ਦਿੰਦੇ ਆ। ਉਹ ਤੇ ਇੱਥੋਂ ਤੱਕ ਵੀ ਕਹਿੰਦੇ ਆ ਕਿ ਅਸੀਂ ਫਿਰ ਜਦੋਂ ਮਨੁੱਖ ਸਦਾਚਾਰੀ ਹੋ ਜਾਂਦਾ ਹੈ ਤੇ ਉਹਨੂੰ ਗੈਰ ਜ਼ਰੂਰੀ ਕ੍ਰੋਧ ਨਹੀਂ ਆਉਂਦਾ, ਉਹਨੂੰ ਛੋਟੀ ਜਿਹੀ ਗੱਲ ਜਿਹੜੀ ਆ ਕ੍ਰੋਧਿਤ ਨਹੀਂ ਕਰ ਸਕਦੀ। ਫਿਰ ਉਹ ਕਈ ਵਾਰ ਵੱਡੀਆਂ ਘਟਨਾਵਾਂ ਪ੍ਰਤੀ ਉਹ ਕ੍ਰੋਧਿਤ ਹੁੰਦਾ ਹੈ। ਜਦੋਂ ਕ੍ਰੋਧਿਤ ਹੁੰਦਾ ਤੇ ਉੱਥੇ ਉਹ ਸੱਚ ਨਾਲ ਖੜਾ ਹੁੰਦਾ ਹੈ ਕ੍ਰੋਧਿਤ ਹੋ ਕੇ। ਫਿਰ ਉਹ ਇਸ ਤਰ੍ਹਾਂ ਦਾ ਕੋਈ ਕੁਰਾਹਾ ਨਹੀਂ ਅਪਣਾਉਂਦਾ। ਸੋ ਇਹ ਸਾਰੀਆਂ ਜਿਹੜੀਆਂ ਭਾਵਨਾਵਾਂ ਸਾਨੂੰ ਜਦੋਂ ਗੁਰੂ ਸਾਹਿਬ ਦਿਖਾਉਂਦੇ ਆ, ਫਿਰ ਉਹ ਕਹਿੰਦੇ ਜੋ ਤੁਹਾਡੇ ਕਰਤੱਵ ਨੇ, ਜੋ ਡਿਊਟੀ ਹੈ, ਜਿੱਥੇ ਜਿੱਥੇ ਵੀ ਤੁਹਾਡੀ ਸੰਸਾਰ ਦੇ ਵਿੱਚ ਡਿਊਟੀ ਆ, ਉਹਨੂੰ ਇਮਾਨਦਾਰੀ ਦੇ ਨਾਲ ਜਿਹੜਾ ਹੈ ਤੁਸੀਂ ਅਪਣਾਓ, ਨੈਤਿਕ ਹੋ ਜਾਓ। ਜਦੋਂ ਤੁਸੀਂ ਨੈਤਿਕ ਹੋ ਜਾਂਦੇ ਆ, ਅਸੀਂ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਆ। ਅਸੀਂ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਪਰਿਵਾਰਕ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਆ। ਔਰ ਉੱਥੇ ਕੀ ਕੀ ਸਾਡੇ ਕਰਤੱਵ ਨੇ ਉਹਨਾਂ ਦੇ ਜਦੋਂ ਅਸੀਂ ਸੁਚੇਤ ਹੋ ਜਾਂਦੇ ਆ ਤੇ ਮਨੁੱਖ ਜਿਹੜਾ ਹੈ ਉਹ ਫਿਰ ਸਦਾਚਾਰ ਵੱਲ ਜਿਹੜਾ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ ਹੈ। ਔਰ ਦੂਸਰੀ ਗੱਲ ਇਹ ਆ ਕਿ ਜਦੋਂ ਅਸੀਂ ਫਿਰ ਇਹ ਇਸ ਤਰ੍ਹਾਂ ਦੀ ਅਵਸਥਾ ਵਿੱਚ ਆ ਜਾਂਦੇ ਆ, ਅਸੀਂ ਫਿਰ ਸਤਿਗੁਣਾਂ ਨੂੰ ਜਿਹੜਾ ਹੈ ਅਪਣਾਉਣਾ ਸ਼ੁਰੂ ਕਰ ਦਿੰਦੇ ਆ। ਜਦੋਂ ਸਤਿਗੁਣਾਂ ਨੂੰ ਅਪਣਾਉਣਾ ਸ਼ੁਰੂ ਕਰ ਦਿੰਦੇ ਆ ਤੇ ਫਿਰ ਅਸੀਂ ਤੇ ਪਰਮ ਮਨੁੱਖ ਵਾਲੇ ਪਾਸੇ, ਸਧਾਰਨ ਮਨੁੱਖ ਜਿਹੜੇ ਜੀਵਨ ਦੇ ਵਿੱਚ ਰਹਿੰਦੇ ਆ, ਗ੍ਰਸਤ ਜੀਵਨ ਦੇ ਵਿੱਚ ਰਹਿੰਦੇ ਆ, ਸਾਰੇ ਸੰਸਾਰਕ ਕੰਮ ਕਰਦਿਆਂ ਉਹ ਫਿਰ ਜਿਹੜੇ ਆ ਬਹੁਤ ਸਦ ਆਚਾਰ ਵਾਲੇ ਮਨੁੱਖ ਬਣ ਜਾਂਦੇ ਆ। ਔਰ ਸਾਨੂੰ ਬਹੁ ਗਿਣਤੀ ਦੇ ਵਿੱਚ ਸਾਡਾ ਜਿਹੜਾ ਸਮਾਜ ਆ ਉਹਦੇ ਵਿੱਚ ਸਦਾਚਾਰੀ ਤੇ ਸੰਜਮ ਮਿਲਦੇ ਆ। ਜਿਹੜੇ ਸੰਜਮ ਨਾਲ ਕੰਮ ਕਰਦੇ ਆ, ਸੰਜਮ ਨਾਲ ਰਹਿੰਦੇ ਆ, ਭਾਣੇ 'ਚ ਰਹਿੰਦੇ ਆ, ਜੋ ਇਸ ਸੰਸਾਰ ਦੇ ਵਿੱਚ ਉਹਨਾਂ ਦੀਆਂ ਮਨੁੱਖਤਾ ਪ੍ਰਤੀ, ਆਪਣੇ ਜੀਵਨ ਪ੍ਰਤੀ ਡਿਊਟੀਆਂ ਨੇ, ਉਹਨਾਂ ਸਾਰੀਆਂ ਨੂੰ ਸਦਾਚਾਰੀ ਮਨੁੱਖ ਜਿਹੜੇ ਆ ਉਹ ਕਰਦੇ ਆ। ਔਰ ਬਹੁਤ ਹੀ ਜਿਹੜਾ ਉੱਤਮ ਜੀਵਨ ਵਾਲੇ ਪਾਸੇ ਜਿਹੜਾ ਹੈ ਫਿਰ ਮਨੁੱਖਤਾ ਨੂੰ ਲੈ ਜਾਂਦੇ ਆ। ਜੀ ਬਿਲਕੁਲ, ਗੁਰਬਾਣੀ ਦੇ ਹਵਾਲੇ ਨਾਲ ਤੁਸੀਂ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਐਕਸਪਲੇਨ ਕੀਤੀਆਂ ਨੇ। ਵੈਸੇ ਹੰਸਪਾਲ ਜੀ, ਜੇ ਉੱਦਾਂ ਦੁਨਿਆਵੀ ਪੱਧਰ 'ਤੇ ਵੀ ਵੇਖੀਏ ਤੇ ਇੱਕ ਨਿਯਮਾਵਲੀ ਆ, ਕਿਸਮ ਦੀ ਨਿਯਮ ਨੇ ਕੁਝ ਬਣੇ ਹੋਏ ਸਮਾਜ ਦੇ ਵਿੱਚ ਰਹਿਣ ਦੇ ਜਾਂ ਸਮਾਜ ਨੂੰ ਅੱਗੇ ਚੱਲਦਾ ਰੱਖਣ ਲਈ, ਜਿਹਦੇ ਵਿੱਚ ਇਹ ਜਿਹੜਾ ਸਦਾਚਾਰ ਆ ਇਹ ਬਹੁਤ ਅਹਿਮ ਚੀਜ਼ ਜਿਹੜੀ ਆ ਉਹ ਮੰਨੀ ਜਾ ਸਕਦੀ ਆ। ਕਿਉਂਕਿ ਜਿਹੜੇ ਨਿਯਮ ਨੇ, ਇਹਨਾਂ ਨਿਯਮਾਂ ਦੇ ਜਿਹੜਾ ਮੂਲ ਰੂਪ ਦੇ ਵਿੱਚ ਹੈ ਹੀ ਇਹਦਾ ਮਤਲਬ ਸੱਚ, ਜਿਹੜਾ ਸੱਚ ਹੈ ਉਹ ਹੀ, ਉਹਦਾ ਜਿਹੜਾ ਸੱਚ ਦਾ ਆਚਰਣ ਹੈ ਉਹਨੂੰ ਹੀ ਸਦਾਚਾਰ ਜਿਹੜਾ ਮੰਨਿਆ ਗਿਆ। ਇਹਦੇ ਵਿੱਚ ਜਿਹੜੇ ਬੇਸਿਕ ਪ੍ਰਿੰਸੀਪਲ ਮੰਨੇ ਗਏ ਉਹ ਸੱਚ, ਅਹਿੰਸਾ, ਤਿਆਗ, ਦਇਆ, ਕਰੁਣਾ, ਮਮਤਾ, ਪਰਉਪਕਾਰ, ਇਹ ਸਾਰੀਆਂ ਚੀਜ਼ਾਂ ਮਿਲਾ ਕੇ ਸਦਾਚਾਰ ਜਿਹੜਾ ਉਹ ਬਣਦਾ ਹੈ ਤੇ ਸਾਡੇ ਸਮਾਜ ਦੇ ਉੱਤੇ ਸੱਭਿਅਕ ਤੌਰ 'ਤੇ ਲਾਗੂ ਵੀ ਹੁੰਦਾ। ਅਤੇ ਇਹਨਾਂ ਦਾ ਮਨੁੱਖੀ ਜੀਵਨ ਨਾਲ ਇੰਨਾ ਡੂੰਘਾ ਰਿਸ਼ਤਾ ਹੈ ਕਿ ਜੇ ਕੋਈ ਮਨੁੱਖ ਇਹ ਤੋਂ ਥਿੜਕਦਾ ਤਾਂ ਫਿਰ ਸਮਾਜ ਦੇ ਜਿਹੜਾ ਬੇਸਿਕ ਆਧਾਰ ਆ, ਜਿਹੜੀਆਂ ਚੀਜ਼ਾਂ ਨੇ, ਉਹਨੂੰ ਵੱਡੀ ਭਾਰੀ ਸੱਟ ਵੱਜਦੀ ਆ। ਤੋ ਇਸ ਲਈ ਜਿਹੜਾ ਸਦਾਚਾਰ ਹੈ ਇਹ ਬਹੁਤ ਹੀ ਅਹਿਮ ਹੈ, ਵਿਅਕਤੀਗਤ ਨਾ ਹੋ ਕੇ ਮੇਰੇ ਖਿਆਲ ਸਮਾਜ ਲਈ ਵੀ, ਸਮੁੱਚੇ ਸਮਾਜ ਲਈ ਵੀ ਇੱਕ ਸਦਾਚਾਰਕ ਨਿਯਮਾਂ ਦੇ ਵਿੱਚ ਬੱਝੇ ਰਹਿਣ ਦਾ ਇੱਕ ਬੰਧਨ ਵੀ ਆ, ਜੇ ਉਹਨੂੰ ਨਿਭਾਇਆ ਜਾਵੇ। ਜੇ ਉਹਨੂੰ ਨਹੀਂ ਨਿਭਾਇਆ ਜਾਂਦਾ ਤਾਂ ਫਿਰ ਉਹਦੀ ਉਲੰਘਣਾ ਹੁੰਦੀ ਹੈ ਤੇ ਉਹਦੇ ਲਈ ਫਿਰ ਸਜ਼ਾਵਾਂ ਵੀ ਕਿਤੇ ਨਾ ਕਿਤੇ ਨਿਸ਼ਚਿਤ ਕੀਤੀਆਂ ਹੋਈਆਂ ਨੇ ਸਮਾਜ ਨੇ। ਗਿੱਲ ਸਾਹਿਬ, ਤੁਸੀਂ ਬਹੁਤ ਹੀ ਉੱਤਮ ਵਿਚਾਰ ਦਿੱਤਾ ਹੈ ਕਿ ਤੁਸੀਂ ਸਾਰੇ ਜਿਹੜੇ ਗੁਣ ਦੱਸੇ ਆ ਇਹ ਸਦਾਚਾਰੀ ਮਨੁੱਖ ਦੇ ਗੁਣ ਨੇ। ਮੈਂ ਇਹ ਵੇਖਦੇ ਮੈਂ ਸਦਾਚਾਰੀ ਸਿੰਪਲ ਜਿਹੇ ਸਧਾਰਨ ਜਿਹੇ ਲੋਕ ਸਦਾਚਾਰ ਦੇ ਉੱਤੇ, ਹੁਣ ਜਦੋਂ ਤੁਸੀਂ ਆਪ ਉਮਰ ਦੇ ਇਸ ਪੜਾਅ ਤੇ ਪਹੁੰਚ ਜਾਂਦੇ ਆ, ਜਦੋਂ ਤੁਸੀਂ ਛੋਟੇ ਹੁੰਦੇ ਆ ਤੁਹਾਨੂੰ ਉਹਨਾਂ ਲੋਕਾਂ ਬਾਰੇ ਬਹੁਤਾ ਜਿਹੜਾ ਗਿਆਨ ਨਹੀਂ ਹੁੰਦਾ, ਤੁਹਾਨੂੰ ਬਹੁਤ ਜਿੱਦਾਂ ਆਮ ਹੀ ਸਾਡੇ ਚਕਿਰਦੇ ਦੇ ਮਨੁੱਖ ਲੱਗਦੇ ਆ। ਪਰ ਜਦੋਂ ਤੁਸੀਂ ਹੁਣ ਬੈਠ ਕੇ ਉਹਨਾਂ ਮਨੁੱਖਾਂ ਦੇ ਜੀਵਨ ਨੂੰ ਜਾਂਚਦੇ ਜੇ, ਉਹਨਾਂ ਦਾ ਤੁਹਾਡੇ ਉੱਤੇ ਪ੍ਰਭਾਵ ਵੇਖਦੇ ਜੇ, ਤੇ ਉਹ ਬੜੇ ਹੀ ਸਦਾਚਾਰੀ ਮਨੁੱਖ ਜਿਹੜੇ ਨੇ ਉਹ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਮਿਲੇ ਹੋਣਗੇ। ਸਾਡੇ ਟੀਚਰ ਨੇ, ਸਾਡੇ ਪਿੰਡਾਂ ਦੇ ਵਿੱਚ ਵਿਚਰਨ ਵਾਲੇ ਮਨੁੱਖ ਨੇ, ਸਾਡੇ ਚੁਗਿਰਦੇ, ਸਾਡੀਆਂ ਨੌਕਰੀਆਂ ਵਿੱਚ ਮਿਲਣ ਵਾਲੇ ਵੀ ਤੁਹਾਨੂੰ ਬਹੁਤ ਸਾਰੇ ਨੌਕਰੀ ਵਾਲੇ ਜੀਵਨ ਦੇ ਵਿੱਚ ਵੀ ਸਦਾਚਾਰੀ ਮਨੁੱਖ ਜਿਹੜੇ ਮਿਲ ਜਾਂਦੇ। ਪਰ ਜਦੋਂ ਮੈਂ ਸਾਰਾ ਸਿਸਟਮ ਦੇ ਉੱਤੇ ਦੇਖ ਰਿਹਾ ਸੀ ਤੇ ਮੈਂ ਵੇਖਿਆ ਕਿ ਦੋ ਮੁੱਖ ਧਰਾਵਾਂ ਨੇ ਸੰਸਾਰ ਦੇ ਵਿੱਚ, ਜਿਹੜੀਆਂ ਬਿਲਕੁਲ ਸੰਸਾਰ ਦੀ ਦੋ ਹਿੱਸਿਆਂ 'ਚ ਵੰਡ ਕਰਦੀਆਂ ਨੇ। ਮਨੁੱਖਤਾ ਦੇ ਜਿਹੜੇ ਲੋਕ ਮਨੁੱਖਤਾ ਪ੍ਰਤੀ ਸੋਚਣ ਵਾਲੇ ਨੇ ਉਹ ਦੋ ਹਿੱਸਿਆਂ 'ਚ ਵੰਡੇ ਜਾ ਸਕਦੇ ਆ। ਇੱਕ ਆਸਤਕ ਨੇ ਜਿਹੜੇ ਰੱਬ ਦੀ ਹੋਂਦ ਵਿੱਚ ਵਿਸ਼ਵਾਸ ਰੱਖਦੇ, ਜਿਹੜੇ ਆਸਤਕ ਨੇ ਉਹਨਾਂ ਦੇ ਵਿੱਚ ਤਾਂ ਧਰਮਾਂ ਦੇ ਵਿੱਚ ਸਦਾਚਾਰ ਦਾ ਬਹੁਤ ਸਾਰਾ ਗੁਣਗਾਨ ਕੀਤਾ ਗਿਆ। ਪਰ ਇੱਕ ਉਹ ਜਿਹੜੀ ਧਾਰਾ, ਇੱਕ ਉਹ ਜਿਹੜਾ ਵਿਚਾਰ, ਇੱਕ ਉਹ ਜਿਹੜੀ ਸੋਚ ਜਿਹੜੀ ਰੱਬ ਦੀ ਹੋਂਦ ਨੂੰ ਨਹੀਂ ਮੰਨਦੀਆਂ, ਪਰ ਉਹ ਵੀ ਸਦਾਚਾਰ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਜ਼ੋਰ ਦਿੰਦੀਆਂ ਨੇ। ਸੋ ਮੈਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਪੜ੍ਹੀਆਂ ਨੇ। ਮੈਂ ਰਸ਼ੀਆ ਇਤਿਹਾਸ ਦੇ ਉੱਤੇ ਵੀ ਮੋਟੇ ਤੌਰ ਦੇ ਉੱਤੇ ਇਹਨਾਂ 3-4 ਦਿਨਾਂ 'ਚ ਪੜ੍ਹਨ ਦਾ ਯਤਨ ਕੀਤਾ ਕਿ ਵੱਖ-ਵੱਖ ਲੇਖਕ ਜਿਹੜੇ ਨੇ, ਮਾਡਰਨ ਲੇਖਕ ਜਿਹੜੇ ਨੇ, ਸਮਾਜ ਦੇ ਸੁਧਾਰਕ ਨੇ, ਜਿਹੜੇ
ਮਨੁੱਖੀ ਜੀਵਨ ਦੇ ਉੱਤੇ ਵੱਖ-ਵੱਖ ਵਿਚਾਰ ਰੱਖਦੇ ਨੇ, ਚਾਹੇ ਉਹ ਆਸਤਕ ਨੇ ਤੇ ਚਾਹੇ ਉਹ ਨਾਸਤਕ ਨੇ। ਉਹ ਦੋਨਾਂ ਧਿਰਾਂ ਦੇ ਵਿਦਵਾਨਾਂ ਦਾ ਸਭ ਤੋਂ ਵੱਡਾ ਜ਼ੋਰ ਜਿਹੜਾ ਹੈ ਆਪਣੀਆਂ ਸਿੱਖਿਆਵਾਂ ਵਿੱਚ, ਆਪਣੀਆਂ ਲਿਖਤਾਂ ਦੇ ਵਿੱਚ, ਉਹ ਇਸ ਗੱਲ ਦੇ ਉੱਤੇ ਹੀ ਹੈਗਾ ਕਿ ਮਨੁੱਖ ਸਦਾਚਾਰੀ ਹੋਣਾ ਚਾਹੀਦਾ। ਮਤਲਬ ਮੈਨੂੰ ਇੱਕ ਇੱਕ ਵੱਡਾ ਜਿਹੜਾ ਸੰਕਲਪ ਲੱਭਾ ਕਿ ਰੱਬ ਦੀ ਹੋਂਦ ਉੱਤੇ ਜਾਂ ਦੂਸਰੀਆਂ ਗੱਲਾਂ ਦੇ ਉੱਤੇ ਜਿਹੜੇ ਵਿਦਵਾਨ ਨੇ ਉਹਨਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਵੰਡਾਂ ਨੇ, ਉਹਨਾਂ ਦੇ ਵੱਖ-ਵੱਖ ਤਰ੍ਹਾਂ ਦੇ ਸਿਧਾਂਤ ਨੇ, ਪਰ ਸਦਾਚਾਰ ਦੇ ਉੱਤੇ ਦੋਨੋਂ ਹੀ ਜਿਹੜੀਆਂ ਵਿਧੀਆਂ ਨੇ, ਉਹ ਚਾਹੇ ਆਸਤਕ ਵਿਧੀ ਦੇ ਲੋਕ ਨੇ, ਮੰਨਣ ਦੇ ਲੋਕ ਨੇ, ਚਾਹੇ ਨਾਸਤਕ ਵਿਧੀ ਦੇ ਸੰਸਾਰ ਵਿੱਚ ਸੋਚਾਂ ਦੇ ਲੋਕ ਨੇ, ਪਰ ਸਦਾਚਾਰ ਨੂੰ ਦੋਨਾਂ ਨੇ ਹੀ ਪ੍ਰਥਮ ਮੰਨਿਆ ਕਿ ਜੇ ਸਦਾਚਾਰ ਨਹੀਂ ਹੈਗਾ ਜ਼ਿੰਦਗੀ ਨਹੀਂ ਹੈਗੀ। ਬਾਕੀ ਜ਼ਿੰਦਗੀ ਜਿਹੜੀ ਆ ਉਹ ਮਤਲਬ ਜਿਹੜੀ ਆ ਉਹ ਬਿਲਕੁਲ ਇਸ ਤਰ੍ਹਾਂ ਲੇਪ ਕੀਤੀ ਹੋਈ ਹੈਗੀ ਆ। ਜੇ ਕੋਈ ਚੰਗੇ ਕੱਪੜੇ ਪਾ ਕੇ, ਸਾਰਾ ਕੁਝ ਪਾ ਕੇ, ਦੋਨੋਂ ਹੀ ਤਰ੍ਹਾਂ ਕਹਿੰਦੀਆਂ ਨੇ ਕਿ ਉਹ ਫਿਰਦਾ ਏ, ਉਹਨੂੰ ਗਿਆਨ ਨਹੀਂ, ਉਹਦਾ ਉਚਿਤ ਵਿਹਾਰ ਨਹੀਂ ਹੈਗਾ, ਉਹਦਾ ਵਾਜਬ ਜੀਵਨ ਨਹੀਂ ਹੈਗਾ, ਤੇ ਉਹ ਜਿਹੜੇ ਆ ਉਹ ਕੁਛ ਨਹੀਂ। ਸਦਾਚਾਰ ਜਿਹੜਾ ਇਹ ਦੋਨੋਂ ਧਿਰਾਂ ਮੰਨਦੀਆਂ ਕਿ ਉਹ ਜ਼ਿੰਦਗੀ ਨੂੰ ਬੜਾ ਸੁਖਮ ਬਣਾਉਂਦਾ ਹੈ, ਜ਼ਿੰਦਗੀ ਨੂੰ ਬੜਾ ਖੂਬਸੂਰਤ ਬਣਾਉਂਦਾ। ਤੇ ਮੈਨੂੰ ਇਸ ਜਦੋਂ ਚਰਚਾ ਦੀ ਮੈਂ ਕੁਝ ਪੜ੍ਹ ਰਿਹਾ ਸੀ ਤੇ ਮੈਨੂੰ ਲੱਗਾ ਕਿ ਘੱਟੋ ਘੱਟ ਇੱਕ ਥਾਂ ਦੇ ਉੱਤੇ ਆਸਤਕ ਤੇ ਨਾਸਤਕ ਜਿਹੜੀ ਵਿਧੀ ਆ ਸੰਸਾਰ ਦੇ ਵਿੱਚ ਜੀਉਣ ਦਾ ਜਿਹੜਾ ਢੰਗ ਆ, ਉਹਦੇ ਵਿੱਚ ਜਿਹੜਾ ਹੈ ਸਦਾਚਾਰ ਨੂੰ ਦੋਨੋਂ ਹੀ ਜਿਹੜੀਆਂ, ਇਹ ਇੱਕ ਬੜੀ ਕਾਮਨ ਚੀਜ਼ ਲੱਗੀ ਜਿਹੜੀ ਆਮ ਤੌਰ ਤੇ ਤੁਸੀਂ ਇੰਟਰਫੇਸ ਸਟੱਡੀ ਕਰ ਲਓ, ਉੱਥੇ ਬਹੁਤ ਸਾਰੇ ਤੁਹਾਨੂੰ ਜਿਹੜੀਆਂ ਵਿਲੰਬਣਾ ਲੱਭਣਗੀਆਂ। ਔਰ ਆਸਤਕ ਤੇ ਨਾਸਤਕ ਲੋਕਾਂ ਦੇ ਵਿੱਚ ਬਹੁਤ ਸਾਰੇ ਪਾੜੇ ਨੇ, ਪਰ ਮੈਂ ਵੇਖਿਆ ਇੱਕ ਥਾਂ ਦੇ ਉੱਤੇ ਆਸਤਕ ਤੇ ਨਾਸਤਕ ਲੋਕ ਵੀ ਜਿਹੜੇ ਨੇ ਉਹ ਬਿਲਕੁਲ ਇਕੱਠੇ ਸੀ। ਉਹਨਾਂ ਦੀਆਂ ਲਿਖਤਾਂ ਉਸ ਜਿਸ ਸਿਧਾਂਤ ਨੂੰ ਪ੍ਰਣਾਉਂਦੇ ਆ, ਸਦਾਚਾਰ ਨੂੰ ਦੋਨੋਂ ਹੀ ਜਿਹੜੀਆਂ ਧਿਰਾਂ ਨੇ ਉਹ ਬਹੁਤ ਉੱਤਮ ਮੰਨਦੀਆਂ ਨੇ। ਸੋ ਮੈਨੂੰ ਮਨੁੱਖਤਾ ਪ੍ਰਤੀ ਇਹ ਵੀ ਬੜੀ ਖੂਬਸੂਰਤ ਚੀਜ਼ ਲੱਗੀ। ਬਿਲਕੁਲ ਜੀ, ਜ਼ਰੂਰੀ ਨਹੀਂ ਕਿ ਹਰ ਚੀਜ਼ ਨੂੰ ਆਪਾਂ ਧਰਮ ਦੇ ਚੌਕਟੇ 'ਚ ਹੀ ਪਰਖੀਏ। ਜਿਹੜਾ ਮਨੁੱਖੀ ਜੀਵਨ ਹੈ ਉਹ ਧਰਮ ਉਹਦਾ ਇੱਕ ਪਾਰਟ ਹੈ, ਮਤਲਬ ਸਮੁੱਚਾ ਜੀਵਨ ਨਹੀਂ ਆ। ਆਪਾਂ ਜੇ ਕਹੀਏ ਕਿ ਸਮੁੱਚਾ ਮਨੁੱਖ ਦਾ ਜੀਵਨ ਜਿਹੜਾ ਆ ਉਹ ਧਰਮ ਹੈ, ਧਰਮ ਜੀਵਨ ਦਾ ਇੱਕ ਪਾਰਟ ਹੈ ਜਿਹੜਾ ਸਾਨੂੰ ਚੰਗਾ ਰਸਤਾ ਦਿਖਾਉਂਦਾ। ਪਰ ਨਾਲ ਦੀ ਨਾਲ ਜਿਹੜੀਆਂ ਜ਼ਿੰਦਗੀ ਦੀਆਂ ਬਾਕੀ ਬਿਹਤਰ ਚੀਜ਼ਾਂ ਨੇ, ਅਗਰ ਉਹਨਾਂ ਨੂੰ ਅਪਣਾ ਲੈਂਦੇ ਆ ਤੇ ਤੁਸੀਂ ਭਾਵੇਂ ਧਰਮ ਨੂੰ ਨਹੀਂ ਵੀ ਆਪਣੇ ਜੀਵਨ 'ਚ ਅਪਣਾਇਆ ਤਾਂ ਵੀ ਤੁਸੀਂ ਇੱਕ ਉੱਤਮ ਮਨੁੱਖ ਜਿਹੜੇ ਆ ਉਹ ਬਣ ਕੇ ਦੁਨੀਆ ਵਿੱਚ ਜਿਹੜਾ ਆ ਉਹ ਰਹਿ ਸਕਦੇ ਹੋ। ਤੇ ਕਿਹਾ ਤੇ ਜਾਂਦਾ ਆ ਸ਼ਾਸਤਰਾਂ ਮੁਤਾਬਕ ਕਿ ਜੇ ਮਨੁੱਖ ਦੇ ਜੀਵਨ ਵਿੱਚ ਸਦਾਚਾਰ ਨਹੀਂ ਤੇ ਉਹ ਜੀਵਨ ਹੀ ਨਹੀਂ ਹੈ, ਉਹ ਜੀਵਨ ਹੀ ਜਿਹੜਾ ਉਹ ਨਿਰਮੂਲ ਹੈ। ਤੇ ਉਚਿਤ ਵਿਹਾਰ ਹੈ ਜਿਹੜਾ ਬੰਦੇ ਦਾ, ਉਹ ਬੰਦੇ ਦੇ ਸੌਣ ਜਾਗਣ, ਉਹਦੇ ਕੰਮਕਾਰ, ਮਤਲਬ ਜੋ ਵੀ ਉਹ ਕਰਦਾ ਉਹਦੇ ਅਨੁਕੂਲ ਹੀ ਉਹਨੂੰ ਮਨੁੱਖ ਨੂੰ ਉਹਦੀ ਪਛਾਣ ਜਿਹੜੀ ਕੀਤੀ ਜਾ ਸਕਦੀ ਆ। ਤੇ ਜਿਹੜੇ ਸ਼ਾਸਤਰ ਹੈ ਉਹ ਇਹ ਵੀ ਕਹਿੰਦੇ ਆ ਕਿ ਜੇਕਰ ਮਨੁੱਖ ਦੇ ਜੀਵਨ ਵਿੱਚ ਸਦਾਚਾਰ ਪ੍ਰਵੇਸ਼ ਕਰ ਜੇ ਨਾ ਤਾਂ ਉਹ ਜੀਵਨ ਦੇ ਉਹਦੇ ਮੁੱਲ ਤੇ ਵੱਧਦੇ ਹੀ ਵੱਧਦੇ ਆ, ਉਹਦੀ ਉਮਰ ਵੀ ਲੰਬੀ ਹੋ ਜਾਂਦੀ ਆ। ਪੁਰਾਣੇ ਸਮੇਂ 'ਚ ਆਪਾਂ ਜਦੋਂ ਪੜ੍ਹਦੇ ਆ ਜੋਗੀਆਂ ਦਾ ਕਿ ਉਹ ਇੰਨੇ ਸਾਲ ਭਗਤੀ ਕੀਤੀ, ਉਹ ਕੀਤਾ, ਜਾਂ ਲੰਬਾ ਸਮਾਂ ਉਹ ਇੱਦਾਂ ਜ਼ਿੰਦਗੀ ਜੀਵੀ, ਤੇ ਸ਼ਾਇਦ ਇਸ ਕਰਕੇ ਵੀ ਹੋਵੇ ਕਿ ਜਿਹੜੇ ਸਦਾਚਾਰ ਦੇ ਗੁਣ ਆ ਉਹ ਉਹਨਾਂ ਦੀ ਬਾਡੀ ਦੇ ਵਿੱਚ, ਮਨ ਮਸਤਕ ਦੇ ਵਿੱਚ ਹਰ ਤਰ੍ਹਾਂ ਨਾਲ ਉਹਨਾਂ ਨਾਲ ਇੱਕਮਿਕ ਹੋ ਗਏ ਤੇ ਉਹਨਾਂ ਦਾ ਜੀਵਨ ਵੀ ਲੰਬੇਰਾ ਹੋ ਗਿਆ ਤੇ ਜੀਵਨ ਜਾਚ ਜਿਹੜੀ ਸਹੀ ਮਾਇਨਿਆਂ 'ਚ ਜ਼ਿੰਦਗੀ ਮਤਲਬ ਉੱਥੋਂ ਸ਼ੁਰੂ ਹੋ ਗਈ। ਮੈਂ ਨਾ ਗਿਲ ਸਾਹਿਬ ਇਹ ਪੜ੍ਹਦੇ ਵੇਖ ਰਿਹਾ ਸੀ ਕਿ ਇੱਕ ਇਹ ਵੀ ਵਿਚਾਰ ਵਿੱਚ ਆ ਰਿਹਾ ਸੀ ਕਿ ਜਿਹੜੇ ਸਦਾਚਾਰੀ ਮਨੁੱਖ ਹੁੰਦੇ ਉਹਨਾਂ ਨੂੰ ਬਹੁਤ ਸਾਰੀਆਂ ਚਿੰਤਾਵਾਂ ਨਹੀਂ ਹੁੰਦੀਆਂ। ਉਹਨਾਂ ਨੂੰ ਇਹ ਲੱਗਦਾ ਕਿ ਮੈਂ ਠੀਕ ਰਾਹ ਤੇ ਚੱਲ ਰਿਹਾ, ਬਸ ਠੀਕ ਰਾਹ ਤੇ ਚੱਲ ਰਿਹਾ। ਉਹਨਾਂ ਦੀਆਂ ਨਾ ਹੀ ਬਹੁਤ ਸਾਰੀਆਂ ਲਾਲਸਾਵਾਂ ਹੁੰਦੀਆਂ ਨੇ, ਔਰ ਉਹਨਾਂ ਦੇ ਜੀਵਨ ਦੀ ਜਾਂਚ ਵੀ ਬੜੀ ਜਿਹੜੀ ਆ ਉਹ ਸਾਦੀ ਜੀ ਤੇ ਮਨੁੱਖਤਾ ਨੂੰ ਪ੍ਰਣਾਈ ਹੁੰਦੀ ਆ। ਤੇ ਗੁਰੂ ਸਾਹਿਬ ਤੇ ਅੱਗੇ ਕਹਿੰਦੇ ਆ ਕਿ ਉਹ ਸੱਚ ਦੇ ਰਾਹ ਦੇ ਉੱਤੇ ਜਿਹੜੇ ਲੋਕ ਚੱਲਦੇ ਨੇ, ਜਿਹੜੇ ਸੱਚੀ ਜਿਹੜੀ ਆ ਘਾਲਣਾ ਕਰਦੇ ਨੇ, ਸੱਚੀ ਕਮਾਈ ਕਰਦੇ ਨੇ, ਔਰ ਸੱਚਾ ਹੀ ਜਿਹੜਾ ਉਹ ਸੰਸਾਰ ਦੇ ਵਿੱਚ ਵਿਹਾਰ ਕਰਦੇ ਨੇ। ਗੁਰੂ ਸਾਹਿਬ ਨੇ, ਆਪਾਂ ਅੱਗੇ ਵੀ ਇੱਕ ਦੋ ਵਾਰ ਗੁਰਬਾਣੀ ਦੀ ਇਸ ਜਿਹੜੀ ਪੰਕਤੀ ਹੈ ਇਹਦੇ ਉੱਤੇ ਵਿਚਾਰ ਕੀਤਾ ਹੈ ਕਿ ਸੱਚੋ ਉੱਪਰ ਸਭ ਕੋ ਉੱਪਰ ਸੱਚ ਉਚਾਰ। ਸੋ ਜਿਹੜਾ ਸਾਡਾ ਸੱਚ ਦਾ ਜੀਵਨ ਆ, ਸਦਾਚਾਰ ਦਾ ਜੀਵਨ ਆ, ਉਹ ਸਾਰੀਆਂ ਵਿਧੀਆਂ ਤੋਂ ਹੀ ਮੈਂ ਇਹ ਪੜ੍ਹਦੇ ਵੇਖਿਆ ਕਿ ਸਦਾਚਾਰ ਦਾ ਜੀਵਨ ਜਿਹੜਾ, ਜਿੰਨੀਆਂ ਹੀ ਸਾਡੀਆਂ ਸਾਰੀਆਂ ਜੀਵਨ ਦੀਆਂ ਵਿਧੀਆਂ ਨੇ ਉਹਨਾਂ ਸਾਰੀਆਂ ਤੋਂ ਉੱਤਮ ਵਿਧੀ ਹੈ ਕਿ ਤੁਸੀਂ ਗ੍ਰਸਥ ਆਸ਼ਰਮ ਦੇ ਵਿੱਚ ਰਹਿੰਦਿਆਂ ਹੋਇਆ, ਤੁਸੀਂ ਗ੍ਰਸਤੀ ਰਹਿੰਦਿਆਂ ਹੋਇਆ, ਤੁਸੀਂ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ ਜੇ ਸਦਾਚਾਰੀ ਮਨੁੱਖ ਜੇ ਤੇ ਤੁਸੀਂ ਮਨੁੱਖਤਾ ਲਈ ਵੱਡਾ ਕੰਮ ਕਰ ਰਹੇ ਜੇ, ਤੁਹਾਡੀ ਮਨੁੱਖਤਾ ਨੂੰ ਵੱਡੀ ਦੇਣ ਆ।
ਔਰ ਤੁਸੀਂ ਮਨੁੱਖਤਾ ਨੂੰ ਪਰਨਾਏ ਹੋਏ ਲੋਕ ਜਿਹੜਾ ਉਹ ਆਪਣੇ ਆਪ ਹੀ ਬਣ ਜਾਂਦੇ ਜੇ। ਸੋ ਉਹਦੇ ਲਈ ਜਿਹੜਾ ਇਹ ਬਹੁਤ ਵਾਰ ਜਿਹੜਾ ਹੈ ਸਾਨੂੰ ਕੋਈ ਉਹ ਡੰਬਰ ਨਹੀਂ ਕਰਨੇ ਪੈਂਦੇ। ਅਸੀਂ ਬਿਲਕੁਲ ਜਿਹੜਾ ਹੈ ਉਹ ਬਿਲਕੁਲ ਸਾਦੇ ਵਿੱਚ ਰਹਿੰਦੇ ਹਾਂ, ਸਾਦੇ ਜੀਵਨ 'ਚ ਰਹਿੰਦੇ ਹਾਂ, ਸਾਦੀਆਂ ਗੱਲਾਂ ਕਰਦੇ ਆ। ਇਹਦੇ ਬਾਰੇ ਕਿ ਬਾਬਾ ਫਰੀਦ ਜੀ ਵੀ ਇੱਕ ਸ਼ਲੋਕ ਦਾ ਉਚਾਰਨ ਕਰਦੇ ਆ, ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚੇ। ਜਿਨ੍ਹਾਂ ਦੇ ਮਨੁੱਖਾਂ ਦੇ ਮਨ ਹੋਰ ਨੇ ਔਰ ਉਹਨਾਂ ਦੀ ਜ਼ਬਾਨ ਹੋ ਰਿਹਾ, ਉਹਨਾਂ ਦਾ ਜੀਵਨ ਜਾਂਚ ਹੋ ਰਿਹਾ, ਉਹ ਸੱਚ ਤੇ ਨਹੀਂ ਖੜੇ, ਕਿ ਉਹ ਕੱਚੇ ਜਿਹੇ ਮਨੁੱਖ ਨੇ, ਉਹ ਕੋਈ ਪਰਪੱਕ ਮਨੁੱਖ ਨਹੀਂ ਹੈਗੇ, ਔਰ ਨਾ ਹੀ ਉਹ ਪੂਜਣਯੋਗ ਨੇ, ਨਾ ਹੀ ਉਹ ਸੰਗਤ ਕਰਨ ਯੋਗ ਨੇ, ਤੇ ਨਾ ਹੀ ਉਹ ਸੰਸਾਰ ਦਾ ਕੁਝ ਭਲਾ ਕਰਨ ਯੋਗ ਨੇ। ਸੋ ਅਜਿਹੇ ਮਨੁੱਖਾਂ ਪ੍ਰਤੀ ਬਾਬਾ ਫਰੀਦ ਜੀ ਵੀ ਜਿਹੜਾ ਉਹ ਤਿਰਸਕਾਰ ਦੇ ਹੀ ਸ਼ਬਦ ਵਰਤਦੇ ਨੇ, ਉਹਨਾਂ ਪ੍ਰਤੀ ਕੋਈ ਸਤਿਕਾਰ ਦੇ ਸ਼ਬਦ ਨਹੀਂ ਵਰਤਦੇ। ਸੋ ਇਹ ਜਿਹੜਾ ਮਨੁੱਖ ਹੈ, ਜਦੋਂ ਇਹ ਸਦਾਚਾਰੀ ਬਣਦਾ ਹੈ, ਸਦਾਚਾਰੀ ਬਣਦਾ ਹੈ, ਤੇ ਇਹ ਫਿਰ ਜਿੱਥੇ ਆਪਣਾ ਆਪ ਸਵਾਰਦਾ ਹੈ, ਉੱਥੇ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦਾ ਬਹੁਤ ਕੁਝ ਸਵਾਰਦਾ ਹੈ। ਆਪਣੇ ਪਰਿਵਾਰ ਦੇ ਨਾਲ ਜੁੜੇ ਹੋਏ ਸਾਰੇ ਲੋਕਾਂ ਦਾ ਸਦਾਚਾਰੀ ਮਨੁੱਖ ਜਿਹੜਾ ਹੈ, ਕਿਉਂਕਿ ਉਹਦੇ ਮਨ ਦੇ ਵਿੱਚ ਕੋਈ ਦਵੈਤ ਭਾਵਨਾ ਨਹੀਂ ਹੁੰਦੀ, ਉਹਦੇ ਲਈ ਕੋਈ ਮੇਲ ਫੀਮੇਲ ਕਰੈਕਟਰ ਨਹੀਂ ਹੁੰਦਾ, ਉਹਦੇ ਲਈ ਮਨੁੱਖ ਹੁੰਦਾ ਹੈ। ਸੋ ਜਦੋਂ ਹੁੰਦਾ ਹੈ ਤੇ ਉਹਨਾਂ ਨੂੰ ਉੱਤਮ ਕੰਮ ਕਰਨ ਲਈ ਪ੍ਰੇਰਦਾ ਹੈ, ਵਧੀਆ ਜ਼ਿੰਦਗੀ ਜਿਉਣ ਲਈ ਪ੍ਰੇਰਦਾ ਹੈ। ਤੇ ਜਦੋਂ ਮਨੁੱਖ ਕਿਸੇ ਤੋਂ ਪ੍ਰੇਰਨਾ ਲੈ ਕੇ ਕਿਸੇ ਚੰਗੇ ਪਾਸੇ ਲੱਗ ਜੇ, ਤੇ ਮੇਰਾ ਖਿਆਲ ਉਹ ਜਿਹੜਾ ਜਿਸ ਬੰਦੇ ਤੋਂ ਉਹਨੇ ਪ੍ਰੇਰਨਾ ਲਈ ਹੁੰਦੀ ਹੈ, ਉਹ ਸ੍ਰੇਸ਼ਟ ਮਨੁੱਖ ਹੀ ਲੱਗਦਾ ਹੈ, ਕਿਉਂਕਿ ਉਸ ਤੋਂ ਪ੍ਰੇਰਨਾ ਲੈ ਕੇ ਦੂਸਰਾ ਚੰਗਾ ਮਨੁੱਖ ਜਿਹੜਾ ਉਹ ਪੈਦਾ ਹੋ ਰਿਹਾ ਹੁੰਦਾ। ਸੋ ਸਦ ਆਚਾਰ ਜਿਹੜਾ ਇਹ ਜ਼ਿੰਦਗੀ ਦਾ ਮੂਲ ਆਧਾਰ ਹੈ। ਜੇ ਇਹ ਮੂਲ ਆਧਾਰ ਆ, ਤੇ ਮੈਂ ਬਹੁਤ ਸਾਰੇ ਧਰਮ ਵੀ ਦੇਖਦਾ ਹੈ ਕਿ ਉਹ ਬਹੁਤ ਸਾਰੇ ਧਰਮ ਜਿਹੜੇ ਆ ਉਹ ਇਹਦੇ ਬਾਰੇ ਮੈਂ ਮਤਲਬ ਇੱਕ ਇਹੋ ਜਿਹਾ ਧਰਮ ਜਿਹਨੂੰ ਮੈਂ ਬਹੁਤਾ ਨਹੀਂ ਪੜ੍ਹਿਆ, ਉਹਦੇ ਬਾਰੇ ਜੈਨ ਮਤ ਦਾ ਇੱਕ ਫਿਰ ਮੈਂ ਵੇਖਿਆ ਕਿ ਉਹ ਤਿਰ ਰਤਨ ਮਾਰਗ ਆ। ਉਹ ਤਿਰ ਰਤਨ ਮਾਰਗ ਨੂੰ ਜਦੋਂ ਤੁਸੀਂ ਥੋੜਾ ਥੋੜਾ ਅੱਗੇ ਫਰੋਲੋਗੇ, ਮੈਂ ਪੰਜਾਬੀ ਦੇ ਵਿੱਚ ਮੈਨੂੰ ਕਿਤੇ ਪੜ੍ਹਨ ਦਾ ਉਹਦੇ ਬਾਰੇ ਪਤਾ ਲੱਗਾ ਕਿ ਉਹ ਜਦੋਂ ਮੈਂ ਪੜ੍ਹਿਆ ਤਾਂ ਤਿਰ ਰਤਨ ਜਿਹੜਾ ਹੈ ਉਹ ਜੋ ਸਾਡੀ ਗੁਰਬਾਣੀ ਜਾਂ ਜਿਹੜੀ ਮੈਂ ਨਾਸਤਿਕ ਆਸਥਾ ਦੇ ਵਿੱਚੋਂ ਵੀ ਪੜ੍ਹਿਆ, ਸਦਾਚਾਰ ਦੇ ਜਿਹੜੇ ਭਾਵਨਾ ਸੀ, ਜਿਹੜੇ ਤੁਸੀਂ ਉਹਦੇ ਹੁਣੇ ਗਿਣਾਏ ਨੇ, ਅੰਕ ਉਹਦਾ ਸੱਚ, ਹਿੰਸਾ, ਤਿਆਗ ਕਰਨ, ਮਮਤਾ, ਪਰਉਪਕਾਰ, ਇਹ ਸਾਰਿਆਂ ਨੂੰ ਹੀ ਜੈਨ ਮਤ ਵੀ ਇਵੇਂ ਹੀ ਇਨਕਾਰਪੋਰੇਟ ਕਰਦਾ ਹੈ। ਔਰ ਉਹ ਕਹਿੰਦਾ ਕਿ ਜਿਹੜਾ ਤਿਰ ਰਤਨ ਦਾ ਮਾਰਗ ਆ, ਜਿਹਨੂੰ ਅਸੀਂ ਸਦਾਚਾਰੀ ਮਾਰਗ ਕਹਿੰਦੇ ਆ, ਜੈਨ ਮਤ ਉਹਨੂੰ ਤਿਰ ਰਤਨ ਦਾ ਮਾਰਗ ਕਹਿ ਕੇ ਵੀ ਵਡਿਆਉਂਦਾ। ਤੇ ਉਹ ਕਹਿੰਦਾ ਵੀ ਜਿਹੜਾ ਮਨੁੱਖ ਤਿਰ ਰਤਨ ਦੇ ਉੱਤੇ ਜਿਹੜਾ ਚੱਲਦਾ ਹੈ, ਉਹ ਫਿਰ ਜਿਹੜਾ ਹੈ ਉਹ ਬਹੁਤ ਉੱਤਮ ਮਨੁੱਖ ਹੈ। ਸੋ ਜੈਨ ਮਤ ਵਰਗਾ ਮਤ ਵੀ ਜਿਹੜਾ ਹੈ ਉਹ ਸਦਾਚਾਰ ਨੂੰ, ਜਦ ਕਿ ਆਮ ਤੌਰ ਤੇ ਅਸੀਂ ਜੈਨੀਆਂ ਨੂੰ ਜਿਵੇਂ ਫਿਰਦੇ ਹੈ, ਉਹ ਦੇਖਿਆ ਕਿ ਥੋੜਾ ਸੰਸਾਰ ਦੇ ਉੱਤੋਂ ਆਪਣੇ ਆਪ ਨੂੰ ਵੱਖਰੇ ਤੌਰ ਦੇ ਉੱਤੇ ਉਹਨਾਂ ਨੇ ਰੱਖਿਆ ਹੁੰਦਾ ਹੈ, ਮੂੰਹ ਦੇ ਉੱਤੇ ਉਹਨਾਂ ਨੇ ਪੱਟੀ ਬਣੀ ਹੁੰਦੀ ਹੈ, ਪਰ ਉਹਨਾਂ ਦੇ ਵਿੱਚ ਵਿਆਹ ਭਾਵਨਾ, ਮੈਂ ਕਈ ਵਾਰ ਜਿਗਿਆਸਾ ਵਸ ਵੀ ਇਹ ਵੇਖਿਆ ਕਿ ਉਹ ਜਿਹੜੀ ਮੂੰਹ ਦੇ ਉੱਤੇ ਹਮੇਸ਼ਾ ਪੱਟੀ ਕਿਉਂ ਬੰਨ੍ਹ ਕੇ ਰੱਖਦੇ ਆ, ਕਿ ਉਹ ਕਹਿੰਦੇ ਆ ਕਿ ਉਹ ਇਹ ਸੋਚਦੇ ਕਿ ਕੋਈ ਕੀਟ ਪਤੰਗਾ ਜਿਹੜਾ ਹੈ ਉਹ ਵੀ ਸਾਡੇ ਮੂੰਹ ਦੇ ਰਾਹੀਂ ਅੰਦਰ ਜਾ ਕੇ ਤੇ ਆਪਣੇ ਜੀਵਨ ਦਾ ਅੰਤ ਨਾ ਕਰ ਲਏ। ਔਰ ਬਹੁਤ ਵਾਰ ਜਿਹੜੇ ਉਹਨਾਂ ਦੇ ਮੁਨੀ ਨੇ, ਜੈਨ ਮੁਨੀ ਜਿਹੜੇ ਹੁੰਦੇ ਨੇ, ਉਹ ਬਹੁਤ ਸਾਰੇ ਨੰਗੇ ਪੈਰੀਂ ਚੱਲਦੇ ਨੇ, ਤਾਂ ਕਿ ਕੋਈ ਜਿਹੜਾ ਜੀਵ ਜੰਤੂ ਉਹਨਾਂ ਦੇ ਪੈਰਾਂ ਥੱਲੇ ਆਣ ਕੇ ਵੀ ਨਾ, ਪਰ ਉਹ ਇੰਨਾ ਸਾਰਾ ਕੁਝ ਕਰਨ ਦੇ, ਇੰਨਾ ਤਿਆਗ ਵਾਲਾ ਜੀਵਨ ਉਹਨਾਂ ਦਾ, ਸੰਸਾਰ ਤੋਂ ਥੋੜਾ ਵੱਖਰੀ ਤਰ੍ਹਾਂ ਦਾ ਜੀਵਨ ਹੋਣ ਦੇ ਬਾਵਜੂਦ ਬਹੁਤੇ ਉਹ ਜਿਹੜੇ ਜੈਨ ਮੁਨੀ ਹੁੰਦੇ ਨੇ ਉਹ ਬ੍ਰਿਸ਼ਟੀ ਨਹੀਂ ਹੁੰਦੇ, ਪਰ ਫਿਰ ਵੀ ਉਹ ਵੀ ਸਦਾਚਾਰ ਦੇ ਜੀਵਨ ਨੂੰ ਬਹੁਤ ਮਹੱਤਤਾ ਦਿੰਦੇ ਆ। ਤੇ ਜੇ ਤੁਸੀਂ ਸਦਾਚਾਰੀ ਮਨੁੱਖ ਬਣ ਕੇ ਜੀਵਨ ਦੇ ਵਿੱਚ ਜਿਉਂਦੇ ਜੇ, ਤੇ ਫਿਰ ਜਿਹੜਾ ਹੈ ਤੁਹਾਡੇ ਨਾਲੋਂ ਉੱਤਮ ਮਨੁੱਖ ਕੋਈ ਨਹੀਂ। ਤੇ ਇੱਥੇ ਇਹ ਬਹੁਤ ਉਸ ਧਰਮ ਦੇ ਵਿੱਚ ਮੈਨੂੰ ਅੱਛੀ ਉਦਾਹਰਨ ਲੱਗੀ। ਸਾਰੇ ਧਰਮ ਸਰ, ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਜੀਵਨ ਦੇ ਵਿੱਚ ਭਾਵੇਂ ਬਾਬੇ ਨਾਨਕ ਨੂੰ ਲੈ ਲਈਏ ਜਾਂ ਬੁੱਧ ਧਰਮ ਦੀ ਬੇਸਿਕ ਗੱਲ ਨੂੰ ਮੰਨ ਲਈਏ, ਉਹ 'ਚ ਵੀ ਇਹ ਕਿਹਾ ਗਿਆ ਕਿ ਸੰਸਾਰ ਦੁੱਖਾਂ ਦਾ ਘਰ ਆ, ਤੇ ਬਾਬੇ ਨਾਨਕ ਨੇ ਵੀ ਕਿਹਾ ਨਾਨਕ ਦੁਖੀਆ ਸਭ ਸੰਸਾਰ। ਤੇ ਜਦੋਂ ਇਹ ਜਿਹੜੇ ਦੁੱਖ, ਹਾਂਜੀ, ਇਹ ਜਿਹੜੇ ਦੁੱਖ ਨੇ ਇਹ ਸਾਡੇ ਜੀਵਨ ਦਾ ਇੱਕ ਹਿੱਸਾ ਆ, ਇਹਨਾਂ ਤੋਂ ਮਤਲਬ ਤੁਸੀਂ ਪਾਸਾ ਨਹੀਂ ਵੱਟ ਸਕਦੇ, ਪਰ ਸਦਾਚਾਰ ਦੇ ਗੁਣਾਂ ਨਾਲ ਇਹਨਾਂ ਤੇ ਕਾਬੂ ਪਾ ਸਕਦੇ ਹੋ। ਮਤਲਬ ਜਿੰਨੇ ਵੀ ਸਾਡੇ ਮਤਲਬ ਪੁਰਾਤਨ ਜਿਹੜੇ ਹੈਗੇ ਆ ਦਰਸ਼ਨ ਨੇ, ਉਹਨਾਂ ਦੇ ਵਿੱਚ ਜਦੋਂ ਆਪਾਂ ਜੈਨ ਮਤ ਇਕੱਲੇ ਦੀ ਗੱਲ ਕਰਦੇ ਕੋਈ ਨਹੀਂ, ਮਤਲਬ ਬਾਕੀ ਸਾਰੇ ਦਰਸ਼ਨ ਵੀ ਜਿੰਨੇ ਅੱਜ ਹਿੰਦੂ ਧਰਮ ਦੀਆਂ ਕਈ ਚੀਜ਼ਾਂ ਸੀ, ਅੱਜ ਦਾ ਯੁੱਗ ਹੈ ਵੈਸੇ ਉਹਦਾ ਤੇ ਪ੍ਰੈਕਟੀਕਲ ਹੋਣਾ ਬਹੁਤ ਜ਼ਰੂਰੀ ਹੋ ਗਿਆ, ਕਿਉਂਕਿ ਮਨੁੱਖ ਦਾ ਉਹ ਜੀਵਨ, ਉਹਨੂੰ ਜੇ ਜੈਨੀ ਅਸੂਲਾਂ ਮੁਤਾਬਕ ਚੱਲਣ ਦੀ ਗੱਲ ਕਰੀਏ, ਸਾਰੇ ਮਨੁੱਖ
ਕੱਪੜੇ ਵੀ ਨਾ ਪਹਿਨਣ, ਨੰਗੇ ਪੈਰੀ ਚੱਲਣ ਲੱਗ ਜਾਣ, ਤੇ ਜਾਂ ਫਿਰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਮੇਂ ਨਾਲ ਬਦਲ ਗਈਆਂ। ਮਨੁੱਖ ਨੇ ਜਦੋਂ ਜਿਉਂ-ਜਿਉਂ ਸਾਇੰਟੀਫਿਕ ਏਜ ਦੇ ਵਿੱਚ ਪੈਰ ਰੱਖਿਆ ਤੇ ਪੁਰਾਤਨ ਰਵਾਇਤਾਂ ਜਿਹੜੀਆਂ ਨੇ ਉਹਨਾਂ ਤੋਂ ਥੋੜਾ ਬਹੁਤਾ ਤੇ ਅੱਗੇ ਪਿੱਛੇ ਜਾਣਾ ਹੀ ਪਿਆ। ਹੁਣ ਜੈਨ ਮਤ ਦੇ ਜਿਹੜੇ ਹਾਰਡ ਨਿਯਮ ਨੇ, ਜਿੱਦਾਂ ਤੁਸੀਂ ਦੱਸੇ ਕਿ ਮੂੰਹ ਤੇ 24 ਘੰਟੇ ਪੱਟੀ ਬੰਨ ਛੋੜੋ, ਕੁਦਰਤ ਨੇ ਹੁਣ ਸਾਨੂੰ ਬਣਾਤੀ ਐ ਕਿ ਕੋਵਿਡ 'ਚ ਲਗਭਗ। ਤੇ ਇਸੇ ਤਰ੍ਹਾਂ ਹੀ ਮਤਲਬ ਜਦੋਂ ਆਪਾਂ ਜਿਹੜੇ ਬੇਸਿਕ ਗੁਣ ਆ ਉਹਨਾਂ ਤੋਂ ਦੂਰੀ ਬਣਾਉਂਦੇ ਆ ਨਾ, ਤੇ ਕੁਦਰਤ ਫੇਰ ਵਾਪਸ ਕਿਤੇ ਨਾ ਕਿਸੇ ਰੂਪ 'ਚ ਲੈ ਕੇ ਆਉਂਦੀ ਆ। ਹੁਣ ਮੈਂ ਦੇਖ ਰਿਹਾ ਸੀ ਵੈਸੇ ਹੋਰ ਭਾਰਤੀ ਦਰਸ਼ਨ ਦੇ ਜਿਹੜੇ ਬਾਕੀ ਕੁਝ ਵੱਖਰੇ ਵੱਖਰੇ ਮੱਤ ਆ, ਉਹਨਾਂ ਨੇ ਵੀ ਵਧੀਆ ਜੀਵਨ ਜਿਉਣ ਲਈ ਜਿਹੜਾ ਨਾ ਉਹ ਬੜੇ ਸਾਨੂੰ ਦਿੱਤੇ ਆ। ਇੱਕ ਮੈਂ ਵੇਖ ਰਿਹਾ ਸੀ ਜੀ ਵੈਸ਼ਿਸ਼ਿਕ ਕੋਈ ਸ਼ਰਧਾ ਵਾਲਾ ਇੱਕ ਹੈ ਮੱਤ ਹੈ, ਉਹਦੇ ਵਿੱਚ ਵੀ ਮਨੁੱਖ ਨੂੰ ਇਹੋ ਹੀ ਕਿਹਾ ਹਿੰਸਾ ਤੇ ਦਇਆ ਦੀ ਭਾਵਨਾ, ਇਮਾਨਦਾਰੀ, ਸੱਚ ਬੋਲਣਾ, ਬ੍ਰਹਮਚਾਰਯ ਧਰਮ ਨੂੰ ਅਪਣਾਉਣਾ, ਮਨ ਦੀ ਸ਼ੁੱਧਤਾ ਰੱਖਣਾ, ਕ੍ਰੋਧ ਦਾ ਤਿਆਗ ਕਰਨਾ, ਕਰਤੱਵ ਦਾ ਪਾਲਣ ਕਰਨਾ, ਆਲਸ ਨਾ ਕਰਨਾ, ਇਹ ਸਾਰੇ ਗੁਣ ਜਿਹੜੇ ਅਪਣਾਉਣ ਲਈ ਕਿਹਾ ਗਿਆ। ਇੱਕ ਕੋਈ ਸਾਖ ਦਰਸ਼ਨ ਮੈਂ ਦੇਖ ਰਿਹਾ ਸੀਗਾ ਅੱਜ ਹੀ, ਜਦੋਂ ਥੋੜਾ ਦੇਰ ਪਹਿਲਾਂ ਤਿਆਰੀ ਕਰ ਰਹੇ ਸੀਗੇ, ਤੇ ਉਹਦੇ ਵਿੱਚ ਵੀ ਕਿਹਾ ਕਿ ਜੇ ਦੁੱਖ ਤੇ ਬੁਰਾਈ ਤੋਂ ਮੁਕਤ ਹੋਣਾ ਹੈ ਬੰਦੇ ਨੂੰ, ਤੇ ਫਿਰ ਜੀਵਨ ਦਾ ਪਰਮ ਆਦਰਸ਼ ਇਹੀ ਆ ਕਿ ਮਨੁੱਖ ਜਿਹੜਾ ਆ ਉਹ ਸਦਾਚਾਰੀ ਹੋ ਜਾਵੇ। ਤੇ ਯੋਗ ਦਰਸ਼ਨ ਜਿਹੜਾ ਬੜਾ ਯੋਗੀਆਂ ਦਾ ਆਪਾਂ ਨਾਂ ਲੈਂਦੇ ਆ, ਯੋਗੀਆਂ ਨੂੰ ਅੱਜ ਵੀ ਉਹਨਾਂ ਦੀ ਪਰੰਪਰਾ ਜਿਹੜੀ ਉਹ ਸਾਡੇ ਆਲੇ ਦੁਆਲੇ ਕਿਤੇ ਨਾ ਕਿਤੇ ਸਾਨੂੰ ਜ਼ਿਆਦਾ ਨਜ਼ਰ ਆਉਂਦੀ ਆ। ਉਹਦੇ ਵਿੱਚ ਵੀ ਯਮ ਅਤੇ ਨਿਯਮ ਉਹਦਾ ਵੀ ਇੱਕ ਹੋਏਗਾ ਇੱਕ ਖਾਸ ਸਿਧਾਂਤ। ਉਹਦੇ ਵਿੱਚ ਉਹਨਾਂ ਨੇ ਅਹਿੰਸਾ, ਇਮਾਨਦਾਰੀ, ਇੰਦਰੀਆਂ ਦੇ ਉੱਤੇ ਕਾਬੂ ਰੱਖਣਾ ਤੇ ਅਪਰ ਗ੍ਰਹਿ ਦਾ ਪਾਲਣ ਕਰਨਾ। ਅਪਰ ਗ੍ਰਹਿ ਮੈਂ ਸਮਝ ਨਹੀਂ ਸਕਿਆ ਕਿ ਪ੍ਰੋਪਰਲੀ ਅਪਰ ਗ੍ਰਹਿ ਕੀ ਆ, ਉਹ ਉਹਨਾਂ ਦੱਸਿਆ। ਉਹਦੇ ਨਾਲ ਦੀ ਨਾਲ ਉਹਨਾਂ ਕਿਹਾ ਕਿ ਅਹਿੰਸਾ, ਝੂਠ, ਚੋਰੀ, ਇਹੋ ਜਿਹੇ ਔਗੜਾਂ ਤੋਂ ਬਚਣ ਦੀ ਲੋੜ ਹੈ। ਤੇ ਨਿਯਮਾਂ ਦੇ ਤਹਿਤ ਇਹ ਵੀ ਕਿਹਾ ਗਿਆ ਕਿ ਜਿਹੜੇ ਮਨੁੱਖ ਦੀ ਬਾਹਰੀ ਸ਼ੁੱਧੀ ਆ, ਸੰਤੋਖ, ਤਪੱਸਿਆ ਤੇ ਈਸ਼ਵਰੀ ਭਗਤੀ, ਇਹਦਾ ਵੀ ਵਰਣਨ ਹੈ। ਮਤਲਬ ਦੋ ਚੀਜ਼ਾਂ ਦਾ ਸੁਮੇਲ ਆ, ਇੱਕ ਤੁਹਾਡੇ ਅੰਤਰੀ ਮਨ ਦੀ ਸ਼ੁੱਧੀ ਤੇ ਨਾਲ ਦੀ ਨਾਲ ਤੁਹਾਡੀ ਬਾਹਰੀ ਸ਼ੁੱਧੀ ਵੀ। ਯੋਗ ਸਾਧਨਾ ਰਾਹੀਂ ਕਈ ਕੁਝ ਉਹਨਾਂ ਪ੍ਰਾਪਤ ਕਰਨੀਆਂ ਜਿਹੜੀਆਂ ਅੱਗੇ ਉਹ ਗੱਲਾਂ ਦੱਸੀਆਂ ਨੇ। ਤੇ ਮੀਮਾਂਸਾ ਜਿਹੜਾ ਇੱਕ ਹੈ ਜੀਵਨ ਦਰਸ਼ਨ, ਉਹਦੇ ਵਿੱਚ ਵੀ ਲਗਭਗ ਇਹਨਾਂ ਚੀਜ਼ਾਂ ਦੀ ਰੈਪੀਟੇਸ਼ਨ ਹੀ ਆ ਕਿ ਸਾਰੀਆਂ ਚੀਜ਼ਾਂ ਇਹ ਬਣ ਕੇ ਹੀ ਬੰਦਾ ਸਦਾਚਾਰੀ ਹੋ ਸਕਦਾ। ਤੇ ਬੁੱਧ ਮਤ ਜਿਹੜਾ ਤੁਸੀਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਨਾਸਤਿਕ ਆਸਤਿਕ ਵਾਲਾ, ਬੁੱਧ ਮਤ ਨੂੰ ਪਹਿਲਾ ਦੁਨੀਆ ਦਾ ਨਾਸਤਿਕ ਧਰਮ ਮੰਨਿਆ ਜਾਂਦਾ, ਤੇ ਨਿਯਮ ਤੇ ਉਹਨੇ ਵੀ ਉਹੀ ਅਪਣਾਏ ਜੀ। ਮੈਂ ਨਾ ਜਿਸ ਤਰ੍ਹਾਂ ਖੂਬਸੂਰਤੀ ਮੈਨੂੰ ਲੱਭੀ, ਤੁਸੀਂ ਤੇ ਬਹੁਤ ਜ਼ਿਆਦਾ ਇਹਦੇ ਉੱਤੇ ਹੋਰ ਜਿਹੜਾ ਹੈ ਇਹਨੂੰ ਪੂਰਾ ਵਿਸਥਾਰ ਦੇ ਦਿੱਤਾ ਹੈ। ਮੈਂ ਇੱਕ ਪੜ੍ਹ ਰਿਹਾ ਸੀ ਚੀਨੀ ਵਿਦਵਾਨ ਕਨਫਿਊਸ਼ੀਅਸ। ਹੁਣ ਜਿੱਥੇ ਧਰਮ ਦੀ ਗੱਲ ਨਹੀਂ ਹੁੰਦੀ, ਕ੍ਰਿਸਚੈਨਿਟੀ ਦੇ ਉਹ ਦੇਸ਼ ਨੇ, ਇਸਲਾਮ ਉੱਥੇ ਹੈ ਨਹੀਂ। ਕਨਫਿਊਸ਼ੀਅਸ 9ਵੀਂ ਸਦੀ 'ਚ ਭਾਰਤ ਵੀ ਆਏ ਆ ਜੀ ਮੇਰੇ ਖਿਆਲ। ਕਨਫਿਊਸ਼ੀਅਸ ਬਾਰੇ ਮੈਂ ਪੜ੍ਹਿਆ ਕਿਤੇ, ਉਹ 9ਵੀਂ ਸਦੀ 'ਚ ਭਾਰਤ ਆਏ ਆ। ਕਨਫਿਊਸ਼ੀਅਸ ਜਿਹੜਾ ਨਾ ਉਹ ਸਾਰੇ ਉਸ ਜਿਹੜਾ ਹੈ ਉਹ ਜਿੰਨਾ ਉਹਦਾ ਗਿਆਨ ਆ, ਉਹਦੇ ਵਿੱਚ ਉਹ ਬਹੁਤ ਸਾਰੀਆਂ ਮਨੁੱਖ ਦੀਆਂ ਬੁਰਾਈਆਂ ਪਹਿਲਾਂ ਦੱਸਦਾ ਹੈ ਕਿ ਇਹਦੇ ਵਿੱਚ ਆ ਵੀ ਹੋ ਸਕਦਾ, ਇਹਦੇ ਉੱਤੇ ਆ ਵੀ ਹੋ ਸਕਦਾ। ਪਰ ਉਹ ਸਾਰੀਆਂ ਬੁਰਾਈਆਂ ਦੱਸ ਕੇ ਫਿਰ ਉਹ ਅਖੀਰ ਦੇ ਉੱਤੇ ਇਹੋ ਕਹਿੰਦਾ ਵੀ ਇਹਨਾਂ ਸਾਰਿਆਂ ਦੇ ਉੱਤੇ ਜੇ ਤੁਸੀਂ ਮਤਲਬ ਕਾਬੂ ਪਾਉਣਾ ਹੈ ਤੇ ਇਹਨਾਂ ਬੁਰਾਈਆਂ ਤੋਂ ਬਚਣਾ ਹੈ ਤੇ ਤੁਹਾਨੂੰ ਸਦਾਚਾਰੀ ਹੋਣਾ ਪਏਗਾ। ਔਰ ਸਪੈਸ਼ਲੀ ਉੱਥੇ ਉਹ ਔਰਤਾਂ ਦੀ ਜਿਹੜੀ ਇੱਜ਼ਤ ਕਰਨ ਦੀ ਬਹੁਤ ਕਹਿੰਦਾ ਹੈ ਕਿ ਔਰਤ ਜਿਹੜੀ ਆ ਉਹ ਭੋਗ ਦੀ ਵਸਤੂ ਨਹੀਂ, ਕਨਫਿਊਸ਼ੀਅਸ ਕਹਿੰਦਾ ਹੈ। ਔਰਤ ਤੁਹਾਡੇ ਨਾਲ ਚੱਲਣ ਵਾਲਾ ਹੈ। ਔਰ ਮੈਨੂੰ ਇਹ ਲੱਗਾ ਕਿ ਉਹਦਾ ਸੰਦੇਸ਼ ਵੀ ਜਿਹੜਾ ਹੈ ਉਹ ਸਾਡੇ ਸਿੱਖੀਜ਼ਮ ਵਾਲਾ ਸੀ। ਉਹ ਔਰਤ ਦੀ ਬਹੁਤ ਉਸਤਤੀ ਕਰਦਾ ਹੈ ਕਿ ਔਰਤ ਆ, ਔਰ ਉੱਥੇ ਜਿਹੜੀ ਆ ਉਹ ਔਰਤ ਪ੍ਰਤੀ ਹਿੰਸਾ ਬਹੁਤ ਆ ਉਸ ਸਮਾਜ ਦੇ ਵਿੱਚ। ਉਹਦੀ ਉਹ ਬਹੁਤ ਸਾਰੇ ਥਾਵਾਂ ਤੇ ਨਿਖੇਧੀ ਕਰਦਾ ਕਨਫਿਊਸ਼ੀਅਸ। ਔਰ ਉੱਥੇ ਉਹ ਕਹਿੰਦਾ ਕਿ ਜੇ ਮਨੁੱਖ ਇਹਨੂੰ ਭੋਗ ਦੀ ਵਸਤੂ ਸਮਝੇਗਾ ਤੇ ਉਹ ਕਦੀ ਸਦਾਚਾਰੀ, ਬਹੁਤ ਵੱਡਾ ਸੰਦੇਸ਼ ਦਿੰਦਾ। ਉਹ ਕਹਿੰਦਾ ਔਰਤ ਜਿਹੜੀ ਆ ਉਹ ਮਤਲਬ ਮੈਂ ਆਪਣੇ ਸ਼ਬਦਾਂ 'ਚ ਉਹਨੂੰ ਕਹਿ ਰਿਹਾ ਕਿ ਉਹਨੂੰ ਜਗ ਜਨਨੀ ਦਾ ਜਿਹੜਾ ਉਹ ਦਿੰਦਾ ਹੈ ਉਪਮਾ। ਔਰ ਉਪਮਾ ਕਹਿ ਕੇ ਫਿਰ ਉਹ ਅਖੀਰ ਦੇ ਉੱਤੇ ਜਿੰਨੇ ਅਸੀਂ ਆ ਸਾਰੇ ਕਿ ਮਨੁੱਖ ਨੂੰ ਸੱਚ ਹੋਣਾ ਚਾਹੀਦਾ, ਮਨੁੱਖ ਨੂੰ ਹਿੰਸਾ। ਔਰ ਉਹ ਕਹਿੰਦਾ ਕਿ ਆਮ ਕਾਰੋਬਾਰ ਦੇ ਵਿੱਚ ਮਨੁੱਖ ਦੀ ਜਿਹੜੀ ਆ ਉਹ ਬੜੀ ਸੁੱਚਤਾ ਹੋਣੀ ਚਾਹੀਦੀ ਆ, ਬੜੇ ਸੁੱਚੇ ਢੰਗ ਦੇ ਨਾਲ ਉਹ ਜੀਵਨ ਜਾ ਜੀਏ। ਸੋ ਇਸ ਤਰ੍ਹਾਂ ਦਾ ਜਿਹੜਾ ਦੂਰ ਬੈਠਾ ਇੱਕ ਵਿਦਵਾਨ ਆ ਜਿਹਦੇ ਦੇਸ਼ ਨੂੰ ਇਹ ਸਮਝਿਆ ਜਾਂਦਾ ਕਿ ਉਹ ਨੈਤਿਕ ਕਦਰਾਂ ਕੀਮਤਾਂ ਨਹੀਂ ਅਪਣਾਉਂਦਾ ਜੀ, ਉੱਥੇ ਬੜਾ ਕੁਛ ਆ,
ਉੱਥੇ ਬਹੁਤ ਵੱਖਰੀ ਵੱਖਰੀ ਤਰ੍ਹਾਂ ਦੀਆਂ ਜ਼ੁਲਮ ਨੇ, ਜੇ ਹੈ ਕਈ ਤਰ੍ਹਾਂ ਦੀਆਂ ਉਹਦੇ ਬਾਰੇ। ਸੋ ਉੱਥੇ ਉਹ ਕਨਫਿਊਸ਼ੀਅਸ ਜਿਹੜਾ ਹੈਗਾ ਏ ਉਹ ਵੀ ਬਹੁਤ ਉੱਤਮ ਗਿਆਨ ਦਿੰਦਾ। ਉਸ ਤੋਂ ਬਾਅਦ ਮੈਂ ਪੜ੍ਹਦੇ ਪੜ੍ਹਦੇ ਜਦੋਂ ਚੱਲਿਆ ਤੇ ਸੁਕਰਾਤ ਬਾਰੇ ਵੀ ਵਿੱਚ ਆਇਆ। ਹੁਣ ਸੁਕਰਾਤ ਵਰਗਾ ਵੀ ਜਿਹੜਾ ਹੈਗਾ ਇਹ ਵਿਦਵਾਨ ਉਹ ਸਦਾਚਾਰ ਨੂੰ ਬਹੁਤ ਉੱਤਮ ਮੰਨਦਾ। ਜਿੰਨੇ ਅਸੀਂ ਗੁਣ ਇਹਦੇ ਚ ਗਿਣਾਏ ਨੇ ਉਹ ਇਹਨਾਂ ਨੂੰ ਤੱਤ ਕਹਿੰਦਾ ਏ। ਉਹ ਜੀਵਨ ਦੇ ਅਸੀਂ ਗੁਣ ਕਹਿ ਰਹੇ ਹਾਂ, ਉਹ ਤੱਤ ਕਹਿੰਦਾ ਏ ਕਿ ਇਹ ਜਿਹੜੇ ਤੱਤ ਨੇ ਜੀਵਨ ਦੇ। ਸੁਕਰਾਤ ਕਹਿੰਦਾ ਹੈ ਕਿ ਜੇ ਮਨੁੱਖ ਸਦਾਚਾਰੀ ਨਹੀਂ ਹੈਗਾ, ਜੇ ਮਨੁੱਖ ਹਿੰਸਾ ਦੇ ਉਹਦੀ ਪ੍ਰਵਿਰਤੀ ਆ, ਜੇ ਮਨੁੱਖ ਨੂੰ ਕ੍ਰੋਧ ਆ, ਜੇ ਮਨੁੱਖ ਕਾਮੀ ਆ, ਤੇ ਉਹ ਕਹਿੰਦਾ ਵੀ ਉਹ ਕਦੀ ਵੀ ਉੱਤਮ ਮਨੁੱਖ ਨਹੀਂ ਹੋ ਸਕਦਾ। ਉਹ ਕਹਿੰਦਾ ਜਿਹੜਾ ਸਮਾਜਿਕ ਕਦਰਾਂ ਕੀਮਤਾਂ ਨੂੰ ਪ੍ਰਣਾਇਆ, ਸਮਾਜਿਕ ਕਦਰਾਂ ਕੀਮਤਾਂ ਨੂੰ ਮੰਨਦਾ ਮਨੁੱਖ ਹੈ, ਉਹੀ ਦਾਰਸ਼ਨ ਮਨੁੱਖ ਆ, ਉਹੀ ਸਮਾਜ ਲਈ ਜਿਹੜਾ ਹੈ ਉਹ ਵਧੀਆ ਮਨੁੱਖ ਆ, ਔਰ ਉਹੀ ਜਿਹੜਾ ਹੈ ਉਹ ਉੱਤਮ ਮਨੁੱਖ ਹੈ। ਸੋ ਸੁਕਰਾਤ ਜਿਹੜਾ ਹੈ ਉਹ ਵੀ ਇਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੰਦਾ ਹੈ। ਉਹ ਸਾਡੇ ਗੁਰੂ ਸਾਹਿਬ ਵੀ ਇਸ ਗੱਲ ਦੇ ਉੱਤੇ ਉਹ ਇਹੀ ਆਸਾ ਦੀ ਵਾਰ ਦੇ ਵਿੱਚ ਉਹ ਕਹਿੰਦੇ ਆ ਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਭੀੜੇ ਅੱਗੇ ਰਾਹ ਜਾਵਣਾ, ਨੰਗਾ ਦੋਜਕ ਚੱਲਿਆ ਤਾਂ ਦਿਸੇ ਖੜਾ ਡਰਾਵਣਾ, ਕਰ ਔਗਣ ਪਛੋਤਾਵਣਾ। ਉਹ ਕਹਿੰਦਾ ਜੇ ਤੁਸੀਂ ਔਗਣਾਂ ਤੋਂ ਪ੍ਰਣਾਏ ਆਸਾ ਦੀ ਵਾਰ ਦੇ ਵਿੱਚ ਵੀ ਗੁਰੂ ਸਾਹਿਬ ਨੇ ਕਿੰਨਾ ਵੱਡਾ ਸੰਦੇਸ਼ ਦਿੱਤਾ ਹੈ। ਇਹ ਸਾਰੀਆਂ ਹੀ ਵਿਧੀਆਂ ਦੱਸੀਆਂ ਕਿ ਜੇ ਤੂੰ ਇਹ ਕਰੇਗਾ ਤੇ ਕੀ ਹੋਏਗਾ। ਉਹ ਬੜਾ ਅੱਗੇ ਡਰਾਵਣਾ ਮਾਹੌਲ ਆ ਜਿੱਥੇ ਤੂੰ ਜਾਣਾ ਹੈ। ਜੇ ਤੂੰ ਸਦਗੁਣੀ ਨਹੀਂ ਹੈਗਾ, ਜੇ ਤੂੰ ਵੱਡ ਗੁਣੀ ਨਹੀਂ ਹੈਗਾ, ਜੇ ਤੂੰ ਉੱਚੇ ਜਿਹੜਾ ਇਹ ਕਿਰਦਾਰ ਦਾ ਮਨੁੱਖ ਨਹੀਂ ਹੈਗਾ, ਤੇ ਫਿਰ ਤੈਨੂੰ ਉੱਥੇ ਜਾ ਕੇ ਜੋ ਕੁਝ ਮਿਲਣਾ ਹੈ ਉਹ ਬਹੁਤ ਡਰਾਵਣਾ ਹੋਏਗਾ। ਕਿਉਂਕਿ ਗੁਰੂ ਸਾਹਿਬ ਕਈ ਥਾਵਾਂ ਦੇ ਉੱਤੇ ਜਿਹੜੀ ਸਵਰਗ ਨਰਕ ਦੀ ਥਿਊਰੀ ਆ ਉਹਦੇ ਬਾਰੇ ਗੁਰਬਾਣੀ ਦੇ ਵਿੱਚ ਜਿਹੜਾ ਉਹ ਜ਼ਿਕਰ ਕਰਦੇ ਨੇ। ਸੋ ਇਸ ਕਰਕੇ ਕਿ ਜਿਹੜਾ ਸਦਾਚਾਰੀ ਮਨੁੱਖ ਹੈ ਉਹਨੂੰ ਸਦਾਚਾਰੀ ਤੋਂ ਬਿਨਾਂ ਉਹ ਸਮਾਜ ਦੇ ਵਿੱਚ ਨਹੀਂ ਵਿਚਰ ਸਕਦਾ ਜਿੱਥੇ ਸਦਾਚਾਰੀ ਲੋਕ ਨਹੀਂ ਹੈਗੇ। ਆਪਾਂ ਕਈ ਥਾਵਾਂ ਤੇ ਕਈ ਦੇਸ਼ਾਂ ਦੇ ਵਿੱਚ ਦੇਖਦੇ ਹਾਂ ਕਿ ਮੈਂ ਸਮਾਲੀਆ ਬਾਰੇ ਪੜ੍ਹ ਰਿਹਾ ਸੀ ਕਿ ਉੱਥੇ ਹੁਣ ਡਾਕੂ ਬਣਨ ਲਈ ਵੀ ਰਿਸ਼ਵਤ ਦੇਣੀ ਪੈਂਦੀ ਹੈ। ਉਹ ਸਮੁੰਦਰੀ ਡਾਕੂ ਨੇ, ਉੱਥੇ ਸਦਾਚਾਰ ਕਦਰਾਂ ਕੀਮਤਾਂ ਨੇ, ਔਰਤਾਂ ਪ੍ਰਤੀ ਬਹੁਤ ਹਿੰਸਾ ਹੈ, ਖਾਣ ਪੀਣ ਨੂੰ ਲੁੱਟਿਆ ਜਾ ਰਿਹਾ ਹੈ, ਬਹੁਤ ਕੁਝ। ਪਰ ਮੈਨੂੰ ਦੇਖ ਕੇ ਹੈਰਾਨੀ ਹੋਈ ਕਿ ਨੌਕਰੀਆਂ ਲੈਣ ਦੀ ਰਿਸ਼ਵਤ ਜਾਂ ਗੌਰਮੈਂਟ ਨੌਕਰੀਆਂ ਲੈਣ ਦੀ ਜਾਂ ਕਿਸੇ ਕਾਰੋਬਾਰੀਆਂ ਦੇ ਵਿੱਚ ਆਪਣਾ ਕਾਰੋਬਾਰ ਵਧਾਉਣ ਲਈ ਰਿਸ਼ਵਤ ਦੇਣੀ ਪੈਂਦੀ ਆ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਸਮਾਲੀਆ ਦੇ ਵਿੱਚ ਜਿਹੜਾ ਡਾਕੂ ਬਣਨ ਦੀ ਰਿਸ਼ਵਤ ਦੇਣੀ ਪੈਂਦੀ ਆ। ਫਿਰ ਉਹ ਡਾਕੂ ਦੇ ਤੱਕ ਤੁਸੀਂ ਕੋਈ ਰਿਸ਼ਵਤ ਨਾ ਦਿਓ, ਉਹਨਾਂ ਨੂੰ ਪੈਸਾ ਨਾ ਦਿਓ, ਤਾਂ ਉਹ ਫਿਰ ਤੁਹਾਨੂੰ ਅਪਣਾਉਂਦੇ ਨਹੀਂ। ਤੇ ਸਮਾਜ ਦੇ ਵਿੱਚ ਇਹੋ ਜਿਹੀਆਂ ਧਾਰਾਂ ਵੀ ਹੈ ਕਿ ਜਿੱਥੇ ਸਾਰੇ ਇਸ ਤਰ੍ਹਾਂ ਦੇ ਕੰਮ ਕਰਨ ਲਈ ਵੀ ਜਿਹੜਾ ਹੈ ਸਾਨੂੰ ਪੁੱਠੇ ਰਾਹ ਮਨੁੱਖਤਾ ਤੋਂ ਜਿਹੜੇ ਲਾਂਭੇ ਲਿਜਾਉਂਦੇ ਰਾਹ ਉੱਥੇ ਜਾਣ ਲਈ ਵੀ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਜੀਵਨ ਅਪਣਾਉਣਾ ਪੈਂਦਾ ਹੈ। ਪਰ ਜੇ ਉੱਥੇ ਵੀ ਸਾਰੇ ਲੋਕ ਸਦਾਚਾਰੀ ਹੋ ਜਾਏ, ਸਾਰਾ ਕੁਝ ਮੈਂ ਦੇਖ ਰਿਹਾ ਸੀ ਕਿ ਉੱਥੇ, ਬਟ ਉੱਥੇ ਕਹਿੰਦੇ ਆ ਕਿ ਕਈਆਂ ਦੇਸ਼ਾਂ ਦੀ ਇਨਵਾਲਵਮੈਂਟ ਆ, ਕਈਆਂ ਉੱਥੇ ਲੋਕਾਂ ਦੀ ਇਨਵਾਲਵਮੈਂਟ ਆ, ਉਹੀ ਉਹਨਾਂ ਨੂੰ ਸੱਭਿਅਕ ਮਨੁੱਖ ਨਹੀਂ ਬਣਦੇ ਨੇ। ਬਿਲਕੁਲ। ਹਾਂਜੀ ਹਾਂਜੀ, ਕਾਫੀ ਵਿਸਤਾਰ 'ਚ ਤੁਸੀਂ ਇਹ ਗੱਲਾਂ ਸਾਨੂੰ ਦੱਸੀਆਂ ਨੇ, ਸਾਡੇ ਦਰਸ਼ਕਾਂ ਤੱਕ ਪਹੁੰਚੀਆਂ ਵੀ ਨੇ। ਜਿੱਥੋਂ ਤੱਕ ਚੀਨੀ ਜਿਹੜੀ ਵਿਚਾਰਧਾਰਾ ਜਾਂ ਚੀਨੀ ਦਰਸ਼ਨ ਹੈ ਨਾ, ਕਨਫਿਊਸ਼ੀਅਸ ਦੀ ਗੱਲ ਤੇ ਉਸ ਤੋਂ ਬਾਅਦ ਦੀ ਵੀ, ਮੈਂ ਆਪਣੇ ਇੱਕ ਪੰਜਾਬੀ ਦੇ ਬੜੇ ਅੱਛੇ ਲੇਖਕ ਨੇ ਜਿਹੜੇ ਜਾਪਾਨ 'ਚ ਰਹਿੰਦੇ ਨੇ, ਉਹਨਾਂ ਦਾ ਮੈਂ ਨਾਂ ਪੂਰਾ ਮੇਰੇ ਵਿਸਰ ਰਿਹਾ ਇਸ ਵੇਲੇ, ਸੋਢੀ ਉਹਨਾਂ ਦੇ ਪਿੱਛੇ ਲੱਗਦਾ। ਉਹ ਜਿਹੜੀ ਪੰਜਾਬੀ ਨੇ ਅਪਣਾਈ ਹੈ ਇੱਕ ਹਾਈਕੂ ਦੀ, ਤੁਸੀਂ ਸ਼ਾਇਦ ਨਾਲ ਜ਼ਿਆਦਾ ਜੁੜੇ ਹੋ ਮੇਰੇ ਤੋਂ। ਹਾਈਕੂ ਦੇ ਵਿੱਚ ਇੱਕ ਲਾਈਨ ਦੇ ਵਿੱਚ ਆਪਣੀ ਗੱਲ ਕਹਿਣ ਦਾ ਅੰਦਾਜ਼ ਹੈ, ਉਹ ਚਾਈਨਾ ਤੋਂ ਆਈ ਹੋਈ ਚੀਜ਼ ਹੈ, ਜਾਪਾਨ ਵਾਲਿਆਂ ਅਪਣਾਈ ਤੇ ਅੱਗੇ ਉਹ ਪੰਜਾਬੀ ਵਿੱਚ ਵੀ ਆ ਰਹੀ ਹੈ, ਬਹੁਤ ਸਾਰੇ ਲੋਕ ਉੱਤੇ ਕੰਮ ਕਰ ਰਹੇ ਆ। ਤੇ ਉਹਨਾਂ ਦੀਆਂ ਮੈਂ ਕੁਝ ਕਿਤਾਬਾਂ ਸੋਢੀ ਨਾਂ ਦੀਆਂ ਚੀਨੀ ਦਰਸ਼ਨ ਬਾਰੇ ਪੜ੍ਹੀਆਂ, ਇਕੱਲੇ ਕਨਫਿਊਸ਼ੀਅਸ ਬਾਰੇ ਨਹੀਂ, ਕੁਝ ਹੋਰ ਵੀ ਜਿਹੜਾ ਉਹ ਤੋਂ ਪ੍ਰਾਤਨ ਜਿਹੜਾ ਸੀਗਾ ਚੀਨੀ ਦਰਸ਼ਨ ਜਿਹੜਾ ਹੈ ਬੜਾ ਸਟਰੋਂਗ ਦਰਸ਼ਨ ਹੈ। ਇਹ ਗੱਲ ਵੱਖਰੀ ਹੈ ਕਿ ਸਮਾਂ ਸਮਾਜ ਬਦਲਦਾ ਆ, ਪ੍ਰਸਥਿਤੀਆਂ ਦੇ ਅਨੁਕੂਲ ਚੀਜ਼ਾਂ ਬਦਲਦੀਆਂ ਨੇ। ਆਪਣੇ ਸਮਾਜਾਂ 'ਚ ਵੀ ਵੇਖ ਲਈਏ, ਜੋ ਆਪਾਂ ਰੈਫਰੈਂਸ ਵਾਰ-ਵਾਰ ਕੋਡ ਕਰਦੇ ਆ ਗੁਰੂ ਨਾਨਕ ਸਾਹਿਬ ਦੇ ਜਾਂ ਆਪਣੇ ਗੁਰੂ ਸਾਹਿਬਾਂ ਦੇ ਹੁਕਮ ਜਿਹੜੇ ਆ, ਜਿਸ ਤਰ੍ਹਾਂ ਗੁਰਬਾਣੀ 'ਚ ਆਏ ਆ, ਜਾਂ ਉਹਨਾਂ ਨੂੰ ਕੋਡ ਤੇ ਕਰਦੇ ਆ, ਪਰ ਸਮਾਜ ਉਹਨਾਂ ਨੂੰ ਪੂਰੀ ਤਰ੍ਹਾਂ ਅਪਣਾਉਂਦਾ ਨਹੀਂ ਆ। ਅਸੀਂ ਸਾਰੇ ਭਾਵੇਂ ਜਿੱਦਾਂ ਦੇ ਗੁਣਾਂ ਦੀ ਗੱਲ ਕਰਦੇ ਆ, ਸਤਿਗੁਣ ਜਿਹੜੇ ਆ ਜਾਂ ਸਦਭਾਵਨਾ ਦੀ ਗੱਲ ਪਿੱਛੇ ਕੀਤੀ ਆ, ਹੁਣ ਸਦਾਚਾਰ ਦੀ ਕਰ ਰਹੇ ਆ, ਤੇ ਕਈ ਵਾਰ ਐਂ ਲੱਗਣ ਲੱਗ ਜਾਂਦਾ ਕਿ
ਤੁਸੀਂ ਤਾਂ ਕਿਹਾ ਨਾ ਕਿ ਬਹੁਤ ਸਾਰੇ ਸਧਾਰਨ ਮਨੁੱਖਾਂ 'ਚ ਸਦਾਚਾਰੀ ਮਨੁੱਖ ਤੁਹਾਨੂੰ ਮਿਲਦੇ ਆ, ਪਰ ਕਈ ਵਾਰ ਐਂ ਲੱਗਦਾ ਕਿਸੇ ਹੋਰ ਦੁਨੀਆ ਦੀ ਅਸੀਂ ਗੱਲ ਕਰ ਰਹੇ ਹਾਂ। ਇਹ ਦੁਨੀਆ ਦੀਆਂ ਚੀਜ਼ਾਂ ਹੈ ਨਹੀਂ। ਆਲੇ ਦੁਆਲੇ ਜਦੋਂ ਵਿਚਰਦੇ ਹਾਂ ਆਪਾਂ ਵੇਖਦੇ ਹਾਂ ਕਿ ਸਾਡੇ ਆਪਣੇ ਭੈਣ ਭਰਾ, ਉਹਨਾਂ 'ਚ ਅਸੀਂ ਵੀ ਸ਼ਾਮਲ ਆ। ਵੈਸੇ ਨਿੱਕੀਆਂ ਨਿੱਕੀਆਂ ਚੀਜ਼ਾਂ ਲਈ ਲਾਲਚ ਦਿਖਾਉਂਦੇ ਹਾਂ, ਨਿੱਕੇ ਨਿੱਕੇ ਕੰਮਾਂ 'ਤੇ ਅਸੀਂ ਉਲਝ ਜਾਂਦੇ ਇੱਕ ਦੂਜੇ ਨਾਲ, ਬਹਿਸ ਕਰਦੇ ਹਾਂ, ਦੂਜੇ ਦੀ ਗੱਲ ਨੂੰ ਆਪਾਂ ਸੁਣਨਾ ਹੀ ਪਸੰਦ ਨਹੀਂ ਕਰਦੇ, ਸਮਝਦੇ ਅਸੀਂ ਸਭ ਤੋਂ ਸਿਆਣੇ ਹਾਂ, ਜੋ ਅਸੀਂ ਕਹਿ ਰਹੇ ਹਾਂ ਉਹੀ ਸਭ ਤੋਂ ਅਖੀਰਲਾ ਸੱਚ ਹੈ। ਮਨੁੱਖੀ ਸੁਭਾਅ ਦੇ ਵਿੱਚ ਜਿਹੜੀਆਂ ਤਬਦੀਲੀਆਂ ਸਮੇਂ ਨਾਲ ਆਉਂਦੀਆਂ ਨਾ, ਉਹਨੇ ਵੀ ਕਈ ਸਾਡੇ ਜਿਹੜੇ ਸਦਾਚਾਰ ਦੇ ਗੁਣ ਆ ਉਹਨਾਂ ਨੂੰ ਥੋੜ੍ਹਾ ਜਿਹਾ ਧੂਮਲ ਤੇ ਕੀਤਾ ਹੀ ਆ, ਕਿਤੇ ਨਾ ਕਿਤੇ ਕੀਤਾ। ਤੇ ਆਲੇ ਦੁਆਲੇ ਸਾਡੇ ਜਦੋਂ ਪਸਾਰਾ ਜਿਹੜਾ ਹੈਗਾ ਉਹਦਾ ਪ੍ਰਭਾਵ ਸਾਡੇ ਤੇ ਪੈਣਾ ਲਾਜ਼ਮੀ ਆ। ਕਈ ਵਾਰ ਗੱਲਾਂ ਕਰਦਿਆਂ ਕਰਦਿਆਂ ਐਂ ਲੱਗਦਾ ਕਿ ਅਸੀਂ ਬਹੁਤ ਯਥਾਰਥਵਾਦੀ ਨਹੀਂ ਗਏ, ਇੱਕ ਆਈਡੀਅਲ ਸਟੇਟ ਦੀ ਗੱਲ ਕਰੀ ਜਾ ਰਹੇ ਆ ਜਿੱਥੇ ਕੋਈ ਮਤਲਬ ਸਵਰਗੀ ਦ੍ਰਿਸ਼ ਜਿਹੜੇ ਆ ਉਹੀ ਨਜ਼ਰ ਆਉਂਦੇ ਹੋਣ। ਨਹੀਂ ਜੀ ਸਾਹਿਬ, ਤੁਸੀਂ ਦੇਖੋ, ਇਹ ਅਸੀਂ ਆਪਣੇ ਦੋਨਾਂ ਨੇ ਆਪਣੇ ਜੀਵਨ ਦੇ ਵਿੱਚ ਭਗਤ ਪੂਰਨ ਸਿੰਘ ਹੋਣਾ ਨੂੰ ਦੇਖਿਆ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਬਹੁਤ ਦੂਰ ਅਸੀਂ ਸਾਡੇ ਸਮਾਜ ਦੇ ਵਿੱਚ ਨੇੜੇ ਨੇੜੇ ਵਿਚਰਦੇ ਲੋਕਾਂ ਨੂੰ ਅਸੀਂ ਫਿਰ ਕਈ ਵਾਰ ਜਦੋਂ ਅਸੀਂ ਉਹਨਾਂ ਦੀ ਵਡਿਆਈ ਕਰਦੇ ਹਾਂ, ਉਹਨਾਂ ਨੂੰ ਸਮਝਦੇ ਹਾਂ ਕਿ ਇਹ ਸੰਜਮੀ ਮਨੁੱਖ ਨੇ, ਸਦਾਚਾਰੀ ਮਨੁੱਖ ਨੇ, ਤੇ ਉਹ ਬਹੁਤੀ ਵਾਰ ਫਿਰ ਸਾਨੂੰ ਸਮਝ ਨਹੀਂ ਹੁੰਦੀ, ਕਿਉਂਕਿ ਉਹ ਸਾਡੇ ਬਿਲਕੁਲ ਸਮਕਾਲੀ ਹੁੰਦੇ ਨੇ। ਉਹਨਾਂ ਦੇ ਸਮਕਾਲੀ ਹੋਣ ਦੇ ਉੱਤੇ ਸਾਡੀ ਪਰਖ ਦਾ ਮਿਆਰ ਉਹਨਾਂ ਉੱਚਾ ਨਹੀਂ ਹੁੰਦਾ ਕਿ ਅਸੀਂ ਉਹਨਾਂ ਦੇ ਸਦਾ ਗੁਣਾਂ ਨੂੰ ਸਮਝ ਸਕੀਏ। ਸੋ ਸਦਗੁਣੀ ਜਿਹੜਾ ਹੈ ਉਹ ਕੋਈ ਇਸ ਤਰ੍ਹਾਂ ਦੀ ਅਵਸਥਾ ਨਹੀਂ ਹੈਗੀ ਕਿ ਤੁਸੀਂ ਸੰਸਾਰ ਤੋਂ ਬਾਹਰ ਹੋ ਕੇ ਵਿਚਰ ਰਹੇ ਆ। ਤੁਹਾਨੂੰ ਬਹੁਤ ਸਾਰੇ ਸਦਾਚਾਰੀ ਇਮਾਨਦਾਰ ਲੋਕ ਜਿਹੜੇ ਆ ਤੁਹਾਡੇ ਸਾਹਮਣੇ ਮਿਲ ਜਾਂਦੇ ਨੇ। ਔਰ ਆਪਾਂ ਨੂੰ ਆਪਣੇ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਨਿਗਾਹ ਮਾਰ ਕੇ ਵੇਖੋ, ਕਿੰਨੇ ਸਦਾਚਾਰੀ ਲੋਕ ਨੇ, ਕਿੰਨੇ ਉਹਨਾਂ ਦੇ ਉੱਤੇ ਕੋਈ ਮਾਇਆ ਦਾ ਪ੍ਰਭਾਵ ਨਹੀਂ, ਕੋਈ ਗੱਲ ਨਹੀਂ, ਉਹ ਆਪਣੀ ਸੱਚ ਦੀ ਗੱਲ ਦੇ ਉੱਤੇ ਖੜੇ ਆ ਔਰ ਉਹ ਜੀਵਨ ਬਤੀਤ ਕਰਦੇ ਆ। ਉਹ ਕਈ ਵਾਰ ਸਾਡੇ ਸਾਹਮਣੇ ਫਿਰ ਜਿਹੜੇ ਫੈਸਲੇ ਲੈਂਦੇ ਆ, ਜਦੋਂ ਸਦਾਚਾਰੀ ਮਨੁੱਖ ਲੈਂਦੇ ਆ, ਤਾਂ ਕਈ ਵਾਰ ਸਾਡੀ ਉਹਨਾਂ ਨਾਲ ਸਹਿਮਤੀ ਨਹੀਂ ਹੁੰਦੀ ਤੇ ਇਸ ਕਰਕੇ ਸਾਨੂੰ ਐਂ ਲੱਗਦਾ ਕਿ ਉੱਤਮ ਮਨੁੱਖ ਨਹੀਂ, ਬੇਸਿਕਲੀ ਉਹ ਉੱਤਮ ਮਨੁੱਖ ਹੁੰਦੇ ਨੇ। ਮੈਂ ਬਹੁਤ ਸਾਰੇ ਉਹ ਲੋਕ ਜਿਹੜੇ ਆ ਗਿਣਤੀ, ਜਿੱਦਾਂ ਤੁਸੀਂ ਸਮਝ ਲਓ, ਮੈਂ ਤੁਹਾਡੇ ਬਾਰੇ ਹੀ ਗੱਲ ਕਰਦਾ, ਚਲੋ ਹੋਰ ਕਿਸੇ ਨੂੰ ਮੈਂ ਐਗਜ਼ਾਮਪਲ ਕੋਟ ਕਰਾਂ ਤੇ ਉਹ ਪਰਸਨਲ ਨਹੀਂ ਹੋਏਗੀ। ਮੈਂ ਤੁਹਾਡੇ ਗਾੜੀ ਜੇ ਕੋਈ ਮੇਰੇ ਤੋਂ ਗੁਸਤਾਖੀ ਵੀ ਹੋ ਜਾਏ ਤਾਂ ਤੁਸੀਂ ਮੈਨੂੰ ਮਾਫ ਕਰ ਸਕਦੇ। ਹੁਣ ਤੁਸੀਂ ਦੇਖੋ, ਜੇ ਤੁਸੀਂ ਸਦਾਚਾਰੀ ਮਨੁੱਖ ਨਹੀਂ, ਤੁਹਾਨੂੰ ਲੋਕਾਂ ਲਈ ਪਰਨਾਇਆ ਟੀਵੀ ਚਲਾਉਣ ਦੀ ਕੀ ਲੋੜ ਹੈ? ਤੁਸੀਂ ਆਪਣੇ ਇੱਥੇ ਬਹੁਤ ਅੱਛਾ ਬਿਜ਼ਨਸ ਕਰ ਸਕਦੇ ਜੇ। ਤੁਸੀਂ ਲੋਕਾਂ ਕੋਲੋਂ ਰੋਜ਼ ਸਵੇਰੇ ਝੋਲਾ ਪਾ ਕੇ ਐਡਵਰਟਾਈਜ਼ਮੈਂਟਾਂ ਮੰਗਣ ਜਾ ਸਕਦੇ ਜੇ। ਤੁਸੀਂ ਇਸ ਟੀਵੀ ਦੇ ਉੱਤੇ ਲੋਕ ਬਹੁਤ ਸਾਰੇ ਧਨਾੜ ਨੇ, ਉਹ ਮੈਂਸ਼ਨਾਂ ਦੇ ਵਿੱਚ ਰਹਿੰਦੇ, ਵੱਡੇ ਵੱਡੇ ਬੰਗਲਿਆਂ 'ਚ ਰਹਿੰਦੇ ਨੇ ਜਿਹੜੇ ਟੀਵੀ ਚਲਾਉਂਦੇ ਨੇ। ਪਰ ਉਹ ਇਸ ਕਰਕੇ ਕਈ ਵਾਰ ਪਰ ਤੁਸੀਂ ਕਈ ਵਾਰ ਹੋ ਸਕਦਾ ਕਿ ਆਪਣੇ ਸਮਕਾਲੀਆਂ ਬਾਰੇ ਉਹ ਸੱਚ ਤੇ ਆਧਾਰਿਤ ਟਿੱਪਣੀਆਂ ਕਰ ਦਿਓ, ਉਹ ਲੋਕਾਂ ਨੂੰ ਬੁਰੀਆਂ ਲੱਗਣਗੀਆਂ ਤਾਂ ਕਹਿ ਦੇਣਗੇ ਕਿ ਹਰਜੀਤ ਸਿੰਘ ਗਿੱਲ ਤੇ ਸਦਾਚਾਰੀ ਨਹੀਂ, ਬਲਕਿ ਅਸਲ ਦੇ ਵਿੱਚ ਉਹ ਉਸ ਟਿੱਪਣੀ ਦੇ ਯੋਗ ਨਹੀਂ ਹੁੰਦੇ ਮਨੁੱਖ। ਸੋ ਅਸੀਂ ਇੱਥੇ ਦੇਖਿਆ, ਆਪਾਂ ਆਪਣੀ ਜੀਵਨ ਦੇ ਵਿੱਚ ਹੁਣੇ ਆਪਾਂ ਦੇਖਦੇ ਹਾਂ, ਆਪਾਂ ਡਾਕਟਰ ਸੁੱਚਾ ਸਿੰਘ ਗਿੱਲ ਹੋਣਾ ਨੂੰ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਦੇਖਦੇ ਹਾਂ। ਸਦਾਚਾਰ ਦੀ ਜ਼ਿੰਦਗੀ ਆ, ਬੜੀ ਸਾਦੀ ਜ਼ਿੰਦਗੀ ਆ, ਖਾਣ ਪੀਣ ਬਹੁਤ ਸਾਰਾ। ਫਿਰ ਤੁਸੀਂ ਇੱਕ ਦਿਨ ਇੱਕ ਬਹੁਤ ਉੱਚ ਅਧਿਕਾਰੀ ਲੈ ਕੇ ਆਏ ਸੀਗੇ ਜਸਵੰਤ ਸਿੰਘ ਹੋਣੀ, ਉਹ ਵੇਖੋ ਕਿੰਨੇ, ਪਰ ਉਹ ਜਦੋਂ ਉਹਨਾਂ ਨੇ ਕੰਮਕਾਰ ਦੇ ਵਿੱਚ ਆਪਣੇ ਸਮਕਾਲੀ ਲੋਕਾਂ ਨੂੰ ਕੁਝ ਸੁਧਾਰਨ ਲਈ ਟਿੱਪਣੀਆਂ ਕੀਤੀਆਂ ਹੋਣਗੀਆਂ ਤੇ ਉਹਨਾਂ ਨੂੰ ਉਹ ਸਦਾਚਾਰੀ ਨਹੀਂ ਲੱਗਦੇ। ਸੋ ਇਸ ਵੇਲੇ ਸਦਾਚਾਰੀ ਮਨੁੱਖਾਂ ਦੀ ਘਾਟ ਨਹੀਂ, ਜੇ ਘਾਟ ਹੁੰਦੀ ਤੇ ਇਹ ਸੰਸਾਰ ਕਿਤੇ ਦਾ ਕਿਤੇ ਚਲਾ ਗਿਆ। ਅੱਜ ਦੇਖੋ, ਯੂਕਰੇਨ ਤੇ ਰਸ਼ੀਆ ਦੀ ਜੰਗ ਲੱਗ ਰਹੀ ਹੈ, ਬਹੁਤ ਸਾਰੇ ਸਦਾਚਾਰੀ ਲੋਕ ਉੱਥੇ ਹਾਂ ਦਾ ਨਾਰਾ ਮਾਰ ਰਹੇ ਨੇ। ਉਹ ਕਹਿ ਰਹੇ ਨੇ ਕਿ ਦੋਨੋਂ ਜਿਹੜੇ ਪੱਖ ਨੇ ਉਹ ਮਨੁੱਖਤਾ ਦੇ ਖਿਲਾਫ ਕੰਮ ਕਰ ਰਹੇ ਨੇ। ਸੋ ਸਦਾਚਾਰੀ ਲੋਕ ਇਸ ਤਰ੍ਹਾਂ ਦੇ ਨੇਗੇ। ਕਈ ਵਾਰ ਅਸੀਂ ਦੇਖ ਲੈਂਦੇ ਹਾਂ ਕਿ ਮੇਰਾ ਵੀ ਇਸ ਤੋਂ ਪਹਿਲਾਂ ਇਹ ਸੀ ਕਿ ਸਦਾਚਾਰੀ ਮਨੁੱਖ ਹੋਏਗਾ ਜਿਹਨੇ ਬਹੁਤ ਚਿੱਟਾ ਬਾਣਾ ਪਾਇਆ ਹੋਏਗਾ, ਚਿੱਟੀ ਦਸਤਾਰ ਸਜਾਈ ਹੋਏਗੀ ਔਰ ਉਹ ਬੜਾ ਸੋਖਾਸਨ ਦੇ ਉੱਤੇ ਬੈਠਾ ਹੋਏਗਾ, ਔਰ ਸੋਖਾਸਨ ਦੇ ਉੱਤੇ ਬੈਠਾ ਹੀ ਕਈ ਵਾਰ ਸਦਾਚਾਰੀ ਮਨੁੱਖ ਤਾਂ ਬਿਲਕੁਲ ਸਧਾਰਨ ਮਨੁੱਖ ਨੇ, ਸਾਡੇ ਨਾਲ ਵਿਚਰਦੇ ਨੇ, ਸਾਡੇ ਨਾਲ ਬਹਿੰਦੇ ਨੇ। ਤੁਹਾਡੇ ਨਾਲ ਕਈ ਵਾਰ ਬਹੁਤ ਸਾਰੇ ਸਦਾਚਾਰੀ ਮਨੁੱਖ ਤੁਹਾਡੀ ਕਾਰ ਦੇ ਵਿੱਚ ਗਏ ਹੋਣਗੇ, ਪਰ ਕਿਉਂਕਿ ਉਹ ਸਾਡੇ ਸਮਕਾਲੀ ਹੋਣ ਕਰਕੇ ਬਹੁਤੀ ਵਾਰ ਅਸੀਂ, ਪਰ ਜਦੋਂ ਜੀਵਨ ਦੇ ਦਰਸ਼ਨ ਦੇ ਉੱਤੇ ਗੱਲ ਹੋਏਗੀ, ਜਦੋਂ ਉਹਨਾਂ ਦੇ ਕੀਤੇ ਹੋਏ ਕੰਮ ਦਾ, ਔਰ ਸਾਡਾ ਇਹ ਹੈਗਾ ਇਤਿਹਾਸ ਜਿਹੜਾ ਹੈ ਹਮੇਸ਼ਾ ਹੀ ਇਤਿਹਾਸ ਮੁਲਾਂਕਣ ਕਰਦਾ ਹੈ, ਔਰ ਇਤਿਹਾਸ ਜਿਹੜਾ ਹੈ ਉਹ ਪ੍ਰੈਜ਼ੈਂਟ ਬੰਦਿਆਂ ਬਾਰੇ ਬਹੁਤੀ ਗੱਲ ਨਹੀਂ ਕਰਦਾ, ਔਰ ਆਉਣ ਵਾਲੇ ਹਮੇਸ਼ਾ ਹੀ ਪਾਸਟ ਬਾਰੇ ਫਿਰ ਉਹ ਲੱਭ ਕੇ ਸਾਨੂੰ ਜਿਹੜਾ ਹੈ ਉਹ ਸਦਾਚਾਰੀ ਮਨੁੱਖ ਸਾਡੇ ਸਾਹਮਣੇ ਰਹਿੰਦਾ ਹੈ। ਸੋ ਮੈਂ ਇਸ ਗੱਲ ਦੇ ਉੱਤੇ ਆਸਵੰਦ ਹਾਂ, ਔਰ ਮੈਂ ਇਹ ਸੋਚਦਾ ਵੀ ਹਾਂ ਕਿ ਸਾਡੇ ਚਿਰਦੇ ਦੇ ਵਿੱਚ ਬਹੁਤ ਸਾਰੇ ਸਦਾਚਾਰੀ ਮਨੁੱਖ ਹੈਗੇ ਨੇ ਤੇ ਮਨੁੱਖਤਾ ਹਾਲੀ ਵੀ ਠੀਕ ਰਾਹ ਤੇ ਕਰ ਰਹੀ ਆ। ਜੇ ਉਹ ਸਦਾਚਾਰੀ ਮਨੁੱਖ ਨਹੀਂ ਹੁੰਦੇ ਤੇ ਅੱਜ ਮਨੁੱਖਤਾ ਦਾ ਪਤਾ ਨਹੀਂ ਕਿੰਨਾ ਘਾਣ ਹੋ ਗਿਆ ਹੁੰਦਾ।
ਸੋ ਮੇਰੀ ਤੇ ਇਹ ਜਿਹੜੀ ਆ ਉਹ ਮੈਂ ਇਸ ਗੱਲ ਤੇ ਆਸਵੰਦ ਆ। ਔਰ ਮੈਨੂੰ ਤੇ ਇਹ ਲੱਗਦਾ ਕਿ ਬਹੁਤ ਸਾਰੇ ਲੋਕ ਨਿਰਸਵਾਰਥ ਰਹਿ ਕੇ ਬਹੁਤ ਸਾਰੇ ਕੰਮ ਕਰ ਰਹੇ ਨੇ। ਸੋ ਜਿੱਥੇ ਕਦਰਾਂ ਕੀਮਤਾਂ ਦੇ ਵਿੱਚ ਜਿਹੜਾ ਇਹ ਪਦਾਰਥਵਾਦ ਥੋੜਾ ਜਿਹਾ ਹਾਵੀ ਹੋ ਗਿਆ ਹੈ, ਪਰ ਮੈਂ ਵੇਖਿਆ ਪਦਾਰਥਵਾਦ ਨੂੰ ਅਪਣਾਉਂਦੇ ਹੋਏ ਲੋਕ ਜ਼ਿੰਦਗੀ ਦੀਆਂ ਤਰੱਕੀਆਂ ਕਰਦੇ ਚੰਗੇ ਘਰਾਂ ਦੀ ਲਾਲਸਾ ਰੱਖਦੇ ਹੋਏ ਵੀ ਬਹੁਤ ਸੱਜੇਧਾਰੀ ਨੇ। ਔਰ ਉਹ ਆਪਣੇ ਸੋਚ ਦੇ ਵਿੱਚੋਂ ਆਪਣੇ ਯਾਰਾਂ ਦੋਸਤਾਂ ਨਾਲ ਬੈਠਦੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਨੇ, ਉਹਨਾਂ ਨਾਲ ਕਿਤੇ ਚਾਹ ਪਾਣੀ ਪੀਂਦੇ ਨੇ। ਉਹ ਸਦਾਚਾਰੀ ਮਨੁੱਖ ਜਿਹੜੇ ਆ ਉਹ ਆਮ ਮਨੁੱਖਾਂ ਤੋਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਕੋਈ ਦਿੱਖ ਬਹੁਤ ਜ਼ਿਆਦਾ ਵੱਖਰੀ ਹੋਏਗੀ। ਉਹ ਹਮੇਸ਼ਾ ਹੀ ਜ਼ਿੰਦਗੀ ਦੇ ਆਮ ਵਿਹਾਰ ਕਰਦੇ ਹੀ ਸਦਾਚਾਰੀ ਰਹਿੰਦੇ। ਹਾਂਜੀ, ਆਪਾਂ ਹੰਸਪਾਲ ਜੀ ਜਦੋਂ ਦੁਨੀਆ ਦੇ ਵੱਖ-ਵੱਖ ਖਿੱਤਿਆਂ ਦੀ ਪਛਾਣ ਕਰਦੇ ਆ ਨਾ, ਗੱਲ ਕਰਦੇ, ਜਿੱਦਾਂ ਹੁਣ ਤੁਸੀਂ ਸੋਮਾਲੀਆ ਦਾ ਜ਼ਿਕਰ ਕੀਤਾ, ਕਿਉਂਕਿ ਸਾਡੇ ਕੋਲ ਬਹੁਤ ਸਾਰਾ ਉਹਨਾਂ ਦਾ ਪੁਰਾਣਾ ਲਿਟਰੇਚਰ ਅਵੇਲੇਬਲ ਨਹੀਂ ਜਾਂ ਸਾਡੀ ਨਜ਼ਰ ਚੋਂ ਨਹੀਂ ਲੰਘਿਆ ਹੁੰਦਾ। ਇਹਦਾ ਮਤਲਬ ਇਹ ਨਹੀਂ ਆ ਕਿ ਉੱਥੋਂ ਦੇ ਜਿਹੜੇ ਦਾਨਸ਼ਵਰ ਹੋਏ ਹੋਣਗੇ ਪੁਰਾਣੇ, ਉਹਨਾਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਇਹ ਸਦਾਚਾਰੀ ਗੁਣ ਆ ਇਹਨਾਂ ਦੀ ਪਰਿਭਾਸ਼ਾ ਨਹੀਂ ਸਮਝਾਈ ਹੋਏਗੀ। ਹਾਲਾਤ ਜਿਹੜੇ ਆ ਉਹ ਕਈ ਵਾਰ ਬਦਲ ਦਿੰਦੇ ਆ। ਉਸ ਖਿੱਤੇ ਦੀ ਗਰੀਬੀ, ਬੇਰੁਜ਼ਗਾਰੀ, ਹਾਲਾਂਕਿ ਮਨੁੱਖ ਦੀ ਉਤਪਤੀ ਦਾ ਖਿੱਤਾ ਵੀ ਉਹੀ ਅਫਰੀਕਨ ਕੰਟੀਨੈਂਟ ਨੂੰ ਮੰਨਿਆ ਜਾਂਦਾ ਕਿ ਮਨੁੱਖ ਪੈਦਾ ਹੀ ਉੱਥੇ ਹੋਇਆ ਸੀਗਾ, ਬਾਕੀ ਦੇ ਅਸੀਂ ਬਾਅਦ 'ਚ ਵਿਸਥਾਰ ਹੋਇਆ। ਤੇ ਜੇ ਇੰਨੀ ਪੁਰਾਣੀ ਸੱਭਿਅਤਾ ਜਿੱਥੇ ਮਨੁੱਖ ਪੈਦਾ ਹੋਇਆ ਤੇ ਉੱਥੋਂ ਦੇ ਜਿਹੜੇ ਦਾਨਸ਼ਵਰ ਆ ਉਹਨਾਂ ਵੀ ਜ਼ਰੂਰ ਕਿਤੇ ਨਾ ਕਿਤੇ ਸਦਾਚਾਰਕ ਗੁਣਾਂ ਦੀ ਗੱਲ ਕੀਤੀ ਹੋਏਗੀ, ਜਿਹੜੀ ਸਾਡੀ ਨਜ਼ਰ ਤੋਂ ਕਿਤੇ ਨਾ ਕਿਤੇ ਓਝਲ ਹੈ। ਤੇ ਸਮੇਂ ਦੀ ਤਬਦੀਲੀ ਨੇ ਜਾਂ ਜਿਹੜੀਆਂ ਉੱਥੋਂ ਦੀਆਂ ਹਾਲਾਤ ਨੇ, ਮੌਜੂਦਾ ਹਾਲਾਤ ਨੇ, ਉਹਨਾਂ ਨੇ ਚੇਂਜ ਕੀਤਾ। ਮੈਂ ਇੱਦਾਂ ਹੀ ਵੇਖ ਰਿਹਾ ਸੀਗਾ, ਮੇਰੇ ਜੇਨ ਚੋਂ ਨਾਮ ਵਿਸਰ ਗਿਆ ਸੀ, ਸੁਰਿੰਦਰ ਸੋਢੀ ਹੈ ਜੀ ਉਹਨਾਂ ਦਾ ਨਾਮ, ਜਿਹੜੇ ਜਾਪਾਨ 'ਚ ਪੰਜਾਬੀ ਦੇ ਹਾਈਕੂ ਦੇ ਉੱਤੇ ਕੰਮ ਕਰ ਰਹੇ ਆ। ਤੇ ਉਹਨਾਂ ਨੇ ਜਿਹੜਾ ਚੀਨੀ ਦਰਸ਼ਨ ਹੈ ਨਾ ਉੱਤੇ ਕਾਫੀ ਕੰਮ ਕੀਤਾ। ਉਹਨਾਂ ਦੀਆਂ 2-3 ਕਿਤਾਬਾਂ ਮੇਰੀ ਨਜ਼ਰ ਚੋਂ ਵੀ ਨਿਕਲੀਆਂ ਨੇ। ਤੇ ਉਹ ਮੈਂ ਵੇਖ ਰਿਹਾ ਸੀ ਕਿ 6 ਵਿਚਾਰਧਾਰਾ ਨੇ ਚਾਈਨਾ ਦੇ ਦਰਸ਼ਨ ਦੀਆਂ ਮੁੱਖ ਤੌਰ ਤੇ। ਜਿਹੜਾ ਸਭ ਤੋਂ ਪਹਿਲਾਂ ਹੈ ਨਾ ਤੁਸੀਂ ਜ਼ਿਕਰ ਕੀਤਾ ਸੀ ਕਨਫਿਊਸ਼ੀਅਸ ਦਾ, ਕਨਫਿਊਸ਼ੀਅਸਵਾਦ ਜਿਹੜਾ ਉਹ ਉਹਨਾਂ ਦਾ ਬੜਾ ਮਹੱਤਵਪੂਰਨ ਹੈ। ਤੇ ਉਹਦੇ ਨਾਲ ਤਾਓਵਾਦ ਤੇ ਉਹਨਾਂ ਦੀ ਬੜੀ ਪਿਆਰੀ ਕਿਤਾਬ ਹੈ ਕਿ ਉਹ ਫਲਸਫਾ ਕੀ ਹੈ ਤੇ ਮਨੁੱਖ ਨੂੰ ਬਿਹਤਰ ਕਿੱਦਾਂ ਬਣਾਉਂਦਾ ਹੈ। ਤੇ ਤਾਓਵਾਦ ਤੇ ਕਨਫਿਊਸ਼ਨਵਾਦ, ਜਿਹੜਾ ਕਨਫਿਊਸ਼ਨ ਨੇ ਜੋ ਸਿਧਾਂਤ ਦਿੱਤੇ ਆ, ਉਹਨਾਂ ਨੂੰ ਬੇਸ ਬਣਾ ਕੇ ਅਜੋਕੇ ਸਮੇਂ ਦੇ ਵਿੱਚ ਮਾਓਵਾਦ ਜਿਹਨੂੰ ਕਹਿਤਾ ਹੁਣ ਅਸੀਂ ਬੜਾ ਉਹਨੂੰ ਭੰਡ ਦਿੱਤਾ ਕਿ ਮਾਓਵਾਦੀ ਵਿਚਾਰਧਾਰਾ ਤੇ ਬਹੁਤ ਮਾਰ ਕੁੱਟ ਕਰਨ ਵਾਲੀ ਵਿਚਾਰਧਾਰਾ ਅਹਿੰਸਕ ਹੈ। ਪਰ ਉਹਦਾ ਜਿਹੜਾ ਬੇਸ ਆ ਉਹ ਤਾਓਵਾਦ ਤੇ ਕਨਫਿਊਸ਼ਨਵਾਦ ਜਿਹੜਾ ਉਹਦੇ ਚੋਂ ਨਿਕਲਿਆ ਹੋਇਆ। ਤੇ ਉਹਦੇ ਚੋਂ ਅੱਗੇ ਨਿਕਲਦੀਆਂ ਹੋਈਆਂ ਹੋਰ ਜਿਹੜੀਆਂ ਵਿਚਾਰਧਾਰਾ ਨੇ ਉਹ ਤਰਕਵਾਦ ਜਿਹੜਾ ਉਹ, ਤੇ ਇੱਕ ਜਿੰਗ ਜਾਨ ਦੀ ਵਿਚਾਰਧਾਰਾ ਕੋਈ ਆ, ਉਹ ਮੈਂ ਉਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਕਰਦਾ, ਮੈਂ ਗੂਗਲ ਤੋਂ ਨਾਲ ਵੇਖ ਕੇ ਤੁਹਾਨੂੰ ਦੱਸ ਰਿਹਾ। ਤੇ ਕਾਨੂੰਨ ਪ੍ਰਸਤੀ ਬਾਰੇ ਮੇਰੇ ਖਿਆਲ ਹੈਗੀ ਹੈ ਜਿੰਗ ਜਾਨ ਦੀ ਵਿਚਾਰਧਾਰਾ। ਮਤਲਬ ਸਾਰੀਆਂ ਦਾ ਸੁਮੇਲ ਕਰਕੇ ਇੱਕ ਸਮਾਜ ਬਣਦਾ। ਅਸੀਂ ਚਾਈਨਾ ਨੂੰ ਵੀ ਦੂਰੋਂ ਦੇਖ ਰਹੇ ਹਾਂ, ਖਾਸ ਕਰਕੇ ਅਸੀਂ ਕਈ ਵਾਰ ਪ੍ਰਭਾਵ ਥੱਲੇ ਆ ਜਾਂਦੇ ਹਾਂ, ਜਿੱਦਾਂ ਅਸੀਂ ਇੱਥੇ ਬੈਠੇ ਹਾਂ ਵੈਸਟਰਨ ਵਰਲਡ ਦੇ ਵਿੱਚ, ਤੇ ਇਹਨਾਂ ਦੋ ਵਿਚਾਰਧਾਰਾਂ ਦਾ ਟਕਰਾਓ ਵੀ ਆ। ਤੇ ਇਹ ਟਕਰਾਓ 'ਚੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉੱਦਾਂ ਹੁੰਦੀਆਂ ਨਹੀਂ ਜਿੱਦਾਂ ਦਿਖਾਈਆਂ ਜਾਂਦੀਆਂ ਨੇ, ਜਿੱਦਾਂ ਉਹਨਾਂ ਨੂੰ ਪੇਸ਼ ਕੀਤਾ ਜਾਂਦਾ। ਤੇ ਕਈ ਵਾਰ ਅਸੀਂ ਟਪਲਾ ਵੀ ਖਾ ਜਾਂਦੇ ਹਾਂ ਕਿ ਉਹ ਚਾਈਨਾ 'ਚ ਸਭ ਕੁਝ ਗਲਤ ਹੋ ਰਿਹਾ। ਹੋ ਸਕਦਾ ਉੱਥੇ ਬਹੁਤ ਸਾਰੇ ਸਦਾਚਾਰੀ ਮਨੁੱਖ, ਬਹੁਤ ਸਾਰਾ ਦਰਸ਼ਨ ਨੂੰ ਅਪਣਾਏ ਹੋਏ ਮਨੁੱਖ ਜਿਹੜੇ ਆ ਉਹ ਮੌਜੂਦਾ ਦੌਰ ਵਿੱਚ ਵੀ ਹੋਣਗੇ। ਮੈਂ ਦਿਲ ਸਾਹਿਬ ਤੁਹਾਡੀ ਗੱਲ ਨੂੰ ਬਿਲਕੁਲ ਸਾਇਦ ਕਰਦਾ ਕਿ ਕੁਝ ਸ਼ਕਤੀਆਂ ਦੇ ਵਿਰੋਧ ਵਿੱਚ ਖੜੀਆਂ ਹੁੰਦੀਆਂ ਨੇ। ਉਹ ਫਿਰ ਉਹਨਾਂ ਦਾ ਜਿਹੜਾ ਅਸਾਰੂ ਪੱਖ ਆ ਉਹ ਸਾਹਮਣੇ ਆਉਣ ਹੀ ਨਹੀਂ ਦਿੰਦੀਆਂ। ਉਹਦੀ ਮੌਜੂਦਾ ਜਿਹੜੀ ਮੈਨੂੰ ਤਾਂ ਲੱਗਦੀ ਆ ਉਹ ਆਪਣੀ ਪੰਜਾਬੀਅਤ ਆ। ਇਸ ਵੇਲੇ ਪੰਜਾਬੀਅਤ ਦੇ ਖਿਲਾਫ ਵੀ ਬਹੁਤ ਸਾਰੀਆਂ ਸ਼ਕਤੀਆਂ ਕੰਮ ਕਰ ਰਹੀਆਂ ਨੇ। ਉਹ ਪੰਜਾਬੀਆਂ ਦੇ ਚੰਗੇ ਗੁਣ, ਪੰਜਾਬੀਆਂ ਦੀ ਸਦਭਾਵਨਾ, ਪੰਜਾਬੀਆਂ ਦਾ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣਾ, ਪੰਜਾਬੀਆਂ ਦਾ ਕਿਰਤ ਨੂੰ ਸਮਰਪਿਤ ਹੋਣਾ, ਪੰਜਾਬੀਆਂ ਦਾ ਉਦਮੀ ਮਨੁੱਖ ਹੋਣਾ, ਇਹ ਸਾਰੀਆਂ ਗੱਲਾਂ ਨੂੰ ਕਿਤੇ ਧੂਮਲ ਕਰ ਰਹੀਆਂ ਨੇ। ਉਹ ਸ਼ਕਤੀਆਂ ਵੀ, ਮੈਂ ਸੋਮਾਲੀਆ ਜਾਂ ਦੂਸਰੇ ਦੀ ਤੁਹਾਡੇ ਨਾਲ ਇੱਕ ਐਗਜ਼ਾਮਪਲ ਦੇ ਤੌਰ ਤੇ, ਕਰਪਸ਼ਨ ਦੇ ਤੌਰ ਤੇ, ਮਨੁੱਖਤਾ ਦੇ ਚਿਹਰੇ ਦੇ ਤੌਰ ਤੇ ਗੱਲ ਕੀਤੀ ਸੀ। ਔਰ ਐਵੇਂ ਚੀਨ ਦੀ ਹਾਲੀ ਵੱਖਰੀ ਗੱਲ ਹੈ, ਅਸੀਂ ਗਏ ਨਹੀਂ, ਅਸੀਂ ਜਿੱਥੇ ਰੋਜ਼ ਰਹਿੰਦੇ ਹਾਂ, ਜਿੱਥੋਂ ਸਾਡੀ ਉਤਪਤੀ ਹੋਈ ਆ, ਤੁਸੀਂ ਦੇਖੋ ਸਾਡੇ ਪੰਜਾਬ ਪ੍ਰਤੀ ਕਿੰਨੇ ਭਰਮ ਭੁਲੇਖੇ ਫੈਲਾਏ ਜਾ ਰਹੇ ਨੇ, ਕਿੰਨੇ ਉਹਦੇ ਪ੍ਰਤੀ ਜਿਹੜੀਆਂ ਨੇ ਉਹ ਮਿਸਕਨਸੈਪਸ਼ਨ ਜਿਹੜੀਆਂ ਉਹ ਲੋਕ ਫੈਲਾ ਰਹੇ ਨੇ। ਉਹਨਾਂ ਨੂੰ ਇਹ ਪਤਾ ਏ ਕਿ ਜੇ ਪੰਜਾਬੀਅਤ ਵਾਲੀ ਜਿਹੜੀ ਭਾਵਨਾ ਏ ਉਹ ਸਾਰੇ ਸੰਸਾਰ ਦੇ ਵਿੱਚ ਪ੍ਰਫੁੱਲਤ ਹੁੰਦੀ ਆ, ਤੇ ਬਹੁਤ ਸਾਰੇ ਜਿਹੜੇ ਢੋਂਗੀ ਰਾਜਨੇਤਾ ਨੇ
ਉਹਨਾਂ ਦੀਆਂ ਜਿਹੜੀਆਂ ਨੇ ਉਹ ਪਰਦੇ ਫਾਸ਼ ਹੋ ਜਾਣਗੇ। ਇਸ ਕਰਕੇ ਉਹਨਾਂ ਆਪਣੇ ਪਰਦਿਆਂ ਦੇ ਉੱਤੇ ਪਰਦੇ ਪਾਉਣ ਲਈ ਉਹ ਪੰਜਾਬੀਅਤ ਪ੍ਰਤੀ ਬਹੁਤ ਦੁਸ਼ਟ ਪ੍ਰਚਾਰ ਕਰਦੇ ਨੇ। ਔਰ ਮੈਨੂੰ ਤਾਂ ਉਹਦੇ ਹੀ ਇੱਕ ਥਾਂ ਦੇ ਉੱਤੇ ਮੈਂ ਪੜ੍ਹ ਰਿਹਾ ਸੀਗਾ ਇਹਨੂੰ ਪੜ੍ਹਦੇ ਪੜ੍ਹਦੇ ਕਿ ਸੁਕਰਾਤ ਹੋਣਾ ਦਾ ਜਿਹੜਾ ਚੇਲਾ ਹੈ ਨਾ ਪਲੈਟੋ, ਉਹ ਇੱਕ ਬਹੁਤ ਖੂਬਸੂਰਤ ਗੱਲ ਇੱਕ ਥਾਂ ਤੇ ਕਹਿੰਦਾ, ਉਹਦਾ ਬਹੁਤ ਅੱਛਾ ਦਰਸ਼ਨ ਆ। ਉਹ ਦਰਸ਼ਨ ਵਿੱਚ ਉਹ ਕਹਿੰਦਾ ਕਿ ਜਿਹੜੀ ਹੈਗੀ ਆ ਨਾ ਹਕੂਮਤ, ਹਕੂਮਤ ਦੇ ਉੱਤੇ ਹੱਕ ਕੇਵਲ ਤੇ ਕੇਵਲ ਦਾਰਸ਼ਨਿਕ ਲੋਕਾਂ ਦਾ ਹੈ, ਫਿਲਾਸਫਰਾਂ ਦਾ ਹੋਣਾ ਚਾਹੀਦਾ ਹੈ, ਵੱਡੇ ਹਿਰਦੇ ਵਾਲੇ ਲੋਕਾਂ ਦਾ ਹੋਣਾ ਚਾਹੀਦਾ ਹੈ, ਜਿਨ੍ਹਾਂ ਲਈ ਉਹ ਜਿਹੜੀ ਹਕੂਮਤ ਦੇ ਉੱਤੇ ਉਹਨਾਂ ਦਾ ਕਬਜ਼ਾ ਹੈ ਉਹ ਮਨੁੱਖਤਾ ਲਈ ਹੋਣਾ ਚਾਹੀਦਾ ਹੈ, ਨਾ ਕਿ ਕਿਸੇ ਹੋਰ ਤਰ੍ਹਾਂ ਦੀ ਭਰਮ ਭੁਲੇਖੇ ਫੈਲਾਉਣ ਲਈ। ਪਰ ਹੁਣ ਤੁਸੀਂ ਦੇਖੋ ਕਿ ਉਹ ਪਲੈਟੂ ਵਾਲੀ ਜਿਹੜੀ ਥਿਊਰੀ ਆ ਉਹ ਕਿੰਨੇ ਕੁ ਥਾਵਾਂ ਤੇ ਲੱਗੀ, ਉਹ ਲਾਗੂ ਹੈ ਹੀ ਨਹੀਂ ਕਿਤੇ। ਸੋ ਉਹ ਜਦੋਂ ਲਾਗੂ ਨਹੀਂ ਹੈਗੀ ਤੇ ਉਹ ਫਿਰ ਜਿਹੜੇ ਉਹ ਲੋਕ ਨੇ ਜਿਹੜੇ ਯੋਗ ਨਹੀਂ ਹੈਗੇ, ਜਿਹੜੇ ਅਯੋਗ ਲੋਕ ਨੇ, ਉਹ ਫਿਰ ਮਨੁੱਖਤਾ ਦੇ ਵਿੱਚ ਭਰਮ ਭੁਲੇਖੇ ਪਾ ਕੇ ਜਿਹੜਾ ਇਹ ਉਹ ਮਨੁੱਖਤਾ ਦੇ ਵਿਰੋਧੀ ਕੰਮ ਵੀ ਕਰਦੇ ਨੇ। ਔਰ ਜਿਹੜੇ ਸਦਾਚਾਰੀ ਲੋਕ ਹੁੰਦੇ ਨੇ, ਇਹਨਾਂ ਦੀ ਇੱਕ ਹੋਰ ਬੜੀ ਹੁੰਦੀ ਆ ਕਿ ਇਹਨਾਂ ਦਾ ਹਿਰਦਾ ਬਹੁਤ ਵਿਸ਼ਾਲ ਹੁੰਦਾ ਹੈ, ਸੋਚ ਬਹੁਤ ਲੰਬੀ ਹੁੰਦੀ ਆ, ਇਹ ਛੇਤੀ ਨਾਲ ਟਕਰਾਅ ਦੀ ਸਥਿਤੀ ਵਿੱਚ ਨਹੀਂ ਆਉਂਦੇ। ਸਦਾਚਾਰੀ ਲੋਕ ਇੱਕ ਯਕਦਮ ਨਹੀਂ ਭੜਕ ਪੈਂਦੇ, ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਚਿੰਤਨ ਕਰਕੇ ਫੈਸਲੇ ਲੈਣੇ ਹੁੰਦੇ ਨੇ। ਔਰ ਸਮਾਜ ਦੇ ਵਿੱਚੋਂ ਜਿਹੜਾ ਸਹਿਜੇ ਸਹਿਜੇ ਚਿੰਤਨ ਦਾ ਵੀ ਇੱਕ ਜਿਹੜਾ ਉਹ ਗਾਇਬ ਹੋ ਜਾਣਾ, ਚਿੰਤਨ ਦੇ ਉੱਤੇ ਘੱਟ ਗੱਲ ਕਰਨੀ ਵੀ ਜਿਹੜਾ ਹੈ ਉਹ ਸਦਾਚਾਰੀ ਮਨੁੱਖਾਂ ਦੇ ਸਾਹਮਣੇ ਇੱਕ ਵੱਡਾ ਚੈਲੰਜ ਹੈ। ਸੋ ਪਰ ਜਿੱਥੇ ਸਾਰੀਆਂ ਇਹ ਧਰਾਵਾਂ ਜਿਹੜੀਆਂ ਫੈਲ ਰਹੀਆਂ ਨੇ, ਉੱਥੇ ਸਦਾਚਾਰੀ ਲੋਕ ਜਿਹੜੇ ਆ ਉਹ ਸੰਵਾਦ ਰਚਾ ਰਹੇ ਨੇ, ਸੰਵਾਦ ਰਚਾ ਕੇ ਮਨੁੱਖਤਾ ਪ੍ਰਤੀ ਅੱਛੇ ਜਿਹੜੇ ਗੁਣ ਨੇ ਉਹ ਅਪਣਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਨੇ। ਔਰ ਉਤਸ਼ਾਹਿਤ ਕਰਦੇ ਕਰਦੇ ਜਿਹੜੇ ਆ ਉਹ ਮਨੁੱਖਤਾ ਦੇ ਲਈ ਰਾਹ ਦਸੇਰੇ ਬਣ ਰਹੇ ਨੇ। ਬਿਲਕੁਲ ਹੰਸਪਾਲ ਜੀ, ਉਮੀਦ ਕਰਦੇ ਹਾਂ ਕਿ ਸਾਡੀਆਂ ਜਿਹੜੀਆਂ ਇਹ ਗੱਲਾਂ ਚਪੜੀਆਂ ਹੀ ਮਾਰੀਆਂ ਚੋਂ ਕੁਛ ਨਾ ਕੁਛ ਕੰਮ ਦਾ ਸਾਡੇ ਦਰਸ਼ਕ ਲੱਭ ਲੈਣਗੇ, ਕਿਉਂਕਿ ਸਾਡੇ ਦਰਸ਼ਕ ਬੜੇ ਸੂਝਵਾਨ ਨੇ, ਸਾਡੇ ਤੋਂ ਜ਼ਿਆਦਾ ਉਹਨਾਂ ਨੂੰ ਗਿਆਨ ਹੈ, ਉਹਨਾਂ ਨੂੰ ਸਾਡੇ ਤੋਂ ਵਧੇਰੇ ਚੀਜ਼ਾਂ ਦਾ ਪਤਾ ਹੈ। ਇਸੇ ਕਰਕੇ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਸਾਡੇ ਨਾਲ ਜੁੜਿਆ ਕਰੋ ਅਤੇ ਸਾਡੀਆਂ ਕਮੀਆਂ ਪੇਸ਼ੀਆਂ ਵੀ ਦੱਸਿਆ ਕਰੋ, ਕੋਈ ਚੀਜ਼ ਚੰਗੀ ਲੱਗੇ ਤਾਂ ਸਾਡਾ ਉਤਸ਼ਾਹ ਵੀ ਵਧਾਇਆ ਕਰੋ। ਅਸੀਂ ਆਪਣਾ ਉਹੀ ਆਈਡੀਅਲ ਜਿਹਾ ਕੰਮ ਕਰਦੇ ਰਹਿਣਾ, ਕੋਈ ਐਡੀ ਸਾਡੀ ਦੌੜ ਨਹੀਂ ਹੈ ਕਿ ਅਸੀਂ ਇਸ ਚੈਨਲ ਨੂੰ ਕੋਈ ਇਸ ਤਰ੍ਹਾਂ ਦਾ ਪ੍ਰਮੋਟ ਕਰਕੇ ਕੋਈ ਇੱਥੋਂ ਪੈਸੇ ਕਮਾਉਣ ਵਾਲਾ ਕੰਮ ਕਰਨਾ। ਕੋਸ਼ਿਸ਼ ਹੈ ਕਿ ਜਿੱਦਾਂ ਵੱਖ-ਵੱਖ ਲੋਕਾਂ ਦੇ ਆਪੋ ਆਪਣੇ ਨਿਸ਼ਚੇ ਆ, ਕੋਈ ਲੋਕ ਧਰਮ ਦੇ ਨਾਂ 'ਤੇ ਕੰਮ ਕਰਦੇ, ਅਸੀਂ ਆਪਣੇ ਤੌਰ 'ਤੇ ਸਮਾਜ ਦੀ ਬਿਹਤਰੀ ਲਈ ਜੋ ਯੋਗਦਾਨ ਪਾ ਸਕਦੇ ਆਪਣੇ ਚੈਨਲ ਰਾਹੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਅਤੇ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕ ਸਾਡੇ ਘੱਟੋ ਘੱਟ ਵਿਚਾਰਾਂ ਨੂੰ ਜ਼ਰੂਰ ਜਿਹੜਾ ਉਹਨੂੰ ਫੈਲਾਉਣ 'ਚ ਸਾਡੀ ਮਦਦ ਕਰਨਗੇ, ਉਹਨੂੰ ਸਪੋਰਟ ਕਰਨਗੇ। ਜੇ ਕੋਈ ਕਮੀ ਪੇਸ਼ੀ ਹੈ ਜਾਂ ਕੋਈ ਗਲਤ ਵਿਚਾਰ ਵੀ ਅਸੀਂ ਪੇਸ਼ ਕਰਦੇ ਤਾਂ ਉਹਦੀ ਟੋਕਾ ਟੱਕੀ ਵੀ ਸਾਡੀ ਕਰਨ, ਸਾਨੂੰ ਖੁਸ਼ੀ ਹੋਊਗੀ। ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਹੰਸਪਾਲ ਜੀ ਗੱਲਾਂ ਕਰਕੇ। ਮੈਨੂੰ ਲੱਗਦਾ ਮੈਨੂੰ ਤੁਹਾਨੂੰ ਗੁਰੂ ਧਾਰਨਾ ਪੈਣਾ ਟੀਚਰ ਦੇ ਤੌਰ 'ਤੇ। ਤੁਸੀਂ ਬਹੁਤ ਸਿਆਣੀਆਂ ਗੱਲਾਂ ਕਰਦੇ ਹੋ, ਬਹੁਤ ਚੰਗੀਆਂ ਗੱਲਾਂ ਕਰਦੇ ਹੋ, ਬਹੁਤ ਚੰਗਾ ਲੱਗਦਾ। ਜਦੋਂ ਸੋਚ ਮਿਲਦੀ ਹੋਏ ਤੇ ਉਹ ਜਿਹੜਾ ਉਹਦੇ ਵਿੱਚ ਗੁਰੂ ਜਾਂ ਸਿੱਖ ਵਾਲੀ ਪਰੰਪਰਾ ਨਹੀਂ ਰਹਿ ਜਾਂਦੀ, ਉਦੋਂ ਸਮਕਾਲੀ ਮਨੁੱਖ ਜਿਹੜੇ ਆ ਉਹ ਇਸ ਸਮਾਜ ਵਿੱਚ ਇੱਕੋ ਜਿਹੀਆਂ ਗੱਲਾਂ ਕਰਦੇ ਆ। ਉਹ ਚਲੋ ਅਸੀਂ ਆਪਣੇ ਆਪ ਨੂੰ ਸਿਆਣੇ ਨਹੀਂ ਕਹਿੰਦੇ, ਬਟ ਇੱਕ ਸਾਡੇ ਪੰਜਾਬ ਦਾ ਖਿਆਲ ਆ ਕਿ 100 ਸਿਆਣਿਆਂ ਇੱਕੋ ਗੱਲ ਮੂਰਖਾਂ ਵੱਖ-ਵੱਖ। ਜਿੰਨੇ ਵੀ ਸਮਾਜ ਦੇ ਸਿਆਣੇ ਲੋਕ ਹੁੰਦੇ ਆ ਜਾਂ ਇੱਕ ਵਿਚਾਰਧਾਰਾ ਦੇ ਹੁੰਦੇ ਆ, ਤੇ ਉਹਨਾਂ ਦੇ ਮਨ ਦੇ ਬਲਬਲੇ ਇੱਕੋ ਜਿਹੇ ਹੁੰਦੇ ਆ। ਇਸ ਕਰਕੇ ਸੋ ਉੱਥੇ ਗੁਰੂ ਸਿੱਖ ਦੀ ਪਰੰਪਰਾ ਨਹੀਂ, ਉੱਥੇ ਸਮਕਾਲੀ ਕਲਾਸ ਫੈਲੋ ਜਿਹੜੇ ਆ ਉਹ ਬੈਠ ਕੇ ਸਮਾਜ ਲਈ ਉੱਤਮ ਕੰਮ ਕਰਦੇ ਆ। ਤੇ ਮੇਰੀ ਵੀ ਸਾਡੇ ਦਰਸ਼ਕਾਂ ਨੂੰ ਇਹੋ ਅਪੀਲ ਆ ਕਿ ਤੁਹਾਡਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰੋ, ਇਹਨੂੰ ਬੁਲੰਦੀਆਂ 'ਤੇ ਲੈ ਕੇ ਜਾਓ, ਔਰ ਇਹ ਤੁਹਾਡੀ ਗੱਲ ਕਰੇਗਾ। ਔਰ ਸਾਡੇ ਦਰਸ਼ਕ ਜਿੰਨਾ ਵੀ ਸਾਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ, ਕੋਈ ਵਿਚਾਰ ਕਰਤਾ ਸਾਡੀ ਗਲਤੀ ਕੱਢਣਗੇ ਤਾਂ ਅਸੀਂ ਬਹੁਤ ਖਿੜੇ ਮੱਥੇ ਨਾਲ ਉਹਨਾਂ ਗਲਤੀਆਂ ਨੂੰ ਪ੍ਰਵਾਨ ਕਰਾਂਗੇ ਜੀ। ਚੰਗਾ ਜੀ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ, ਬਹੁਤ ਧੰਨਵਾਦ ਹੰਸਪਾਲ ਜੀ ਤੁਹਾਡਾ ਵੀ, ਅਤੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਜੀ।